हुई गोबर दी मिसल एक जलील सोच जिस तो निकलना मुश्किल हो जाता है। ਇਹ ਹੁਣ ਚੀਕਾਂ ਜਿਹੜੀਆਂ ਨੇ ਪੂਰੀ ਪੂਰੀ ਗੱਲ ਇਹ ਸੁਣਾਓ ਅੱਛਾ। ਤਾਂ ਸਾਹਿਬ ਪੂਰੀ ਗੱਲ ਸੁਣਾਓ ਪਗੜੀ ਵਾਲੀ ਪੂਰੀ ਗੱਲ ਸੁਣਾਓ। ਮੁਫਤੀ ਸਾਹਿਬ ਆ ਗਏ ਨੇ ਜੀ, ਤੁਹਾਡਾ ਚੀਕਾਂ ਦਾ ਇਲਾਜ ਕਰ ਸਕਦੇ ਨੇ, ਸਾਡੇ ਕੋਲ ਤਾਂ ਤੁਹਾਡੀਆਂ ਚੀਕਾਂ ਦਾ ਇਲਾਜ ਹੈ ਕੋਈ। अस्सलाम वालेकुम व रहमतुल्लाह। वालेकुम सलाम रहमतुल्लाह। मुफ्ती साहब क्या हाल है? जी अल्हम्दुलिल्लाह। अच्छा ये ताहिर अमजद साहब बड़े इल्मी ने जमाते अहमदिया दे विच ते ताहिर साहब कोई इल्मी गुफ्तगू ना करिए अज बह के गप्पां शप्पां ते बड़ियां मार लईयां। किने क्या सी इल्मो बस करियो यार ਤੁਹਾਡੇ ਜੇ ਇਲਮ ਕੋਲੋਂ ਨਾ ਨਾਲੋਂ ਚੰਗਾ ਹੈ ਕਿ ਬੰਦਾ ਚੁੱਪ ਹੀ ਰਵੇ ਚੰਗਾ ਹੈ। नहीं कोई नहीं मौजू दसो मौजू तुहाडा कोई गल नहीं। ਅਗਰ ਤੁਸੀਂ ਤੁਸੀਂ ਜਿਹੜਾ ਮੁਫਤੀ ਹੋ ਨਾ ਤੁਸੀਂ ਕਾਦਰੀ ਵੀ ਹੋ ਤੇ ਗੌਸ ਪਾਕ ਦੀ ਗੱਲਾਂ ਕਰਦੇ ਆ ਔਰ ਚਲੋ ਛੋਟੀ ਚਲੋ ਸਰਕਾਰ ਗੋਸ ਪਾਕ ਦੀਆਂ ਕਰ ਲੈਨੇ ਆ, ਲੇਕਿਨ ਜਿਹੜੀ ਵੀ ਗੱਲ ਕਰੋਗੇ ਨਾ ਦਲੀਲ ਨਾਲ ਕਰਿਆ ਜੇ। ਚਲੋ ਗੋਸ ਪਾਕ ਦੀਆਂ ਕਰਨੇ ਆ ਚਲੋ। ਲੇਕਿਨ ਤੁਸੀਂ ਤਾਰਫ ਕਰਾਓ ਤੁਸੀਂ ਕਾਦਰੀ ਹੋ ਨਾ ਕਸੀਦਾ ਗੌਸੀਆ ਆਂਦਾ ਜੇ। ਅੱਛਾ ਕੀ ਹੋਇਆ ਕਸੀਦਾ ਗੋਸੀਆ ਨੂੰ? ਨਹੀਂ ਮਤਲਬ ਕੀ ਹੋਇਆ ਕੀ ਕਦੀ ਪੜਿਆ? ਹਾਂਜੀ ਨਹੀਂ ਮੈਂ ਨਹੀਂ ਪੜਿਆ। ਤੁਸੀਂ ਕਦੀ ਨਹੀਂ ਪੜਿਆ ਔਰ ਤੁਸੀਂ ਕਾਦਰੀ ਹੋ। ਹਾਂਜੀ ਤੁਸੀਂ ਕਾਦਰੀ ਹੋ ਤੇ ਤੁਸੀਂ ਕਸੀਦਾ ਗੌਸੀਆ ਨਹੀਂ ਪੜਿਆ ਔਰ ਤੁਸੀਂ ਇਹ ਸੱਚ ਬੋਲ ਰਹੇ ਹੋ। ਹਾਂਜੀ ਸੱਚ ਬੋਲ। ਮਤਲਬ ਝੂਠ ਇਹ ਮੰਨਦੇ ਹੋਇਆ ਕਿ ਝੂਠਿਆਂ ਤੇ ਲਾਨਤ ਹੁੰਦੀ ਹੈ ਅੱਲਾ ਦੀ। ਮੈਨੂੰ ਨਹੀਂ ਪਤਾ ਹੈ ਇਸ ਚੀਜ਼ ਦਾ ਵੀ ਨਹੀਂ ਪਤਾ ਕਿ ਅੱਲਾਹ ਤਾਲਾ ਨੇ ਕਿਹਾ ਹੈ ਕਿ ਝੂਠਿਆਂ ਤੇ ਲਾਨਤ ਹੁੰਦੀ ਹੈ, ਇਹਦਾ ਨਹੀਂ ਪਤਾ ਤੁਹਾਨੂੰ? ਨਹੀਂ ਉਹ ਤੇ ਕਿਹਾ ਵੇ। ਹਾਂਜੀ ਮੈਂ ਉਹ ਕਸੀਦਾ ਗੋਸੀਆ ਦੀ ਗੱਲ ਕਰ। ਤੁਸੀਂ ਕਸੀਦਾ ਗੌਸੀਆ ਕਦੀ ਨਹੀਂ ਪੜਿਆ ਰਾਈਟ? ਨਹੀਂ ਜੀ। ਔਰ ਤੁਸੀਂ ਕਾਦਰੀ ਹੋ। ਹਾਂਜੀ ਇਹ ਤੁਸੀਂ ਮੈਨੂੰ ਤੇ ਤੁਸੀਂ ਲਾਜਵਾਬ ਕਰ ਦਿਓਗੇ, ਡਿਬੇਟ ਜਿੱਤ ਲਓਗੇ ਤੇ ਵਾਪਸ ਜਾ ਕੇ ਕਾਦਰੀਆਂ ਦੇ ਵਿੱਚ ਵੀ ਜਾਂ ਬਰੇਲਵੀਆਂ ਦੇ ਵਿੱਚ ਵੀ ਜਾ ਕੇ ਇਹ ਕਹੋਗੇ ਛੋਟੀ ਸਰਕਾਰ ਦਾ ਨਾਮ ਆਇਆ ਸੀ ਤੇ ਮੈਂ ਤੇ ਇਨਕਾਰ ਕਰਤਾ, ਮੈਂ ਕਸੀਦਾ ਗੌਸੀਆ ਕਦੀ ਸੁਣਿਆ ਹੀ ਨਹੀਂ। ਸਹੀ ਇਹ ਗੱਲ ਹੈ। ਫਿਰ ਨਹੀਂ ਕੋਈ ਇਲਮੀ ਗੱਲ ਕਰਨੀ ਨਾ, ਇਹ ਤੇ ਇੰਜ ਦੀਆਂ ਗੱਪਾਂ ਤੇ ਸੁਣਦੇ ਆ ਕਰਸਾ ਹੋ ਗਿਆ। ਮੈਂ ਤੇ ਗਲਤ ਵੀ ਸੁਣ ਲਈਦੀ ਹੁੰਦੀ ਹੈ ਨਾ। ਮੈਂ ਤੇ ਇਲਮੀ ਗੱਲ ਤੁਹਾਡੇ ਨਾਲ ਕਰਨਾ ਚਾਹ ਰਿਹਾ ਵਾਂ। ਜੇ ਤੁਸੀਂ ਉਹੋ ਹੀ ਸਾਬਕਾ ਰਵਸ਼ ਤੇ ਉੱਤੇ ਅਮਲ ਕਰਨਾ ਤੇ ਉਹ ਤੁਹਾਡੀ ਖੁਸ਼ੀ ਹੈ ਜੀ। ਗੱਪਾਂ ਜਿੰਨੀਆਂ ਮਰਜ਼ੀ ਮਾਰੋ ਬਹਿ ਕੇ ਤੇ ਉਹ ਦੂਸਰੇ ਦੋਸਤ ਵੀ ਬੈਠੇ ਨੇ। ਉਹ ਨਾਲੇ ਤੁਹਾਡਾ ਭਰਾ ਜਿਹੜਾ ਟੁਰ ਗਿਆ ਐਂਬੂਲੈਂਸ ਲੈ ਕੇ ਜਿਹੜਾ ਆਇਆ ਸੀ ਤੇ ਉਹਨੂੰ ਸੱਦ ਲਵੋ ਤੇ ਦੋਵੇਂ ਬਹਿ ਕੇ ਇੱਥੇ ਸ਼ੁਰੂ ਕਰੋ ਕੋਈ ਗੱਪਾਂ ਛੱਪਾਂ ਅਸੀਂ ਸੁਣਨੇ ਆ ਬਹਿ ਕੇ। ਤੇ ਜੇ ਕੋਈ ਇਲਮੀ ਸ਼ਿਲਮੀ ਗੁਫ਼ਤਗੂ ਕਰਨੀ ਜਾਂਦੇ ਹੋ ਤੁਸੀਂ ਕੁਰਾਨ ਦੀ ਇਸ ਨਾਲ ਗੱਲ ਕਰੀਦੀ ਹੁੰਦੀ ਏ ਤੇ ਚਲੋ। ਮੁਫਤੀ ਸਾਹਿਬ ਤੁਸੀਂ ਆਪਣੇ ਆਪ ਕੋਲ ਭੁੱਲੇ ਹੋ ਜਾਂ ਲੋਕੀ ਤੁਹਾਨੂੰ ਭੁੱਲੇ ਨੇ ਕਿ ਤੁਸੀਂ ਕਿਸ ਤਰ੍ਹਾਂ ਜਾਣਾ? ਜਦੋਂ ਮੈਨੂੰ ਪਤਾ ਹੈ ਕਿ ਇੱਕ ਦੋ ਮੁਕਾਲਮੇ ਹੋਣਗੇ ਤੇ ਉਸ ਤੋਂ ਬਾਅਦ ਤੁਸੀਂ ਤੁਹਾਡਾ ਕੀ ਤਰਜ਼ ਖਿਤਾਬਤ ਹੋਏਗਾ, ਜਦੋਂ ਮੈਨੂੰ ਪਤਾ ਹੈ ਇਸ ਚੀਜ਼ ਦਾ ਤੇ ਮੈਂ ਤੁਹਾਨੂੰ ਉਹ ਕਿਉਂ ਇੰਗੇਜ ਹੋਵਾਂ ਉਹਦੇ ਵਿੱਚ? ਉਹ ਬਾਈ ਮੈਨੂੰ ਯਾਦ ਦੇਖੋ ਗੱਲ ਸੁਣੋ ਆਂਦੇ ਇਹਨੂੰ ਕਹਿੰਦੇ ਨੇ ਤੁਸੀਂ ਇਲਮ ਦਾ ਨਾਮ ਗਲਤ ਵੀ ਤਾਂ ਸੁਣ ਲਈਦੀ ਹੈ। ਤੋ ਅਸੀਂ ਗੱਲ ਨਹੀਂ ਸੁਣਦੇ। ਇੱਕ ਆਪਣੀ ਖੱਪ ਪਾ ਕੇ ਰੱਖਦੇ ਹੋ ਤੁਸੀਂ। ਤੁਹਾਨੂੰ ਪਤਾ ਨਹੀਂ ਮੁਰੱਬੀ ਕਿੰਨੇ ਬਣਾ ਛੜੇ ਹੈ। ਅੱਛਾ ਗੱਲ ਹੈ ਵੇ ਕਿ ਦੇਖੋ ਕੋਈ ਗਾਲੀ ਗਲੋਚ ਨਹੀਂ, ਕੋਈ ਕੁਝ ਨਹੀਂ। ਤੁਹਾਡਾ ਦਾਵਾ ਤੁਹਾਡਾ ਮੌਜੂ ਮੈਂ ਕਹਿੰਨਾ ਪੇ ਐਨੀਵਨ ਮੌਜੂ, ਲੇਕਿਨ ਗੱਲ ਇਲਮੀ ਹੋਏਗੀ ਤੇ ਗੱਲ ਸ਼ੁਰੂ ਕਰਨੇ ਆ। ਇੱਕ ਮਿੰਟ ਰੱਖ ਲੈਨੇ, 1 ਮਿੰਟ ਤੁਸੀਂ ਬੋਲ ਲਓ, 1 ਮਿੰਟ ਮੈਂ ਬੋਲ ਲੈਣਾ, ਲੇਕਿਨ ਮੌਜੂ ਦਾ ਪਹਿਲੇ ਤਾਯੁਨ ਕਰ ਲਓ ਜੀ ਇਹ ਮੌਜੂ ਹੈ। ਉਹਦੇ ਤੇ ਫਿਰ ਅਸੀਂ ਫਿਰ ਇੱਕ ਨਾ ਗੱਲ ਸੁਣੋ, ਇੱਕ ਤਰੀਕਾਕਾਰ ਤੈਅ ਕਰ ਲਓ, ਤੁਸੀਂ ਖੁਦ ਹੀ ਕਰ ਲਓ ਕਿ ਭਾਈ ਇਸ ਮਿਆਰ ਤੇ ਰਹਿ ਕੇ ਗੁਫ਼ਤਗੂ ਹੋਏਗੀ ਤਾਂ ਕਿ ਸਾਨੂੰ ਵੀ ਪਤਾ ਚੱਲ ਜਾਏ ਜੀ ਇਹ ਮਿਆਰ ਹੈ ਗੁਫ਼ਤਗੂ ਦਾ। ਮੈਂ ਤੇ ਹੁਣ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ। ਸਹੀ ਹੋ ਗਿਆ। ਐਂਬੂਲੈਂਸ ਆ ਗਈ ਹੈ, ਫਿਰ ਲੱਦ ਲਓ ਭਾਈ, ਇਹਨਾਂ ਨੂੰ ਵੀ ਲੱਦੋ ਭਾਈ। ਉਹ ਭਾਈ ਹੋ ਜਾਏਗਾ ਭਾਈ, ਕੋਈ ਗੱਲ ਨਹੀਂ ਭਾਈ। ਸਾਮੁਲ ਰਹਿਮਾਨ ਦਾ ਖੁੱਲ ਜਾਏਗਾ। ਉਹ ਇਲਮੀ ਅਹਿਮਦ रजा साहब इल्मी बंदे से आला हजरत इमाम अहमद रजा साहब बरेलवी रहमतुल्लाह अलैह इल्मी बंदे सी कि गैर इल्मी सी? अच्छा फिर की होया? नहीं दसो तो इल्मी बंदे सी या नहीं सी? भाई ऐसा अमर रजा दे मौजू ते गल करनी जे। नहीं मैं पूछ रहा ਤੁਹਾਡੇ ਕੋਲੋਂ ਕਿ ਤੁਸੀਂ ਇਲਮੀ ਬੰਦੇ ਸੀ ਕਿ ਨਹੀਂ? ਤਾਯੁਨ ਕਰ ਲੋ, ਫਿਰ ਉਸ मौजू ਤੇ ਰਹਿ ਕੇ डिबेट करने हैं ਅਸੀਂ मुकालमा करने। भाई ये बंदा एक नीचे गालियां दे रहा है, इसको यार ब्लॉक करें। ओ भाई नीचे जो भी गालियां दे रहा है ना म्यूट होगा या ब्लॉक कर दिया जाएगा, इंसान बन जाओ।
ਨਹੀਂ ਇੰਜ ਨਾ ਕਰੋ ਤੁਸੀਂ। ਆਮਿਰ ਭਾਈ ਉਹ ਜਿਹੜੇ ਕਮੈਂਟ ਤੁਸੀਂ ਹਾਈਡ ਕਰਦੇ ਨੇ ਉਹ ਕਰਦਿਆ ਕਰੋ, ਇਹਦੇ ਨਾਲ ਕਾਲਰ ਹੁੰਦੇ ਨੇ। ਨਹੀਂ ਤੇ ਜਿੰਨੇ ਗੁੱਸਾ ਝਾੜਨਾ ਹੁੰਦਾ ਨਾ ਉਹ ਕਮੈਂਟਾਂ 'ਚ ਝਾੜਦਾ। ਮਿਊਟ ਹੀ ਕੀਤਾ। ਨਹੀਂ ਮਿਊਟ ਨਹੀਂ, ਹਾਈਡ। ਕਮੈਂਟ ਥੱਲੋਂ ਹਾਈਡ ਹੋ ਜਾਂਦੇ ਨੇ, ਕੋਈ ਕਮੈਂਟ ਵੀ ਨਜ਼ਰ ਨਹੀਂ ਆਉਂਦਾ, ਨਾ ਆਪਣਿਆਂ ਦਾ ਤੇ ਨਾ ਗੈਰਾਂ ਦਾ। ਠੀਕ ਹੈ। ਉਹਦਾ ਤਰੀਕਾ ਇਹ ਹੁੰਦਾ ਵੇ ਕਿ ਬਈ ਫਿਰ ਜਿੰਨੇ ਗੱਲ ਕਰਨੀ ਉਹ ਉੱਤੇ ਆਏਗਾ। ਹਾਂਜੀ, ਉਹ ਕਮੈਂਟ ਬੰਦ ਕਰ ਦੇ ਦੇਣ। ਹਾਂ ਅੱਛਾ ਜੀ, ਤਾਹਿਰ ਅਮਜਦ ਸਾਹਿਬ, ਫਿਰ ਕੋਈ ਕਿਸੇ ਮੌਜੂ ਤੇ ਗੱਲ ਕਰੀਏ ਫਿਰ ਬਹਿ ਕੇ। ਅੱਜ ਲੋਕ ਵੇਖੋ ਇੰਨੇ ਬਹਿ ਕੇ ਸੁਣਦੇ ਨੇ ਪਏ, ਤੇ ਲੋਕ ਚਾਹੁੰਦੇ ਨੇ ਕਿ ਬਈ ਉਹ ਤੁਹਾਡੇ ਬਾਰੇ ਸਿੱਖਣ। ਕੁਝ ਲੋਕਾਂ ਨੂੰ ਅਜੇ ਨਹੀਂ ਪਤਾ ਚੱਲਿਆ ਤੁਹਾਡੇ ਦੀਨ ਮਜ਼ਹਬ ਦਾ, ਤੇ ਕੋਈ ਮੌਜੂ ਦੱਸੋ ਫਿਰ ਕੋਈ। ਮੈਂ ਤੇ ਤੁਹਾਡੇ ਤੇ ਸੱਟੀ ਹੀ ਹੈ, ਜੇ ਮੈਂ ਮੌਜੂ ਦਾ ਤਯਨ ਕਰਾਂਗਾ ਤੁਹਾਨੂੰ ਸ਼ਿਕਵਾ ਹੋਣਾ ਹੈ। ਵੇਖੋ ਜੀ ਇਹ ਆਪਣੇ ਹੀ ਮੌਜੂ ਇਹਨੇ ਸ਼ੁਰੂ ਕਰ ਲਿਆ। ਜੇ ਗੁਫ਼ਤਗੂ ਕਰਨ ਦਾ ਮਿਆਰ ਮੈਂ ਤੈਅ ਕਰਾਂਗਾ ਤੇ ਤੁਹਾਨੂੰ ਫਿਰ ਵੀ ਸ਼ਿਕਵਾ ਹੋਣਾ ਹੈ। ਮੈਂ ਤੇ ਤੁਹਾਡੇ ਤੇ ਸੱਟੀ ਹੀ ਹੈ, ਮੌਜੂ ਵੀ ਤੁਹਾਡਾ, ਗੁਫ਼ਤਗੂ ਦਾ ਮਿਆਰ ਵੀ ਤੁਹਾਡਾ, ਤੇ ਵਕਤ ਦੋਵੇਂ ਹੀ ਤੈਅ ਕਰ ਲੈਨੇ ਆ, 1 ਮਿੰਟ ਜਾਂ 2 ਮਿੰਟ। ਚਲੋ ਦੱਸੋ। ਮੈਂ ਤੁਹਾਡੇ ਕੋਲ ਫੈਜ਼ਯਾਬ ਹੋਣਾ ਚਾਹ ਰਿਹਾ ਕਿ ਤੁਸੀਂ ਦੱਸੋ ਕਿ ਅਹਿਮਦ ਰਜ਼ਾ ਸਾਹਿਬ ਇਲਮੀ ਬੰਦੇ ਹੈ ਸਨ ਜਾਂ ਨਹੀਂ ਸਨ। ਚਲੋ ਠੀਕ ਹੋ ਗਿਆ। ਤੁਸੀਂ ਇਹਦਾ ਮਤਲਬ ਹੈ ਮੇਰੇ ਤੋਂ ਫੈਜ਼ਯਾਬ ਹੋਣਾ ਚਾਹੁੰਦੇ ਹੋ। ਹੁਣ ਇਹ ਵੇ ਕਿ ਤੁਸੀਂ ਮਾਈਕ ਮਿਊਟ ਕਰ ਲਓ, ਮੈਂ ਤੁਹਾਨੂੰ ਫੈਜ਼ਯਾਬ ਕਰਨਾ ਵਾ। ਹੁਣ ਫਿਰ ਤੁਸੀਂ ਨਾ ਬੋਲਿਆ ਜੇ ਬਾਈ। ਠੀਕ ਹੋ ਗਿਆ ਨਾ, ਮਾਈਕ ਮਿਊਟ ਕਰੋ ਨਾ, ਮੈਂ ਤੁਹਾਨੂੰ ਫੈਜ਼ਯਾਬ ਕਰਨਾ। ਮਾਈਕ ਮਿਊਟ ਕਰ ਲਓ ਭਾਈ, ਮਾਈਕ ਮਿਊਟ ਕਰ ਲਓ, ਮੈਂ ਤੁਹਾਨੂੰ ਫੈਜ਼ਯਾਬ ਕਰਨ ਲੱਗਾ। और मैं माइक की म्यूट कर ला, मैं तो रुखसत भी लै जाएगा। तुसी मेरे को पूछा कि मेरी चाहत है, मेरी विश है कि तुहाडे नाल मैं डिबेट करा। मैं किसी पासे कदी सुनिया कि मेरी ये ख्वाहिश का इजहार किया होवे? यार फिर इंज ते कोई गल ना होई ना तुसी मौजू कोई तय करदे हो पे, ना कोई असूले गुफ्तगू तय करदे हो पे, ते बेढंगी जी गुफ्तगू। ते इन्ना वक्त ਤੇ ਨਹੀਂ ਕਿਸੇ ਕੋਲ ਹੈ ਕਿ ਤੁਹਾਡੀਆਂ ਐਵੇਂ ਹੀ ਬੱਕ ਬਹਿ ਕੇ ਕੋਈ ਸੁਣੇ। ਕੋਈ ਮੌਜੂ ਤੈਅ ਕਰ ਲਓ ਤੇ ਗੱਲ ਕਰਨੀ ਹੈ ਉਹਦੇ ਤੇ ਬਹਿ ਕੇ। ਅਸੂਲ ਵੀ ਗੁਫ਼ਤਗੂ ਤੇ ਤੈਅ ਕਰ ਲਓ ਕਿ ਬਈ ਇੰਜੇ ਗੁਫ਼ਤਗੂ ਤੇ ਅਸੀਂ ਕਰਨੀ ਹੈ। ਤੁਸੀਂ ਹੁਣੇ ਫਰਮਾਇਆ ਕਿ ਮੈਂ ਬੱਕ ਜਾਂ ਫਿਰ ਤੁਸੀਂ ਕਿਹਾ ਸੀ ਮੇਰੇ ਕੋਲ ਫੈਜ਼ਯਾਬ ਹੋਣਾ ਹੈ ਤੇ ਮੇਰੇ ਕੋਲ ਫਿਰ ਫੈਜ਼ਯਾਬ ਹੋ ਜਾਓ। ਕੀ ਮਸਲਾ ਕੀ ਹੈ? ਤਾਂ ਫਿਰ ਮੈਨੂੰ ਵੀ ਬੋਲਣ ਦੀ ਇਜਾਜ਼ਤ ਹੈ ਕਿ ਠੀਕ ਹੈ, ਬਿਲਕੁਲ ਮੌਜੂ ਤੈਅ ਕਰ ਲਓ ਮੌਜੂ ਤੈਅ ਕਰ ਲਓ। ਤੁਹਾਨੂੰ ਤੇ ਕਿਹਾ ਵੇ ਇਹ ਤੁਹਾਡੇ ਕੋਲ ਜਿੰਨਾ ਥੋੜਾ ਜਿਹਾ ਫੈਜ਼ਯਾਬ ਹੋਏ ਆ, ਤੁਸੀਂ ਹੁਣੇ ਕਿਹਾ ਕਿ ਮੈਂ ਬੱਕ ਕਰਨ ਡਿਆ ਤੇ ਮੈਂ ਫਜ਼ੂਲ ਗੱਲਾਂ ਕਰਨ ਡਿਆ। ਇੱਕ ਬੰਦਾ ਜਿਹੜਾ ਫਜ਼ੂਲ ਗੱਲਾਂ ਕਰਦਾ ਤੇ ਬੱਕ ਕਰਦਾ, ਉਹਦੇ ਨਾਲ ਤੁਹਾਨੂੰ ਮੁਕਾਲਮਾ ਕਰਨ ਦਾ ਸ਼ੌਕ ਕੀ ਹੋਇਆ? ਵੈਸੇ ਉਹ ਨਾ ਸਹੀ ਕਿਹਾ ਸੀ ਮਿਰਜ਼ਾ ਸਾਹਿਬ ਨੇ ਕਿ ਜਮਾਤੇ ਅਹਮਦੀਆ ਨੂੰ ਮੈਂ ਬਾਂਦਰ ਤੇ ਸੂਰ ਦੀ ਸ਼ਕਲ 'ਚ ਵੇਖਿਆ। ਬਾਂਦਰਾਂ ਦਾ ਕੰਮ ਹੁੰਦਾ ਨਕਲ ਉਤਾਰਨਾ ਤੇ ਇੰਜ ਨਾ ਜਿੰਜ ਤੁਸੀਂ ਕਰਦੇ ਹੋ। ਬਿਲਕੁਲ ਸਹੀ ਫਰਮਾਇਆ ਸੀ ਮਿਰਜ਼ਾ ਸਾਹਿਬ ਨੇ। ਮੈਂ ਕਿਹਦੀ ਨਕਲ ਲਾਣ ਡਿਆ? ਮੈਂ ਤਾਂ ਮਿਰਜ਼ਾ ਸਾਹਿਬ ਨੇ ਮਿਰਜ਼ਾ ਸਾਹਿਬ ਨੇ ਜਿਹੜਾ ਫਰਮਾਇਆ ਹੈ ਉਹ ਫਿਰ ਉਹਨਾਂ ਨੇ ਗਲਤ ਫਰਮਾਇਆ ਹੈ। ਟੋਨੀ ਸਾਹਿਬ ਕਿਉਂ ਮਾਹੌਲ ਨੂੰ ਖਰਾਬ ਕਰਦੇ ਹੋ? ਟੋਨੀ ਸਾਹਿਬ ਜਾਂ ਤੇ ਉਹਨਾਂ ਨਾਲ ਬਰਾਬਰੀ ਦੀ ਸਤਹ ਤੇ ਗੱਲ ਕਰ ਲਓ ਤੇ ਜਾਂ ਤੁਸੀਂ ਥੱਲੇ ਬਹਿ ਜਾਓ, ਉਹਨਾਂ ਨੂੰ ਕੁਰਸੀ ਤੇ ਬਹਾਲ ਲਓ ਤੇ ਤੁਸੀਂ ਫੈਜ਼ ਉਹਨਾਂ ਕੋਲ ਵਸੂਲ ਕਰੋ। 2 ਕੰਮ ਨੇ। ਉਹ ਕਿਸੇ ਦੇ ਕੰਮ ਰੁਕਦੇ ਹੀ ਨਹੀਂ ਪਏ। ਵੇਖ ਲੋ ਆਮਿਰ ਭਾਈ, ਇੰਜ ਨਾ ਕਰੋ, ਲੜਾਈ ਨਾ ਕਰੋ। ਜਾਂ ਉੱਤੇ ਬਹਿ ਜਾਓ ਬਰਾਬਰ ਉਹਨਾਂ ਦੇ ਤੇ ਉਹਨਾਂ ਨੂੰ ਆਖੋ ਵੀ ਮੈਂ ਫਲਾਣੇ ਮੌਜੂ ਤੇ ਗੱਲ ਕਰਨਾ ਚਾਹੁੰਦਾ, ਜਾਂ ਉਹਨਾਂ ਨੂੰ ਕਹੋ ਵੀ ਮੈਂ ਤੁਹਾਡੇ ਕੋਲ ਸਿੱਖਣਾ ਚਾਹੁੰਦਾ, ਫੈਜ਼ ਹਾਸਲ ਕਰਨਾ। ਜਿਸ ਤਰ੍ਹਾਂ ਤੁਸੀਂ ਫਰਮਾਇਆ, ਉਹ ਕਹਿੰਦੇ ਨੇ ਮੈਂ ਤੁਹਾਨੂੰ ਫੈਜ਼ ਦੇਣ ਲੱਗਾ, ਤੁਸੀਂ ਮਾਈਕ ਮਿਊਟ ਕਰੋ। ਤੁਸੀਂ ਚੀਕ ਝਾੜਾ ਪਾਤਾ। ਨਹੀਂ ਮੈਨੂੰ ਨਹੀਂ ਚਾਹੀਦਾ ਚੀਕ ਝਾੜਾ। ਅੱਛਾ, ਇਹ ਜਿਹੜੇ ਅਲਫਾਜ਼ ਇਸਤੇਮਾਲ ਕਰਦੇ ਨੇ, ਚੀਕ ਝਾੜਾ ਪਾਤਾ ਹੈ, ਇਹ ਆਪਣਾ ਰੰਡੀ ਰੋਣਾ ਰੋਣਦੇ ਹੈ। ਮਤਲਬ ਚਲੋ ਤੁਸੀਂ ਅੱਗੋਂ ਰੋਣ ਪਿੱਟਣ ਸ਼ੁਰੂ ਕਰਤਾ ਹੈ ਜਾਂ ਰੋਲਾ ਪਾਤਾ ਰੋਣ। ਹਾਂ, ਜਿਵੇਂ ਵਹਾਬੀ, ਦਿਓਬੰਦੀ, ਬਰੇਲਵੀ ਉਹ ਕਰਦੇ ਨੇ, ਉਸ ਤਰ੍ਹਾਂ ਮੈਂ ਕਰਦਾ। ਜਾਂ ਮੈਂ ਨਾ ਕਿਸੇ ਪਾਸੇ ਗੱਲ ਲਾਓ ਨਾ, ਬੰਦੇ ਥੱਲੇ ਸੁਣਨ ਲੱਗੇ ਨਾ, ਆਂਦੇ ਨੇ ਕੋਈ ਗੱਲ। ਅੱਛਾ, ਫਿਰ ਮੈਨੂੰ 1 ਮਿੰਟ ਦੇਣਾ, ਮੈਂ ਤੁਹਾਡੇ ਨਾਲ ਗੱਲ ਕਰਨਾ, ਤੁਹਾਡੇ ਕੋਲ ਪੁੱਛਣਾ। ਇਹ ਹੁਣੇ ਮੁਫਤੀ ਸਾਹਿਬ ਨੇ ਫਰਮਾਇਆ ਕਿ ਮੈਂ ਬੱਕ ਕਰਦਾ। ਨਹੀਂ, ਉਹਨਾਂ ਨੇ ਇੰਜ ਨਹੀਂ ਕਿਹਾ। ਉਹਨਾਂ ਨੇ ਕਿਹਾ ਕਿਸੇ ਕੋਲੇ ਬੱਕ ਸੁਣਨ ਦਾ ਟਾਈਮ ਨਹੀਂ ਹੁੰਦਾ। ਤੁਹਾਨੂੰ ਨਹੀਂ ਉਹਨਾਂ ਕਿਹਾ ਤੁਸੀਂ ਬੱਕ ਕਰਨ ਲੱਗੇ ਹੋ। ਗਲਤ ਨਾ, ਮੈਂ ਸੁਣਨਾ ਪਿਆ, ਮੈਂ ਨਾ ਹੋਇਆ ਮਤਲਬ ਤੇ ਗੱਲ ਵੱਖਰੀ। ਮੇਰੇ ਹੁੰਦਿਆਂ ਨਹੀਂ ਲੜਾਈ ਹੋ ਸਕਦੀ, ਮੈਂ ਤਾਂ ਤੁਹਾਨੂੰ ਰੋਕਿਆ। ਮਾਹੌਲ ਖਰਾਬ ਨਾ ਕਰੋ, ਗੱਲ ਕਰੋ ਇਲਮੀ ਤੇ ਲੋਕਾਂ ਨੂੰ ਸੁਣਾਓ ਕੋਈ ਨੁਕਤੇ ਦੀ ਗੱਲ। ਨਹੀਂ, ਇਲਮੀ ਗੱਲ ਮੁਫਤੀ ਸਾਹਿਬ ਨੇ ਫਰਮਾਇਆ ਹੈ। ਵੇਖੋ ਮੌਜੂ ਚੁਣ ਲਓ ਯਾਰ, ਕੋਈ ਇੱਕ ਮੌਜੂ ਤੈਅ ਕਰ ਲਓ, ਉਸ ਮੌਜੂ ਤੇ ਗੱਲ ਕਰ ਲੈਣੀ ਆ। ਤੁਸੀਂ ਕਿਉਂ ਟੈਨਸ਼ਨ ਚ ਆ ਗਏ ਹੋ ਯਾਰ? ਕਮਾਲ ਹੋ ਗਈ ਹੈ। ਇੱਕ ਮੌਜੂ ਤੈਅ ਕਰ ਲਓ। ਹਾਂ, ਤੇ ਫਿਰ ਵਕਤ ਤੈਅ ਹੋ ਜਾਂਦਾ ਹੈ ਤੇ ਦੋਵੇਂ ਭਰਾ ਬਹਿ ਕੇ ਇੱਥੇ ਗੱਲ ਕਰ ਲੈਣੇ ਆ। ਕੀ ਲੜਾਈ ਕਾਦੀ ਹੈ ਤਾਹਿਰ ਸਾਹਿਬ? ਇੱਕ ਮਿੰਟ ਗੱਲ ਕਰੀ ਜਾਓ ਤੇ ਲੇਕਿਨ ਮੌਜੂ ਤੈਅ ਪਹਿਲੇ ਹੋ ਜਾਏ ਕਿ ਇਸ ਮੌਜੂ ਤੇ ਕਰਨੀ। ਜੀ
ਯਾਰ ਹੁਣ ਦੰਦੀਆਂ ਕੱਢੋ ਯਾਰ, ਆਖਰ ਕੰਮ ਦੰਦੀਆਂ ਹੁੰਦੀਆਂ ਨੇ ਤੁਹਾਡੀਆਂ। ਅੱਜ ਇਹ ਮਤਲਬ ਇਹ ਦੇਖੋ ਇਹ ਤਰਜ਼ ਖਿਤਾਬਤ ਕੀ ਹੈ ਪਹਿਲੇ ਨਹੀਂ ਇਹ ਕਿਹਾ ਗਿਆ ਲੈ, ਮੈਂ ਕਿਹੜਾ ਕੋਈ ਰੋੜਾ ਮਾਰ ਛੜਿਆ ਹੈ ਤੁਹਾਡੇ ਸਿਰ 'ਚ, ਦੰਦੀਆਂ ਹੀ ਕਿਹਾ ਯਾਰ ਮਾਰ ਛਟਿਆ ਮੈਂ ਕੋਈ 80 ਛੋਟ ਛੱਟੀ ਆ ਮੈਂ ਚਲੋ ਕੀ ਛੋਟੇ ਬੰਬ ਮੋਟੇ ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੀਦਾ ਤਾਹਿਰ ਸਾਹਿਬ। ਹੁਣ ਗੱਲ ਕੋ ਕਰਨੀ ਜੇ ਸੁਣਾਣੀ ਜੇ ਬੰਦੇ ਨੂੰ ਕੋਈ ਗੱਲ ਕਿ ਕੋ ਹੈ ਜੇ ਸੁਣਾਉਣ ਵਾਲੀ ਕਿ ਕੋਈ ਨਹੀਂ ਗੱਲ ਸੁਣਾਉਣ ਵਾਲੀ। ਨਹੀਂ ਛੋਟੀਆਂ ਗੱਲਾਂ ਨੂੰ ਇਗਨੋਰ ਕਰਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ, ਲੇਕਿਨ ਜਦੋਂ ਪਤਾ ਹੋਵੇ ਕਿ ਉਸ ਤੋਂ ਇੱਥੇ ਅਗਰ ਨਾ ਰੋਕਿਆ ਗਿਆ ਔਰ ਇੱਥੇ ਰਵੱਈਆਂ ਦਾ ਤਯਨ ਨਾ ਹੋਇਆ ਤੇ ਅੱਗੇ ਜਾ ਕੇ ਕੀ ਹੋਣਾ, ਨਾ ਮੇਰੇ ਕੋਲ ਭੁੱਲਿਆ ਨਾ ਤੁਹਾਡੇ ਕੋਲ ਭੁੱਲਿਆ। ਤੈਅ ਕਰ ਲੋ, ਮੌਜੂ ਤੈਅ ਕਰ ਲੋ ਜਨਾਬੇ ਮਨ, ਕੋਈ ਮੌਜੂ ਤੈਅ ਕਰ ਲੋ, ਤੁਹਾਡੀ ਮਿਹਰਬਾਨੀ। ਉਹ ਮੁਫਤੀ ਸਾਹਿਬ ਮੈਂ ਕਦੋਂ ਕਿਸ ਸਟੇਜ ਦੇ ਉੱਤੇ ਇਸ ਖਾਹਿਸ਼ ਦਾ ਇਜ਼ਹਾਰ ਕੀਤਾ ਹੈ ਕਿ ਮੈਨੂੰ ਜਨਾਬ ਮੁਫਤੀ ਮੁਬਸ਼ਰ ਅਹਿਮਦ ਸਾਹਿਬ ਕਾਦਰੀ ਭਾਈ ਹੁਣ ਫਿਰ ਆਪੇ ਹੀ ਨਿਬੇੜ ਲਵੋ ਜਨਾਬ, ਆਪੇ ਹੀ ਨਿਬੇੜ ਲੋ। ਤੇ ਟੋਨੀ ਸਾਹਿਬ ਮੈਂ ਅਰਜ਼ ਕੀਤੀ ਹੈ ਟੋਨੀ ਸਾਹਿਬ ਮੁਹਤਰਮ, ਜਾਂ ਤੇ ਬਰਾਬਰੀ ਦੀ ਸੱਤਾ ਤੇ ਉਹਨਾਂ ਦੇ ਸਾਹਮਣੇ ਬਹਿ ਜਾਓ, ਵਿਚਕਾਰ ਟੇਬਲ ਰੱਖ ਲਓ, ਇੱਕ ਕੁਰਸੀ ਤੇ ਤੁਸੀਂ ਬਹਿ ਜਾਓ, ਇੱਕੋ ਤੇ ਉਹ ਬਹਿ ਜਾਂਦੇ ਨੇ, ਤੇ ਬਰਾਬਰੀ ਦੀ ਸੱਤਾ ਤੇ ਗੱਲ ਕਰ ਲਓ, 1-1 ਮਿੰਟ ਦਾ ਉਹਦਾ ਟਾਈਮ ਹੋਏਗਾ, 2-2 ਮਿੰਟ ਰੱਖ ਲਓ, ਮੌਜੂ ਤੈਅ ਕਰ, ਜਾਂ ਉਹਨਾਂ ਨੂੰ ਆਖੋ ਵੀ ਮੁਫਤੀ ਸਾਹਿਬ ਮੈਂ ਤੁਹਾਡੇ ਜਿਸ ਤਰ੍ਹਾਂ ਤੁਸੀਂ ਆ ਕੇ ਹੁਣ ਉਹ ਗੱਲ ਵਾਪਸ ਲੈ ਲਈ, ਤੁਸੀਂ ਆਖਿਆ ਮੈਂ ਤੁਹਾਡੇ ਕੋਲ ਫੈਜ਼ ਹਾਸਲ ਕਰਨਾ ਚਾਹੁੰਦਾ, ਉਹਨਾਂ ਆਖਿਆ ਮਾਈਕ ਮਿਊਟ ਕਰੋ ਮੈਂ ਫੈਜ਼ ਦੇਵਾਂ, ਫਿਰ ਮਾਈਕ ਮਿਊਟ ਕਰ ਲਓ, ਫਿਰ ਉਹਨਾਂ ਕੋਲ ਫੈਜ਼ ਲੈ ਲਓ। ਇਹ ਹਰ ਚੀਜ਼ ਦਾ ਕੋਈ ਇੰਜ ਨਹੀਂ ਹੁੰਦਾ ਕਿ ਕੋਈ ਲਫ਼ਜ਼ ਕਵੇ ਤੇ ਉਹਨੂੰ ਫੜ ਕੇ ਤੇ ਉਹ ਮੈਂ ਹੁਣ ਸਾਰੀ ਉਮਰ ਜਿਹੜਾ ਨਾ ਲੋਕ ਫੜ ਲੈਂਦੇ ਨੇ, ਜਦੋਂ ਜਾਈਏ ਨਾ ਸਾਹਮਣੇ ਮੈਦਾਨ 'ਚ ਜਾਈਏ ਲੋਕ ਫੜ ਲੈਂਦੇ ਹੁੰਦੇ ਜੇ ਲਫ਼ਜ਼। ਤੁਹਾਨੂੰ ਅੱਗੇ ਨਹੀਂ ਪਤਾ ਮੁਫਤੀ ਸਾਹਿਬ ਦਾ ਬੜੀ ਤੁਸੀਂ ਇਹ ਗੱਲ ਆਖੀ ਹੈ। ਚਲੋ ਅੱਛਾ ਮੈਂ ਉਹਨਾਂ ਦੇ ਲਫ਼ਜ਼ ਨੂੰ ਜਿਹੜੇ ਗੁਜ਼ਸ਼ਤਾ ਹੋਈ ਮੈਂ ਬਕ ਫੜ ਲਿਆ। ਨਹੀਂ ਬਕ ਤੇ ਉਹਨਾਂ ਤੁਹਾਨੂੰ ਨਹੀਂ ਨਾ ਆਖਿਆ, ਉਹਨਾਂ ਗੱਲ ਤੇ ਕੀਤੀ ਜਰਨਲ। ਮੈਂ ਤੁਸੀਂ ਸੱਚੇ ਦਿਲ ਨਾਲ ਕਹਿ ਰਹੇ ਹੋ, ਜਿਹੜੇ ਸੁਣਨ ਵਾਲੇ ਨੇ ਇਹ ਵੀ ਮੌਜੂਦ ਨੇ। ਤਾਹਿਰ ਸਾਹਿਬ ਤੁਹਾਡੇ ਫਾਇਦੇ ਦੀ ਗੱਲ ਕਰਨ ਲੱਗਾ ਜੇ, ਮੁੱਕਦੀ ਗੱਲ, ਇੱਕ ਥੋੜੀ ਦੇਰ ਮੈਨੂੰ ਸੁਣ ਲਓ। ਅੱਛਾ ਇਹ ਨਾ ਪਿਗਾਮੇ ਸੁਲ੍ਹਾ ਵੇ ਤੇ 15 ਅਪ੍ਰੈਲ 1934 ਦਾ शुमारा है और सफ़ा नंबर 21 है। ते जनाब लिखा वे कि तब आपने नज़ुलुल मसीह में से हज़रत मिर्ज़ा साहब का वो रोया पढ़ा जिसमें हजूर ने लिखा है कि मैंने देखा कि मैं एक जंगल में हूँ और मेरे इर्द गिर्द बहुत से दरिंदे, बंदर और सुअर वगैरह हैं। इससे इस्तेदलाल ये किया कि ये अहमदी जमात के लोग हैं। ਤੁਹਾਨੂੰ ਨਾ ਵੇਖ ਕੇ ਅੱਜ ਮੈਨੂੰ ਯਕੀਨ ਕਰੋ ਮਿਰਜ਼ਾ ਸਾਹਿਬ ਦਾ ਰੋਇਆ ਜਿਹੜਾ ਵੇ ਨਾ ਇਹ ਸੱਚਾ ਸਾਬਤ ਹੋ ਗਿਆ ਹੈ ਕਿ ਵਾਕਈ ਇਹ ਰੋਇਆ ਸੱਚਾ ਹੈ। ਹੋਰ ਅੱਜ ਤੱਕ ਤੇ ਕੋਈ ਰੋਇਆ ਸੱਚਾ ਉਹਨਾਂ ਦਾ ਸਾਬਤ ਹੋਇਆ ਕੋ ਨਹੀਂ। ਤੇ ਤੁਹਾਡੀ ਕਰਤੂਤਾਂ ਵੇਖ ਕੇ ਨਾ ਮੈਨੂੰ ਸਾਬਤ ਹੋ ਗਿਆ ਕਿ ਵਾਕਈ ਇਹ ਮਿਰਜ਼ਾ ਜੀ ਦਾ ਰੋਇਆ ਬਿਲਕੁਲ ਸੱਚ ਹੈ। ਜੀ ਆਮਿਰ ਭਾਈ ਗੱਲ ਕਰ। ਹਾਂ ਜੀ ਆਮਰ ਨਜ਼ੀਰ ਸਾਹਿਬ, ਆਪਣਾ ਜ਼ਫਰ ਅਲੀ ਖਾਨ ਸਾਹਿਬ ਆਏ ਨੇ। ਇੱਕ ਮਿੰਟ, ਇਹ ਜਿਹੜਾ ਹੁਣੇ ਇਹਨਾਂ ਨੇ ਬਿਆਨ ਦਿੱਤਾ ਹੈ ਇਹ ਜਾਂ ਤੇ ਹੋਣ ਨਾ ਕਿ ਕਿਸੇ ਐਸੇ ਬੰਦੇ ਨਾਲ ਗੱਲ ਕਰ ਰਹੇ ਹੋਣ ਜਿਨ੍ਹਾਂ ਨੇ ਉਹਨਾਂ ਦੇ ਮੈਸੇਜ ਨੂੰ ਸਮਝ ਨਾ ਸਕਦਾ ਹੋਵੇ। ਜਿਹੜਾ ਬੰਦਾ ਇਹਨਾਂ ਦੇ ਇਸ ਪੈਗਾਮ ਨੂੰ ਹੀ ਇਹ ਸੋਚ ਇਸ ਤਰ੍ਹਾਂ ਸਮਝਦਾ ਵੀ ਹੈ, ਇਹ ਜਨਾਬ ਇਹ ਮਾਕੂਲ ਕੋਈ ਗੁਫ਼ਤਗੂ ਹੋਣ ਦੇ ਇਮਕਾਨਾਤ ਜ਼ਾਹਿਰ ਕਰਦਾ ਹੈ ਕਿ ਨਹੀਂ? ਮੇਰੇ ਨਜ਼ਦੀਕ ਨਹੀਂ ਕਰਦਾ। ਲਿਹਾਜ਼ਾ ਮੇਰੀ ਕਤਨ ਕੋਈ ਖਾਹਿਸ਼ ਵੀ ਨਹੀਂ ਕਿ ਇਸ ਸਤ੍ਹਾ ਤੇ ਆ ਕੇ ਮੈਂ ਗੁਫ਼ਤਗੂ ਕਰਨਾ, ਇਹ ਆਪਣੇ ਮੌਜਾਂ 'ਚ ਰਹਿਣ। ਮੈਨੂੰ ਤਾਂ ਕਤਨ ਕੋਈ ਸ਼ੌਕ ਨਹੀਂ ਹੈਗਾ, ਮੇਰਾ ਤਾਂ ਇਹ ਮਿਆਰ ਹੀ ਨਹੀਂ ਹੈਗਾ ਗੁਫ਼ਤਗੂ ਕਰਨ ਦਾ। ਮੈਂ ਤਾਂ ਆਪਣੇ ਕਿਸੇ ਨੂੰ ਵੀ ਭਾਈ ਨੂੰ ਵੀ ਨਹੀਂ ਮਸ਼ਵਰਾ ਦਾਂਗਾ ਕਿ ਇਸ ਸਤ੍ਹਾ ਤੇ ਥੱਲੇ ਆ ਕੇ ਦੇਖ ਕੇ ਮਿਆਰ ਤੇ ਤੁਸੀਂ ਕਹਿੰਦੇ ਉਸ ਮਿਆਰ ਤੇ ਉਹਨਾਂ ਨੂੰ ਲੈ ਆਨੇ ਆ, ਉਸ ਮਿਆਰ ਤੇ ਗੱਲ ਇਹ ਮਤਲਬ ਇੱਕ ਬੰਦਾ ਜਿਹੜਾ ਹੈ ਉਹ ਜੋ ਕੁਛ ਹੈ ਉਹਨੂੰ ਤੁਸੀਂ ਇੱਕਦਮ ਤੁਸੀਂ ਕਹੋਗੇ ਤੇ ਉਹ ਆਲਾ ਮਿਆਰ ਤੇ ਆ ਜਾਏਗਾ ਗੁਫ਼ਤਗੂ ਕਰਨ 'ਚ। ਮੌਜੂ ਤੈਅ ਤੁਸੀਂ ਖਤਮੇ ਨਬੂਵਤ ਦਾ ਮੌਜੂ ਤੈਅ ਕਰ ਲਓ, ਤੁਸੀਂ ਜਾਂ ਤਾਂ ਵਫਾਤ ਮਸੀਹ ਦਾ ਮੌਜੂ ਤੈਅ ਕਰ ਲਓ, ਇਮਾਮ ਮਹਦੀ ਦਾ ਮੌਜੂ ਤੈਅ ਕਰ ਲਓ, ਤੁਸੀਂ ਮੌਜੂਜ਼ਾਤ ਦਾ ਮੌਜੂ ਤੈਅ ਕਰ ਲਓ, ਤੁਸੀਂ ਕੋਈ ਮੌਜੂ ਤੈਅ ਕਰ ਲਓ, ਉਸ ਮੌਜੂ ਤੇ ਗੱਲ ਕਰ ਲਓ, ਉਹ ਤੇ ਫਿਰ ਦੋਵਾਂ ਵਾਸਤੇ ਬਰਾਬਰ ਹੀ ਹੋਏਗੀ ਨਾ। ਅਮਨ ਨਜ਼ੀਰ ਸਾਹਿਬ, ਮੈਨੂੰ ਜਦੋਂ ਇਹ ਦਿਲ 'ਚ ਖਾਹਿਸ਼ ਪੈਦਾ ਹੋਈ ਨਾ ਕਿ ਮੈਂ ਮੁਫਤੀ ਮੁਬਸ਼ਰ ਸਾਹਿਬ ਦਾਮਤ ਬਰਕਾਤੂਤ ਕੋਲੋਂ ਫੈਜ਼ ਯਾਬ ਹੋਣਾ ਹੈ ਜਾਂ ਇਸ ਤਰ੍ਹਾਂ, ਤੇ ਮੈਂ ਤੁਹਾਨੂੰ ਇਤਲਾਹ ਦੇ ਦਾਂਗਾ ਤੇ ਫਿਰ ਤੁਸੀਂ ਅਰੇਂਜ ਕਰਾ ਦੇਣਾ। ਮੈਨੂੰ ਕਤਨ 0% ਇਹ ਖਾਹਿਸ਼ ਹੈ ਕਿ ਮੈਂ
ਮੁਫਤੀ ਸਾਹਿਬ ਦੇ ਨਾਲ ਇੰਗੇਜ ਹੋਵਾਂ ਯਾਨੀ ਤੁਸੀਂ ਉਹਨਾਂ ਨਾਲ ਗੱਲ ਕਰਨਾ ਨਹੀਂ ਚਾਹੁੰਦੇ? ਮੈਨੂੰ ਕਤਲ ਕੋਈ ਦਿਲਚਸਪੀ ਨਹੀਂ ਹੈਗੀ ਨਾ। ਚਲੋ ਜੀ, ਕੱਟ ਹੀ ਹੋ ਗਈ ਜੀ, ਮੁਫਤੀ ਸਾਹਿਬ ਤੁਹਾਡੇ ਨਾਲ ਕੱਟ ਹੀ ਹੋ ਗਈ। ਸਈਦ ਜ਼ਫਰੁੱਲਾ ਸ਼ਾਹ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਹੋ? ਕੱਟ ਹੀ ਨਹੀਂ ਹੋਗੀ। ਮਤਲਬ ਮੈਂ ਹੁਣ ਇਸ ਵੇਲੇ ਓਏ 6 ਮਿੰਟ ਰਹਿ ਗਏ ਨੇ 8 ਵਜਣ 'ਚ ਇੱਥੇ, ਮੈਂ ਹੁਣ ਤਿਆਰ ਹੋਵਾਂ ਤੇ ਮੈਂ ਐਵੇਂ ਤਾਂ ਜਾਂਦੇ ਤੋੜ ਜਾਬ ਤੇ ਜਾਂਦੇ ਤੁਸੀਂ ਗੱਲਾਂ ਕਰਨੀਆਂ ਜਾਂਦੇ। ਐਂਬੂਲੈਂਸ ਵਾਲਾ ਨੂੰ ਸੱਦ ਲਓ ਭਾਈ। ਐਂਬੂਲੈਂਸ ਵਾਲਾ ਨਹੀਂ, ਉਹ ਬਾਹਰ ਖਲੋ ਕੇ ਸੁਣਦਾ ਜਿਸ ਵੇਲੇ ਹਾਦਸਾ ਹੁੰਦਾ ਫਿਰ ਅੰਦਰ ਆਉਂਦਾ ਗੱਡੀ ਲੈ ਕੇ। ਮੁਫਤੀ ਸਾਹਿਬ ਤੁਹਾਨੂੰ ਮੈਂ ਬਾਦਬ ਇਹੀ ਕਹਿਣਾ ਕਿ ਪੰਜਾਬੀ ਦੇ ਵਿੱਚ ਮੁਹਾਵਰਾ ਹੈ ਕਿ ਤੋਤਿਆ ਮਨਮੋਤਿਆ ਤੂੰ ਐਸ ਬਾਗ ਨਾ ਆ, ਐਸ ਬਾਗ ਦੇ ਮਾਲੀ ਡਾਢੇ ਲੈਂਦੇ ਲੰਮੇ ਪਾ, ਸ਼ੇਰ ਨੂੰ ਸਵਾ ਸ਼ੇਰ ਮੌਜੂਦ ਹੁੰਦਾ। ਇਸ ਤਰ੍ਹਾਂ ਨਹੀਂ ਹੁਣ ਐਂਬੂਲੈਂਸ ਵੀ ਦਰਵਾਜ਼ੇ ਤੇ ਖਲੋ ਗਈ ਹੈ ਤੁਹਾਡੇ। ਛੋਟੋਂ ਕੋ ਬੜਾ ਬਣ ਕੇ ਉਭਰਨਾ ਨਹੀਂ ਅੱਛਾ, ਇਹ ਏਦਾਂ ਨਹੀਂ ਕਰਨਾ, ਏਦਾਂ ਨਹੀਂ, ਬਿਲਕੁਲ ਮੈਂ ਇੱਥੇ ਹੀ ਰੋਕ ਦੇਣਾ ਨਾ। ਮਿਰਜ਼ਾ ਸਾਹਿਬ ਨੇ ਜਿਹੜਾ ਰੋਇਆ ਵੇਖਿਆ ਸੀ ਕਿ ਜਮਾਤੇ ਅਹਮਦੀਆ ਦੇ ਲੋਕ ਬਾਂਦਰ ਸੂਰ ਨੇ, ਤੇ ਉਹ ਤੁਹਾਡੇ ਤੇ ਕਿਆ ਸੱਚਾ ਨਹੀਂ ਹੁੰਦਾ ਪਿਆ? ਦੱਸ ਦਿਓ ਇਹ ਕਿਤੇ ਤੇ ਸੱਚਾ ਹੁੰਦਾ ਪਿਆ? ਮਿਰਜ਼ਾ ਸਾਹਿਬ ਕਹਿੰਦੇ ਜੇ ਪਏ ਉਹ ਟੁਰ ਹੀ ਗਏ। ਚਲੋ ਐਂਬੂਲੈਂਸ ਲੈ ਗਈ ਹੈ, ਠੀਕ। ਐਂਬੂਲੈਂਸ ਅੰਦਰ ਨਹੀਂ ਆਈ। ਸਾਹਿਬ ਆਏ ਨੇ ਸैयद ज़फ़रुल्लाह शाह साहब, अस्सलाम वालेकुम। जी वालेकुम अस्सलाम व रहमतुल्लाह। क्या हाल है शाह साहब, खैरियत है? दुआएं, अल्लाह का करम, दुआएं। किस मौजू पर गुफ्तगू जारी थी? शाह जी मौजू तो वही पूछना चाह रहे थे कि भाई किसी एक मौजू पे बात कर लो। मौजू भी तुम्हारा ये ना हो कि तुम कहो कि तुमने मौजू दिया है, हमने तो उनके ऊपर छोड़ा कि भाई मौजू खुद तयन करो, और गुफ्तगू का जो मियार होगा वो भी तयन कर लो। वो तुम्हारा मौजू भी तुम्हारा, गुफ्तगू का मियार भी तुम्हारा, शराइत व ज़वाबित भी तुम्हारे, लेकिन वो इस तरफ आती नहीं है। चले उनकी मर्जी नहीं आते तो और कोई साथी है उनके फिक्र का बंदा? वो नहीं, बंदे तो इनके नीचे फिक्र के काफी हैं। ऐसे ही हैं, सारे ही ऐसे ही हैं जी, बस बक 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 के अलावा कुछ भी नहीं। नीचे बंदे तो उनके हैं लेकिन वो बात करने के लिए तैयार नहीं ना होते शाह साहब। चले खैर, उनकी मर्जी, करना चाहे तो वेलकम, नहीं तो आप अपनी तबलीग, अपना जो सोच फिक्र है कुरान और हदीस की रोशनी में वो आप बयान करते रहे, सोते साथ सुनते रहें। किसी का सवाल हो तो उसको एड्रेस कर दें। हाँ जी भाई, कोई साथी अगर सवाल करना चाहते हैं तो ऊपर आए। शाह साहब मौजूद हैं, मुफ्ती साहब मौजूद हैं, कोई सवाल करना है तो आ जाए भाई। अगर जब तक वो नहीं आना चाहते उनकी तरफ से कोई बंदा, वैसे होना तो चाहिए, उनको दिलेरी करनी चाहिए और उनको सामने आके कहना चाहिए भाई हम ये इस मौजू पे आपसे बात करना चाहते हैं। यहाँ पर कोई गालम गलोच तो नहीं हो रही, कोई किसी के साथ जुल्म ज्यादती तो नहीं हो रही, दावत ही आपको दी जा रही है ना। आप सोशल मीडिया पे तबलीग आपको आई हुई है तो तबलीग करें, आके आए सामने। मुर्तज़ा वान भाई वेलकम। नागरा साहब आप कोई बात करना चाहते हैं? जज़ाकल्लाह, बहुत शुक्रिया। जी अस्सलाम वालेकुम भाई अमर, क्या हाल है? ठीक हो? अल्लाह का करम। भाई अमर, अकीदा खत्मे नबूवत दे उत्ते इमाम आजम इमाम अबू हनीफा रहमतुल्लाह अलैह फरमांदे ने कि जो शख्स किसी झूठे मदई नबूवत का दावा करने वाला से दलील तलब करे वो भी दायरा इस्लाम से खारिज है। हाँ, क्योंकि दलील तलब करके उसने अजराए नबूवत के इम्कान का अकीदा रखा और यही कुफर है। अकीदा ख़त्म नबूवत इस्लाम की बुनियादो असास है जिस पर मुकम्मल ईमान रखे बगैर कोई शख्स मुसलमान नहीं हो सकता। कुरान मजीद की 100 के करीब आयात और 200 से ज़्यादा हदीस। यही इन्हां दे नाल डिबेट जिहड़ी करने आ, फिर ਇਹ ਜਿਹੜੀ ਗੱਲ इमाम आजम इमाम अबू हनीफा रहमतुल्लाह अलैह ने फरमाया, ये फिर यही भी जड़ा ना दायरा इस्लाम तो खारिज है। ਤੁਹਾਨੂੰ ਸਵਾਲ ਦਾ ਜਵਾਬ ਠੀਕ ਹੋ ਗਿਆ ਦਿੰਦੇ ਨੇ ਸੈयद ਜ਼ਫਰ ਅਲੀ ਸ਼ਾਹ ਸਾਹਿਬ ਦਿੰਦੇ ਨੇ। ਕਿਉਂ ਡਿਬੇਟ ਕਰਦੇ ਹੋ ਸੈयद ਜ਼ਫਰ ਅਲੀ ਸ਼ਾਹ ਸਾਹਿਬ ਤੁਸੀਂ ਇਹਨਾਂ ਨਾਲ, ਜਦੋਂ ਕਿ ਇਮਾਮ ਅਬੂ ਹਨੀਫਾ ਰਹਿਮਹੁल्लाह ਦਾ ਫਤਵਾ ਹੈ ਜਿਹੜਾ ਉਹਨਾਂ ਪੜ੍ਹ ਕੇ ਸੁਣਾਇਆ ਤੁਹਾਨੂੰ। अब इसके जो है ना दो रुख है। एक थोड़ी मेरी ਉਹਦੇ ਚ पूरी रह गई है कि ਉਹਦੇ ਚ ਉਹ फरमा रहे ने, मैं माजरत सैयद साहब आपको टोक रहा हूँ कि वो कह रहे हैं हुजूर नबी करीम सल्लल्लाहु अलैहि वसल्लम 100 के करीब आयात ने तो 200 के करीब अहादीस ने कि अल्लाह ताला के आखिरी नबी और रसूल हैं। आप सल्लल्लाहु अलैहि वसल्लम के बाद किसी किस्म का कोई नया नबी नहीं। तमाम सहाबा कराम, ताबीन,
अज़ाम, तबा ताबीन, आइमा मुजतहिदीन और 14 सदियों के मुफस्सरीन, मुहद्दिसीन, मुतकल्लमीन, उलमा और सूफिया समेत पूरी उम्मत मुसलमान का इस बात पर इजमा रहा है कि हजूर अकरम सल्लल्लाहु अलैहि वसल्लम की बासत के साथ ही नबूवत और रसालत का दरवाज़ा हमेशा हमेशा के लिए बंद हो गया है। आप सल्लल्लाहु अलैहि वसल्लम के बाद किसी नए नबी के आने की ज़रूरत बाकी नहीं रही। लिहाजा अब अगर कोई शख्स किसी भी मायनों में दावा नबूवत करता है तो वो बिल इत्तेफाक उम्मत काफरो, मुर्तद, कज़्ज़ाबो, दज्जाल और दायरा इस्लाम से खारिज करार पाता है। नागरा साहब ਇਹ ਜਿਹੜਾ ਹਵਾਲਾ ਤੁਸੀਂ ਪੜਿਆ ਵੇ ਇਹਦਾ ਹਵਾਲਾ ਜ਼ਰਾ ਮੈਨੂੰ ਲਿਖਾਇਆ ਜੇ ਕਿੱਥੋਂ ਪੜਿਆ ਜੇ? ਮੁਫਤੀ ਮੁਬਸ਼ਰ ਸਾਹਿਬ, ਮੈਂ ਕੱਲ ਵੀ ਤੁਹਾਡੇ ਨਾਲ ਮੇਰੀ ਗੱਲ ਥੋੜੀ ਜਿਹੀ ਹੋਈ ਸੀ, ਮੈਂ ਤੇ ਅਮਰ ਭਾਈ ਦੇ ਨਾਲ ਹਾਂ, ਲੇਕਿਨ ਇਹ ਕਿਤਾਬ ਲਿਖੀ ਹੈ ਉਹਨਾਂ ਦੀ ਜਿਹੜਾ ਨਾ ਦੂਸਰਾ सबूत हाजिर हैं, जिल्द 3 है, ठीक है। नबूवत के दावेदार से दलील तलब करना कुफर है वाली इबारत जो आपने पढ़ी है कहाँ से पढ़ी है, वो हवाला दे दें। मुहक्कब मोहम्मद मतीन खालिद की कादियानियों की इस्लाम के खिलाफ। एक मिनट की नाम है मतीन खालिद साहब की किताब दा? ਇਹਦਾ ਨਾਂ ਹੈ ਸਬੂਤ ਹਾਜ਼ਰ ਹੈ, ਜਿਲਦ 3 ਦੇ ਵਿੱਚ ਉਹਨਾਂ ਇਹ ਹਵਾਲਾ ਦਿੱਤਾ ਹੋਵੇ। ਮੈਂ 1 ਮਿੰਟ ਕੱਢ ਲਵਾਂ, ਉਹ 1 ਮਿੰਟ ਰੁਕੀਦਾ ਹੁੰਦਾ ਹੈ, ਕੀ ਕਰਦੇ ਹੋ? जिल्द 3 आ गई है। हाँ जी, अलामा जमील अहमद नईमी साहब दी तस्वीर वड्डी करिया जे भाई। आमिर साहब पहले थे ना मुफ्ती मुबशर साहब ਨੂੰ ਸ਼ਾਇਦ ਕੋ ਮੇਰੇ ਬਾਰੇ ਝੁਰੇ ਕੋ ਭੁਲੇਖਾ ਲੱਗ ਗਿਆ। जिल्द 3 आ गई है, सबूत हाजिर है। ਇਹ ਦੱਸਿਆ ਜੇ ਕਿਹੜਾ ਸਫਾ ਹੈ? ਮੇਰੇ ਕੋਲ ਇੱਕ ਕਿਤਾਬ ਨਹੀਂ ਹੈਗੀ, ਸਿਰਫ ਉਹਦਾ ਥੋੜਾ ਜਿਹਾ ਜਿਹੜਾ ਨਾ ਮੈਂ ਨੈਟ ਤੋਂ ਪੜ੍ਹ ਰਿਹਾ ਇਹਦੇ ਬਾਰੇ ਚ। ਹਾਂਜੀ, ਨੈਟ ਤੋਂ ਹੀ ਦੱਸੋ ਜ਼ਰਾ ਸਫਾ। ਲੇਕਿਨ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੁਬਸ਼ਰ ਸਾਹਿਬ। ਪਹਿਲੇ ਹਵਾਲਾ ਦਿਓ, ਅਗਲੀ ਗੱਲਬਾਤ। ਨਾ ਮੈਂ ਆਮਰ ਸਾਹਿਬ ਵੀਡੀਓ ਮੇਰੀ ਥੋੜੀ ਜੀ ਨਾ ਮੇਰੀ ਵੀ ਵੱਡੀ ਕਰਿਓ, ਮੈਂ ਇਹਨਾਂ ਨੂੰ ਪੜ੍ਹਾ ਦਿੰਨਾ ਵਾ, ਠੀਕ ਹੈ। ਨਹੀਂ ਮੇਰੇ ਕੋਲ ਲਾਇਬ੍ਰੇਰੀ 'ਚ ਬੈਠਾ ਮੈਂ ਕਿਤਾਬਾਂ ਆਇਆ ਨੇ, ਤੁਸੀਂ ਦੱਸੋ ਹਵਾਲਾ ਮੈਂ ਆਪ ਹੀ ਕਰ ਲਾਂ। ਮੁਬਸ਼ਰ ਸਾਹਿਬ ਮੈਂ ਗੱਲ ਆਪਣੇ ਅਕੀਦੇ ਦੀ ਕੀਤੀ ਹੈ ਕਿ ਉਹ ਠੀਕ ਹੋ ਗਿਆ ਤੁਹਾਡਾ ਅਕੀਦਾ, ਹਵਾਲਾ ਤੇ ਦੇ ਦਿਓ। ਮੈਂ ਤੁਹਾਨੂੰ ਆਮਰ ਸਾਹਿਬ ਥੋੜੀ ਜੀ ਨਾ ਮੈਂ ਕੈਮਰਾ ਆਨ ਕਰਨ ਲੱਗਾ, ਮੇਰੀ ਨਾ ਥੋੜੀ ਜੀ ਨਾ ਵੱਡੀ ਕਰਿਓ ਮੇਰੀ ਸਾਈਡ ਤੋਂ, ਮੈਂ ਇਹਨਾਂ ਨੂੰ ਦਿਖਾ ਤੁਸੀਂ ਦਿੰਦਾ। ਹਵਾਲਾ ਦਿਓ, ਮੈਂ ਓਰੀਜਨਲ ਕਿਤਾਬ ਬਹਾਣੀ ਹੈ, ਇੰਜ ਨਹੀਂ, ਓਰੀਜਨਲ ਕਿਤਾਬ। ਤੁਹਾਡੀ ਗੱਲ ਤੇ ਯਕੀਨ ਸਾਨੂੰ ਨਹੀਂ ਹੈ। ਹਵਾਲਾ ਫਿਤਨਾ ਕਾਦੀਆਨੀਅਤ ਦੇ ਖਿਲਾਫ ਜਿਹੜਾ ਇਹਦੇ ਵਿੱਚ ਸਬੂਤ ਹਾਜ਼ਰ ਹੈ, ਜਿਲਦ 3 ਦੇ ਵਿੱਚੋਂ ਉਹਦੇ ਚੋਂ ਲਿਖੀ ਹੈ ਤਹਿਰੀਰ ਮੁਹੰਮਦ ਅਹਿਮਦ ਤਰਾਜ਼ੀ। ਹਾਂਜੀ, ਸਫਾ ਦੱਸਿਆ ਜੇ, ਸਫਾ ਦੱਸਿਓ। ਉਹ ਬਈ ਇਹਦੇ ਚ ਸਫਾ ਨਹੀਂ, ਨੈਟ ਤੋਂ ਪੜਨ ਦਿਆਂ, ਤੂੰ ਅੱਗੇ ਕਿਤਾਬ ਰੱਖੀ ਹੈ। ਦੇਖੋ ਅਬੇ ਲੋਨ ਤੂਤ ਕਾਰਡ ਤੇ ਆ ਗਏ ਹੋ ਨਾ, ਬਸ ਠੀਕ ਹੋ ਯਾਰ ਮੁਬਸ਼ਰ ਸਾਹਿਬ ਤੁਹਾਡੀ ਮੇਰੀ ਜਿਹੜੀ ਹੈ ਨਾ ਨਹੀਂ ਬਣਦੀ ਪਈ। ਉਹ ਠੀਕ ਹੋ ਗਿਆ, ਤੁਸੀਂ ਮੈਨੂੰ ਇਹਦਾ ਹਵਾਲਾ ਤੇ ਤੁਸੀਂ ਗੱਪ ਕਿਉਂ ਮਾਰੀ ਹੈ? ਤੁਸੀਂ ਗੱਪਾਂ ਕਿਉਂ ਮਾਰਦੇ ਹੋ? ਮੈਨੂੰ ਤੁਹਾਡਾ ਲੈ ਮੈਂ ਤੁਹਾਨੂੰ ਦਿਖਾ, ਮੈਂ 1 ਮਿੰਟ ਤੁਹਾਨੂੰ ਦਿਖਾਣ, ਮੈਂ ਤੁਹਾਨੂੰ ਦਿਖਾਣ ਲੱਗਾ ਤਾਂ ਕਦੇ ਨਹੀਂ ਤੁਸੀਂ ਕੋਈ ਕੰਮ ਕੀਤਾ। ਮੈਂ ਤੁਹਾਨੂੰ ਦਿਖਾਣ ਲੱਗਾ 1 ਸੈਕਿੰਡ ਦੇਖੋ, ਮੇਰੇ ਕੋਲ ਕਿਤਾਬ ਮੌਜੂਦ ਹੈ, ਤੁਸੀਂ ਮੈਨੂੰ ਦੱਸੋ ਹਵਾਲਾ ਮੈਂ ਕੱਢ ਲੈਣਾ। ਮੈਂ ਦਿਖਾਣ ਲੱਗਾ ਤੁਹਾਨੂੰ, ਮੈਂ ਦਿਖਾਣ ਲੱਗਾ ਤੁਹਾਨੂੰ, ਮੈਂ ਦਿਖਾਣ ਲੱਗਾ। ਦਿਖਾਓ, ਮੇਰੇ ਕੋਲ ਕਿਤਾਬ ਮੌਜੂਦ ਹੈ, ਮੈਨੂੰ ਬਹਾਓ ਨਾ, ਕਿਤਾਬ ਮੇਰੇ ਕੋਲ ਮੌਜੂਦ ਹੈ। ਸਬਰ, ਸਿਰਫ 1 ਸੈਕਿੰਡ ਸਬਰ ਬਸ। ਇਹ ਪੜਿਓ ਆਮਰ ਸਾਹਿਬ, ਇਹਨੂੰ ਜ਼ਰਾ ਵੱਡਿਆਂ ਕਰੇ। ਆਪੇ ਹੀ ਤੁਸੀਂ ਬਣਾ ਬਣੂ ਕੇ ਕੋਈ ਪਤਾ ਨਹੀਂ ਕੀ ਕਰਦੇ ਹੋ ਪਏ, ਮੇਰੇ ਕੋਲ ਕਿਤਾਬ ਮੌਜੂਦ ਹੈ। ਇਹਦੇ ਚ ਦੇਖੋ, ਮੈਂ ਕੋਈ ਗਲਤ ਗੱਲ ਨਹੀਂ ਕਹੀ। ਤੁਹਾਡੀ ਆਪਣੀ ਬਣਾਈ ਹੋਈ ਹੈ, ਇਹ ਤੁਹਾਡੀ ਆਪਣੀ ਬਣਾਈ ਹੋਈ ਹੈ। ਸਾਨੂੰ ਕਿਤਾਬ ਦੱਸੋ, ਹਵਾਲਾ ਦਿਓ, ਅਸੀਂ ਕੱਢ ਲੈਨੇ, ਆਪੇ ਕੱਢ ਲੈਨੇ। ਇਹ ਦੇਖੋ ਸਬੂਤ ਆ ਰਿਹਾ सिलसिले की तीसरी और ताज़ा तरीफा इस किताब की। ਇਹ ਤੁਸੀਂ ਲਿਖਿਆ अलामा जमील हैं? ਹਾਂਜੀ, ਤੁਸੀਂ ਲਿਖਿਆ, ਸਾਨੂੰ ਕਿਤਾਬ ਦਾ ਹਵਾਲਾ ਦੇ ਦਿਓ, ਅਸੀਂ ਆਪੇ ਕੱਢ ਲਾਂਗੇ। ਯਾਰ ਪਹਿਲੀ ਚੀਜ਼ ਤੇ ਇਹ ਵੇ ਕਿ ਮੈਨੂੰ ਇਹ ਗੱਲ ਦੱਸੋ ਮੁਫਤੀ ਸਾਹਿਬ ਕਿ ਮੇਰਾ ਸਵਾਲ ਹੀ ਕਿ ਇਹਨਾਂ ਦੇ ਖਿਲਾਫ ਇਹਨਾਂ ਦੇ ਨਾਲ ਡਿਬੇਟ ਕਰਨਾ ਵੀ ਇਹਦੇ ਵਿੱਚ ਆ ਦੇਖੋ, ਮੈਂ ਜੋ ਪੜ੍ਹ ਰਿਹਾ इमाम आजम अबू हनीफा रहमतुल्लाह फरमाते हैं कि जो शख्स किसी झूठे मदई नबूवत का दावा करने वाले से दलील तलब करे वो भी दायरा इस्लाम से खारिज है। अमर साहब आप पढ़े हो जरा,
क्योंकि दलील तलब करके उसने अजराए नबूवत के इम्कान का ਇਹ ਜਿਹੜਾ ਤੁਸੀਂ ਮੇਰੇ ਤੇ ਫਤਵਾ ਸਾਦਰ ਕਰ ਦਿੰਦੇ ਉਹਨਾਂ ਕੋ ਪਤਾ ਨਹੀਂ ਉਰੇ ਬੰਦਾ ਉਂਜੀ ਉਰੇ ਕਾਫਰ ਹੈ ਕੱਲ ਵੀ ਮੈਂ ਤੁਹਾਨੂੰ ਕਿਹਾ ਸੀ ਫਤਵਾ ਕੋਈ ਨਹੀਂ ਹੈ ਤੁਸੀਂ ਜੋ ਪੜ੍ਹਦੇ ਪਏ ਹੋ ਲਿਖਿਆ ਹੈ ਹੋ ਸਕਦਾ ਉਹਨਾਂ ਨੇ ਗਲਤ ਕੋਡ ਦਿੱਤੇ ਹੋਵੇ ਕਿਸੇ ਬੰਦੇ ਨੇ ਤੇ ਫਿਰ ਸਿੱਧੀ ਗੱਲ ਕਰਨ ਨੇ ਕਿ ਬੰਦੇ ਨੇ ਗਲਤ ਕੋਡ ਕੀਤਾ ਉਹਨਾਂ ਕਿਤਾਬ ਵੀ ਨਾਲ ਲਿਖੀ ਹੈ ਕਿ ਇਹ ਕਿਤਾਬ ਹੈ ਸਬੂਤ ਹੈ ਦੇਣਾ ਜਿਲਦ 3 ਔਰ ਬੰਦਾ ਕੋਈ ਕਾਦੀਆਨੀ ਨੇ ਜਿਹਨੇ ਲਿਖੀ ਹੈ ਸਫਾ ਕੀ ਹੈ ਠੀਕ ਹੋ ਫਿਰ ਗਿਆ ਇਹ ਚੀਜ਼ ਹੈ ਕਿ ਬੰਦਾ ਕੋਈ ਕਾਦੀਆਨੀ ਨਹੀਂ ਕਿ ਜਿਹਨੇ ਕਿਤਾਬ ਲਿਖੀ ਹੈ ਜਿਹਦੇ ਤੂੰ ਹੀ ਪਤਾ ਨਹੀਂ ਆਪਣੇ ਕੋ ਝੂਠਾ ਹੀ ਲੈਣ ਦਾ ਨਾ ਮੈਂ ਕਾਦੀਆਨੀ ਆ ਮੈਂ ਤੁਹਾਨੂੰ ਕੱਲ ਵੀ ਇਹ ਗੱਲ ਸਮਝਾਈ ਸੀ ਇੱਕ ਮਿੰਟ ਖਾਮੋਸ਼ ਹੋ ਜਾਓ ਨਾਗਰਾ ਸਾਹਿਬ ਇੱਕ ਮਿੰਟ ਹੌਸਲਾ ਕਰੋ ਬਸ ਠੀਕ ਹੈ ਹੌਸਲਾ ਕਰ ਲਓ ਕਿਤਾਬ ਨਹੀਂ ਮੁਫਤੀ ਸਾਹਿਬ ਦੇ ਹੱਥ 'ਚ ਕਿਤਾਬ ਹੈ ਤੁਸੀਂ ਨੈਟ ਤੋਂ ਪੜਨ ਲੱਗੇ ਹੋ ਨੈਟ ਤੇ ਤਹਿਰੀਰ ਹੈ ਉਸ ਬੰਦੇ ਦੀ ਜਿਹਦਾ ਨਾਮ ਹੈ ਮੁਹੰਮਦ ਅਹਿਮਦ ਜਾਂ ਜੋ ਵੀ ਉਹਦਾ ਨਾਮ ਲਿਖਿਆ ਉਹਨੇ ਇੱਕ ਤਹਿਰੀਰ ਲਿਖੀ ਹੈ ਹੋ ਸਕਦਾ ਤਹਿਰੀਰ ਉਸ ਕਿਤਾਬ ਚੋਂ ਹੀ ਹੈ ਵੈਸੇ ਤੁਸੀਂ ਖਾਮੋਸ਼ ਹੋ ਜਾਓ ਨਹੀਂ ਭਾਈ ਇੰਜ ਨਹੀਂ ਗੱਲ ਹੁੰਦੀ ਨਾਗਰਾ ਸਾਹਿਬ ਤੁਸੀਂ ਨਾ ਤੁਸੀਂ ਜਜ਼ਬਾਤ 'ਚ ਆ ਜਾਂਦੇ ਹੋ ਤੁਸੀਂ ਸਮਝਦੇ ਹੋ ਸਾਨੂੰ ਇਹ ਕਾਫਰ ਬਣਾਉਂਦਾ ਹੈ ਪਿਆ ਜਾਂ ਕੁਝ ਕਰਦਾ ਹੈ ਪਿਆ ਤੁਹਾਡੀ ਆਪਣੀ ਸੋਚ ਫਿਕਰ ਹੈ ਗੱਲ ਹੈ ਕਿ ਜਿਹੜੀ ਵੀ ਗੱਲ ਹੁੰਦੀ ਹੈ ਅਸੂਲਾਂ ਦੇ ਉੱਤੇ ਹੁੰਦੀ ਹੈ ਗੱਲ ਦਲੀਲ ਦੇ ਨਾਲ ਹੁੰਦੀ ਹੈ ਦਲੀਲ ਪੂਰੀ ਦੇਈਦੀ ਜਾਂ ਛੱਡੀ ਦੀ ਨਹੀਂ ਹੁੰਦੀ ਇਹਨੂੰ ਇੰਜ ਲੋਕੀ ਕਹਿੰਦੇ ਨੇ ਕਿ ਇਹ ਬੰਦਾ ਕੋਈ ਫੜੀਆਂ ਪੜਾਈਆਂ ਇੰਜ ਛੱਡਦਾ ਹੈ ਪਿਆ ਉਹ ਭਾਈ ਸਾਡੇ ਕੋਲ ਕਿਤਾਬਾਂ ਮੌਜੂਦ ਨੇ ਤੁਸੀਂ ਹਵਾਲਾ ਦਿਓ ਅਸੀਂ ਆਪੇ ਕਰ ਲਾਂਗੇ ਅਸੀਂ ਵੇਖ ਲਾਂਗੇ ਅਸੀਂ ਹੁਕਮ ਤੇ ਛੋਟਾ ਜਿਹਾ ਇਹਦੇ ਵਿੱਚੋਂ ਹੁਕਮ ਤੇ ਤੁਹਾਨੂੰ ਬਾਅਦ ਦੱਸਾਂਗੇ ਨਾ ਉਹ ਹੈ ਵੇ ਕੀ ਉਹਦਾ ਅੱਛਾ ਇੱਕ ਮਿੰਟ ਨਾਗਰਾ ਸਾਹਿਬ ਮੇਰੀ ਗੱਲ ਸੁਣੋ ਮੇਰਾ ਵੀਰ ਸਵਾਲ ਕੀਤਾ ਅਗਰ ਜੋ ਲਿਖਿਆ ਨਾਗਰਾ ਸਾਹਿਬ ਇੱਕ ਮਿੰਟ ਮੇਰਾ ਵੀਰ ਗੱਲ ਸੁਣ ਲਓ ਗੱਲ ਪਤਾ ਕੀ ਤੁਹਾਨੂੰ ਪਤਾ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਜ਼ਰਾ ਸਮਝ ਲਓ ਤੁਹਾਨੂੰ ਸਿਰਫ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹਵਾਲਾ ਵੀ ਕਿਤੇ ਪੇਸ਼ ਕਰਦੇ ਹੋ ਨਾ ਪਹਿਲੇ ਉਹਦੇ ਤੇ ਆਪ ਤਹਿਕੀਕ ਕਰਿਆ ਕਰੋ ਮੇਰਾ ਵੀਰ ਕਿ ਇਹ ਜਿਹੜੀ ਗੱਲ ਹੈ ਕਿਤੇ ਲਿਖੀ ਹੋਈ ਹੈ ਇਹ ਵਾਕਈ ਅਥੈਂਟਿਕ ਰੈਫਰੈਂਸ ਹੈ ਇਹ ਗੱਲ ਜਿਹੜੀ ਹੈ ਪੇਸ਼ ਕਰਨ ਦੇ ਕਾਬਿਲ ਹੈ ਤੁਸੀਂ ਕਿਤੇ ਪੇਸ਼ ਕਰ ਸਕਦੇ ਆ ਤੁਸੀਂ ਇਹ ਗੱਲ ਜਾ ਕੇ ਕਿਸੇ ਕਾਦੀਆਨੀ ਦੇ ਸਾਹਮਣੇ ਪੇਸ਼ ਕਰ ਦਿਓ कोई बात नहीं बस ठीक है मुफ्ती साहब मैं अर्ज करना मेहरबानी जी अर्ज करना ਇਹਦੇ ਕਈ ਤਰ੍ਹਾਂ ਦੇ ਜਵਾਬਾਤ ਨੇ ਬਹਰਹਾਲ ਇਹ ਗੱਲ ਤੇ ਹੈ ਵੇ ਇਹ ਇਮਾਮ ਆਜ਼ਮ ਅਬੂ ਹਨੀਫਾ ਦਾ ਫਤਵਾ ਹੈ ਠੀਕ ਹੈ ਮਾਈਕ ਜ਼ਰਾ ਨਾਗਰਾ ਸਾਹਿਬ ਮਿਊਟ ਕਰੋ ਜ਼ਰਾ जी मेरा कोई शोर नहीं मेरी तरफ तो हाँ जी अच्छा गुजारिश है कि अगरचे इमाम आज़म अबू हनीफा रहमतुल्लाह तआला अलैह दा फतवा वे और बिल्कुल अच्छा उन्होंने फतवा की सी कि नबूवत दा झूठा दावेदार ओदे कोलों ਉਹ ਜਿੱਥੇ ਇਬਾਰਤ ਲਿਖੀ ਹੈ ਨਾ ਅਗਰ ਤੁਸੀਂ ਆਲਿਮ ਹੁੰਦੇ ਤੇ ਤੁਹਾਨੂੰ ਆਪੇ ਪਤਾ ਹੋਣਾ ਸੀ ਤੁਹਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਤੇ ਤੁਹਾਨੂੰ ਕੀ ਹੁਣ ਸਮਝਾਈਏ ਉਹ ਐਵੇਂ ਕਿ ਨਬੂਵਤ ਦੇ ਝੂਠੇ ਦਾਅਵੇਦਾਰ ਦੇ ਕੋਲੋਂ ਉਹਦੀ ਨਬੂਵਤ ਦੀ ਦਲੀਲ ਮੰਗਣਾ ਤੇ ਉਹ ਕੈਸਾ ਵੇ ਉਹਦੇ ਫਿਰ ਜਵਾਬ ਦੇ ਵਿੱਚ ਫਰਮਾਇਆ ਕਿ ਇਹ ਕੁਫਰ ਲੇਕਿਨ ਉਹਦੀ ਸ਼ਰ੍ਹਾ ਦੇ ਵਿੱਚ ਉਲਮਾ ਇਕਰਾਮ ਨੇ ਲਿਖਿਆ ਵੇ ਕਿ ਇਹ ਉਹ ਵੇ ਕਿ ਜੇ ਉਹਨੂੰ ਸੱਚਾ ਮੰਨ ਕੇ ਔਰ ਦਲੀਲ ਮੰਗੇ ਕਿ ਭਾਈ ਅਗਰ ਉਹ ਦਲੀਲ ਦਵੇਗਾ ਤੇ ਮੈਂ ਇਹਦੇ ਤੇ ਈਮਾਨ ਲੈ ਆਵਾਂਗਾ ਜਿਵੇਂ ਉਹ ਕੀ ਉਹਦਾ ਨਾਂ ਸੀ ਹਸਨੈਨ ਜਿਹੜਾ ਛੁਪਿਆ ਹੋਇਆ ਕਾਦੀਆਨੀ ਹੈ ਤੇ ਕੁਰਾਨੀਸਟ ਹੈ ਤੇ ਉਹਦੇ ਨਾਲ ਗੱਲ ਹੋਈ ਸੀ ਤੇ ਉਹ ਇਹੋ ਹੀ ਕਹਿ ਰਿਹਾ ਸੀ ਕਿ ਦੇਖੋ ਕਾਦੀਆਨੀਆਂ ਕੋਲ ਅਸੀਂ ਕੁਰਾਨ ਦੀ ਦਲੀਲ ਮੰਗਾਂਗੇ ਕਿ ਮਿਰਜ਼ੇ ਕਾਦੀਆਨੀ ਦੀ ਨਬੂਵਤ ਦੀ ਦਲੀਲ ਦਿਓ ਤੇ ਅਗਰ ਉਹ ਦਲੀਲ ਦੇ ਦੇ ਤੇ ਮੈਂ ਉਹਦੇ ਤੇ ਈਮਾਨ ਲੈ ਆਵਾਂਗਾ ਮੈਂ ਉਦੋਂ ਹੁਕਮੇ ਕੁਫਰ ਜਿਹੜਾ ਲਾਇਆ ਸੀ ਨਾ ਮੈਂ ਕਿਹਾ ਸੀ ਤੂੰ ਕਾਫਰ ਹੋ ਗਿਆ ਤੂੰ ਕਲਮਾ ਪੜ ਉਹ ਐ ਸੀ ਕਿ ਭਾਈ ਇਹ ਇਮਾਮ ਆਜ਼ਮ ਅਬੂ ਹਨੀਫਾ ਦਾ ਫਤਵਾ ਸੀ ਲੇਕਿਨ ਇਹਦੀ ਤਸਵੀਰ ਦਾ ਦੂਸਰਾ ਰੁਖ ਹੈ ਵੇ ਕਿ ਅਗਰ ਉਹਨੂੰ ਜ਼ਲੀਲ ਕਰਨ ਵਾਸਤੇ ਦਲੀਲ ਤਲਬ ਕਰੇ ਇਹਦੇ 'ਚ ਕੋਈ ਹਰਜ ਨਹੀਂ ਹੈ ਇਹਦਾ ਹਵਾਲਾ ਸਾਡੇ ਮਸਲਕ ਦੇ ਇਮਾਮ ਅਹਮਦ ਰਜ਼ਾ ਖਾਨ ਫਾਜ਼ਲੇ ਬਰੇਲਵੀ ਰਹਿਮਤੁल्लाह अलैह ਆਪਣੇ ਮਲਫੂਜ਼ਾਤ ਦੇ ਵਿੱਚ ਲਿਖਦੇ ਨੇ और हिस्सा अव्वल है सफ़ा 134 है और मकतबातुल मदीना दावत इस्लामी कराची मतबूआ और अर्ज और ऊपर हेडिंग लिखी हुई है नबूवत का झूठा दावा करने वाले से मौजदा तलब करना कैसा अर्ज झूठे मुद्दई नबूवत यानी नबूवत का झूठा दावा करने वाले से मौजदा तलब किया जा सकता है आगे सवालिया निशान इरशाद अगर मुद्दई नबूवत से इस ख्याल से कि इसका इज्ज़ जाहिर हो मौजज़ा तलब करे तो हरज नहीं
और अगर तहकीक के लिए मौजदा तलब किया कि ये मौजदा भी दिखा सकता है या नहीं तो फौरन काफिर हो गया। ए तस्वीर दे दोवें रुख मैं तुहानू दस छड़े ने। हुण इहदे ते कोई है जे मसला ते दस दिओ। ਨਹੀਂ ਭਾਈ ਮੁਬਸ਼ਰ ਸਾਹਿਬ, ਮੇਰਾ ਇਹਦੇ 'ਚ ਕੋਈ ਮਸਲਾ ਨਹੀਂ। ਜ਼ਾਹਰ ਹੈ ਮੈਂ ਤੇ ਕਾਦੀਆਂ ਨੇ ਉੱਤੇ ਰਿਸਰਚ ਕਰਨ ਦਿਆ ਹਾਂ। ਜ਼ਾਹਰ ਸਾਡੇ ਕੋਲ ਹੁਣ ਇੱਥੇ ਕਿਤਾਬਾਂ ਤਾਂ ਨਹੀਂ ਹੈਗੀਆਂ, ਤੁਸੀਂ ਤਾਂ ਮਾਸ਼ਾਅੱਲਾ ਉੱਥੇ ਬੈਠੇ ਹੋ, ਤੁਹਾਡੇ ਕੋਲ ਸਾਰੀਆਂ ਕਿਤਾਬਾਂ ਨੇ। ਮੈਂ ਇਹਦੇ ਵਿੱਚੋਂ ਪੜ੍ਹਿਆ, ਉਹ ਮੈਂ ਭਾਈ ਆਮਰ ਦੇ ਉੱਤੇ ਛੋਟਾ ਜਿਹਾ ਸਵਾਲ ਕਰ ਦਿੱਤਾ ਕਿ ਕਿਆ ਇਹਨੇ ਬਦਦੀਨਾਂ ਦੇ ਨਾਲ ਅਸੀਂ ਜਿਹੜਾ ਕੋਈ ਡਿਬੇਟ ਕਰਨੇ ਜਾਂ ਕੋਈ ਸਵਾਲ ਜਵਾਬ ਤੇ ਇਮਾਮ ਆਜ਼ਮ ਇਮਾਮ ਅਬੂ ਹਨੀਫਾ ਰਹਿਮਤੁल्लाह अलैह ਦਾ ਇਹ ਫਤਵਾ ਵੇ, ਕਿਆ ਇਹ ਦਰੁਸਤ ਹੈ? ਮੈਂ ਕੋਈ ਗਲਤ ਗੱਲ ਨਹੀਂ ਕਹਦੀ, ਤੁਹਾਡੀ ਤਬੀਅਤ ਥੋੜੀ ਜਿਹੀ ਕਾਲੀ ਔਰ ਸਖਤ। ਔਰ ਮੈਨੂੰ ਜਿਹੜਾ ਨਾ, ਮੈਂ ਅਕਸਰ ਤੁਹਾਡੀ ਬਰਾੜ ਦੇ ਉੱਤੇ ਜਾਵਾਂ ਨਾ, ਮੈਂ ਚੀਜ਼ ਦੇਖਣਾ ਤੁਹਾਡੇ ਨਾਲ ਕੋਈ ਬੰਦਾ ਸਲਾਮ ਲਏ ਹਾਲ ਵਾਲ ਪੁੱਛੇ ਤੇ ਤੁਹਾਨੂੰ ਨਾਗਵਾਰ ਗੁਜ਼ਰਦਾ। ਲੇਕਿਨ ਮੈਨੂੰ ਨਾ ਬੜਾ ਅਜੀਬ ਜਿਹਾ ਲੱਗਦਾ ਕਿ ਅਗਰ ਇੱਕ ਬੰਦਾ ਆ ਕੇ ਤੁਹਾਡੇ ਨਾਲ ਸਲਾਮ ਲੈਂਦੇ ਆ ਅਸਲਾਮ ਅਲੈਕਮ ਤੇ ਇਹ ਤੇ ਸਭ ਤੋਂ ਪਹਿਲੇ ਫਰਜ਼ ਹੈ, ਉਹ ਤੁਸੀਂ ਉਹਨੂੰ ਫੌਰਨ ਕਹੋਗੇ ਹਾਂ ਅਗਲੀ ਗੱਲ ਕਰ ਅਗਲੀ ਗੱਲ ਕਰ। ਔਰ ਨਾ ਮੈਂ ਅਕਸਰ ਬਹੁਤ ਜ਼ਿਆਦਾ ਇਹ ਨੋਟ ਕੀਤਾ ਕਿ ਤੁਹਾਨੂੰ ਨਾ ਸਲਾਮ ਲੈਣਾ ਵੀ ਅਗਲੇ ਬੰਦੇ ਦਾ ਨਾਗਵਾਰ ਗੁਜ਼ਰਦਾ। ਉਹ ਮੇਰੀ ਤਬੀਅਤ ਜਿਹੜੀ ਹੈ ਨਾ ਬਸ ਠੀਕ ਹੈ, ਮਾਜ਼ਰਤ, ਉਹ 1000 ਵਾਰੀ ਤੁਹਾਡੇ ਕੋਲ ਮਾਜ਼ਰਤ, ਅਗਰ ਮੇਰੇ ਕੋਲ ਕੋਈ ਤੁਹਾਡੇ ਕੋਈ ਗੁਸਤਾਖੀ ਹੋਈ ਹੋਏ ਤਾਂ ਮਾਜ਼ਰਤ। और दूसरी बात है वे कि ਇਹੋ ਹੀ ਚੀਜ਼ फतावा हिंदिया जिल्द 2 ਤੇ ਸਫਾ 263 ਦੇ ਉੱਤੇ ਵੀ ਇਹ ਫਤਵਾ ਲਿਖਿਆ ਹੋਇਆ ਹੈ। ਆਲਾ ਹਜ਼ਰਤ ਫਾਜ਼ਲੇ ਬਰੇਲਵੀ ਨੇ ਜਿਹੜੀ ਗੱਲ ਕੀਤੀ ਹੈ। ਜੀ ਮੈਂ ਇਹਨਾਂ ਦੇ ਉੱਤੇ ਰਿਸਰਚ ਕਰਨ ਦਿਆ ਹਾਂ, ਮੈਂ ਗੂਗਲ ਤੋਂ ਪੜ੍ਹਨ ਦਿਆ ਇਹਨਾਂ ਦੇ ਬਾਰੇ 'ਚ, ਇਹਨਾਂ ਦੇ ਜੋ ਵੀ ਇਹਨਾਂ ਕੁਫਰੀਆਤ ਕੀਤੇ ਨੇ ਮਿਰਜ਼ੇ ਨੇ ਜਾਂ ਸਾਰਿਆਂ ਨੇ। ਬਾਤ ਹੈ ਕਿ ਤੁਹਾਡਾ ਮੈਂ ਮੌਜੂ ਕਲੋਜ਼ ਕਰਾਂ, ਅਸੀਂ ਕਾਦੀਆਨੀਆਂ ਕੋਲੋਂ ਕਦੀ ਵੀ ਇਹਨਾਂ ਦੇ ਮਿਰਜ਼ੇ ਕਾਦੀਆਨੀ ਦੀ ਨਬੂਵਤ ਦੀ ਦਲੀਲ ਕਦੀ ਨਹੀਂ ਤਲਬ ਕੀਤੀ। ਅਸੀਂ ਤਾਂ ਡਿਬੇਟ ਕਰਨੇ ਆ, ਅਸੀਂ ਤੇ ਇਹਨਾਂ ਦੇ ਦਲਾਇਲ ਦਾ ਰੱਦ ਕਰਨੇ ਆ। ਇਹ ਤੇ ਇੱਕ ਦਿਫਾਈ ਜੰਗ ਹੋ ਰਹੀ ਹੈ ਔਰ ਦਿਫਾਈ ਲੜਾਈ ਹੈ, ਸਮਝ ਆਈ? ਤੇ ਕੌਣ ਦਲੀਲਾਂ ਤਲਬ ਕਰਦਾ ਪਿਆ ਯਾਰ? ਇਹਦੇ 'ਚ ਕੋਈ ਸ਼ੱਕ ਨਹੀਂ। ਆ ਭਾਈ ਆਮਰ ਸਾਹਿਬ ਨੇ, ਜਿਸ ਦਿਨ ਭਾਈ ਆਮਰ ਸਾਹਿਬ ਮੈਂ ਤੁਹਾਡੇ ਪਹਿਲੀ ਬਰਾੜ ਤੇ ਅੱਜ ਤੋਂ 1 ਮਹੀਨਾ ਪਹਿਲੇ ਆਇਆ ਹਾਂ, ਮੈਂ ਤੁਹਾਨੂੰ ਇੱਕ ਚੀਜ਼ ਅਰਜ਼ ਕੀਤੀ ਕਿ ਵਾਹਦ ਉਸ ਦਿਨ ਮੈਂ ਹਜੇ ਹੋਰ ਨਹੀਂ ਕਿਸੇ ਬੰਦੇ ਨੂੰ ਦੇਖਿਆ, ਮੈਂ ਇੱਥੇ ਤੁਹਾਨੂੰ ਦੇਖਿਆ ਕਿ ਤੁਸੀਂ ਜਿਹੜਾ ਨਾ ਦਫਾ ਕਰਦੇ ਪਏ ਹੋ ਔਰ ਉਹ ਕਿਉਂ ਵਰਗਲਾਉਂਦੇ ਨੇ ਔਰ ਬਹੁਤ ਅੱਛਾ ਕੰਮ ਤੁਸੀਂ ਕਰਦੇ ਪਏ ਹੋ। ਬਾਅਦ ਮੈਂ ਤੁਹਾਨੂੰ ਵੀ ਦੇਖਿਆ, ਹੋਰ ਵੀ ਚੰਦ ਸਾਥੀ ਨੇ ਦੇਖਿਆ, ਉਹ ਦਿਲ ਖੁਸ਼ ਹੁੰਦਾ ਕਿ ਅਗਰ ਉਹ ਸਾਡੇ ਭਰਾਵਾਂ ਨੂੰ ਕੁਝ ਵਰਗਲਾ ਰਹੇ ਨੇ। ਔਰ ਮੈਂ ਅਕਸਰ ਭਾਈ ਆਮਰ ਸਾਹਿਬ ਤੁਹਾਡੀ ਬਰਾੜ ਤੇ ਆ ਕੇ ਅਕਸਰ ਕਹਿਣਾ ਕਿ ਜਿਹੜੇ ਸਾਡੇ ਬੰਦਿਆਂ ਇਲਮ ਨਹੀਂ, ਠੀਕ ਹੈ, ਉਹ ਕਿਉਂ ਉਹਨਾਂ ਦੀ ਬਰਾੜ ਦੇ ਉੱਤੇ ਜਾਂਦੇ ਨੇ ਔਰ ਉਹਨਾਂ ਦੇ ਨਾਲ ਡਿਬੇਟ ਕਰਨੀ ਸ਼ੁਰੂ ਕਰਦੇ ਨੇ ਜਦੋਂ ਸਾਡੇ ਕੋਲ ਨੌਲੇਜ ਹੀ ਨਹੀਂ ਹੈਗਾ। ਮੈਂ ਪਰਸੋਂ ਤੁਹਾਡੀ ਬਰਾੜ ਤੇ ਹੱਤਾ ਕਿ ਅਕਸਰ ਤੁਸੀਂ ਖੁਦ ਤੁਹਾਡੀ ਬਰਾੜ ਤੇ ਬੰਦਾ ਆਏ ਨਾ ਤੁਸੀਂ ਖੁਦ ਲੈਂਦੇ ਹੋ। ਤੁਸੀਂ ਮੈਨੂੰ ਪੁੱਛਿਆ ਕੌਣ ਹੋ, ਮੈਂ ਤੁਹਾਡਾ ਜੇ ਅਦਨਾ ਜਿਹਾ ਤਾਲਬ ਇਲਮ ਆ। ਇਸ ਤੋਂ ਇਲਾਵਾ ਤੁਸੀਂ ਮੈਨੂੰ ਲਾ ਕੇ ਬਾਅਦ ਗੱਲਾਂ ਵੀ ਕੀਤੀਆਂ ਉਤੋਂ, ਮੈਂ ਬੜੀ ਹੈਰਾਨਗੀ ਹੋਈ ਮੈਨੂੰ ਕਿ ਮੈਂ ਆਖਿਆ ਯਾਰ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਅਗਲੇ ਬੰਦੇ ਦਾ ਕੌਣ ਹੈ ਤੇ ਕੌਣ ਨਹੀਂ। ਮੈਂ ਕੋਈ ਹੋਰ ਗੱਲ ਨਹੀਂ, ਮੈਂ ਇੰਨਾ ਕਿਹਾ ਮੈਂ ਤੁਹਾਡਾ ਇੱਕ ਅਦਨਾ ਜਿਹਾ ਤਾਲਬ ਇਲਮ, ਮੈਂ ਤੁਹਾਡੇ ਕੋਲ ਸਿੱਖ ਰਿਹਾ, ਠੀਕ ਹੈ, ਮੇਰਾ ਕੋਈ ਸਵਾਲ ਨਹੀਂ। ਤੂੰ ਮੈਨੂੰ ਬਰਾੜ ਤੇ ਲਿਆ ਮਾਸ਼ਾਅੱਲਾ, ਮੈਂ ਸਿਰਫ ਤੁਹਾਡੇ ਕੋਲ ਸਿੱਖ ਰਿਹਾ। ਤੂੰ ਮੈਨੂੰ ਲਾ ਕੇ ਬਾਅਦ ਉਤੋਂ ਗੱਲਾਂ ਵੀ ਕੀਤੀਆਂ। ਮੇਰੇ ਬਾਰੇ ਗੱਲ ਕਰਦੇ ਪਏ ਹੋ? ਨਹੀਂ ਮੁਬਸ਼ਰ ਸਾਹਿਬ ਦੇ ਬਾਰੇ 'ਚ ਗੱਲ ਕਰ ਰਿਹਾ। ਇਹ ਖੁਦ ਹੀ ਬੰਦੇ ਨੂੰ ਬਰਾੜ ਤੇ ਲੈਂਦੇ ਨੇ ਲਾ ਕੇ, ਫਿਰ ਉਹਦੇ ਬਾਰੇ 'ਚ ਗੱਲਾਂ ਵੀ ਕਰਦੇ ਨੇ। ਇਹਨਾਂ ਨੂੰ ਪਤਾ ਨਹੀਂ ਕੋਈ ਬੰਦਾ ਕੌਣ ਹੈ ਕੌਣ ਨਹੀਂ। ਨਹੀਂ, ਅਸਲ ਗੱਲ ਇਹ ਵੇ ਕਿ ਜਿਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਨਾਗਰਾ ਸਾਹਿਬ ਅਸੀਂ ਬੰਦੇ ਦੇਖੇ ਨੇ, ਐਸੇ ਤਲਕ ਤਜਰਬੇ ਹੋਏ ਨੇ, ਬੰਦਿਆਂ ਨੇ ਵੱਲਾ ਤਾਰਫ ਕੁਝ ਕਰਵਾਇਆ ਤੇ ਬੰਦੇ ਵਿੱਚੋਂ ਕੁਝ ਹੋਰ ਨਿਕਲੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਖੁਦ ਦੇਖਿਆ। ਹੁਣ ਆ ਪਿਛਲੇ ਦਿਨੋਂ ਜਦੋਂ ਤੁਸੀਂ ਬਰਾੜ ਦਾ ਬਾਈਕਾਟ ਕੀਤਾ ਸਭ ਕੁਝ, ਮੈਂ ਹਰ ਚੀਜ਼ ਖੁਦ ਦੇਖੀ ਹੈ। ਹਾਂਜੀ ਮੁਫਤੀ ਸਾਹਿਬ ਦਾ ਜਿਹੜਾ ਤੁਸੀਂ ਥੋੜਾ ਜਿਹਾ ਤੁਰਸ਼ ਰਵਈਆ ਦੇਖਦੇ ਹੋ ਜਾਂ ਉਹਨਾਂ ਦਾ ਲਹਿਜਾ ਤੁਰਫ ਦੇਖਦੇ ਹੋ ਨਾ, ਉਹਦੀ ਵਜ੍ਹਾ ਇਹ ਹੀ ਹੈ ਕਿ ਬੰਦੇ ਅਜਨਬੀ ਆਉਂਦੇ ਨੇ। ਹੁਣ ਬਰਾੜ ਨੇ ਇਹਦੇ ਤੇ ਹੋਰ ਜ਼ਿਆਦਾ ਵਸੀ ਹੋ ਗਿਆ ਨਾ ਸਮੁੰਦਰ। WhatsApp ਤੇ ਫਿਰ ਵੀ ਕੋਈ ਟੈਲੀਫੋਨ ਸਰ ਤੁਹਾਡੇ ਕੋਲ ਆ ਕੇ ਭਾਈ ਆਮਰ ਸਾਹਿਬ ਜਿਹੜਾ ਚੀਜ਼ ਦਾ ਮੈਨੂੰ ਨੌਲੇਜ ਨਹੀਂ ਹੁੰਦਾ, ਮੈਂ ਤੁਹਾਡੇ ਤੇ ਸਵਾਲ ਕਰਨਾ ਤਾਂ ਕਿ ਮੇਰੇ ਇਲਮ 'ਚ ਇਜ਼ਾਫਾ ਹੋਏ, ਮੇਰੇ ਨਾਲ ਕੁਝ ਹੋਰ ਜਿਹੜੇ ਦੋਸਤ ਸੁਣ ਰਹੇ ਨੇ ਉਹਨਾਂ ਦੇ ਇਲਮ 'ਚ ਵੀ ਇਜ਼ਾਫਾ ਹੋਏ। ਨਾਗਰਾ ਸਾਹਿਬ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਬੰਦੇ ਆਉਂਦੇ ਨੇ। ਮਸਲਾ ਇਹ ਨਾ ਮੋਹਤਰਮ ਕਿ ਜਿਹੜੇ ਬੰਦੇ ਆਉਂਦੇ ਨੇ WhatsApp ਦੇ ਉੱਤੇ ਫਿਰ ਵੀ ਉਹਦਾ ਨੰਬਰ ਆ ਜਾਂਦਾ ਬੰਦੇ ਦਾ, ਉਹਦੀ ਆਈਡੈਂਟੀਫਿਕੇਸ਼ਨ ਹੋ ਜਾਂਦੀ ਹੈ ਕਿ ਬੰਦਾ ਪਾਕਿਸਤਾਨ 'ਚ, ਬੰਦਾ ਬਾਹਰ ਹੈ, ਉਹਦਾ ਸ਼ਨਾਖਤੀ ਕਾਰਡ ਨੰਬਰ ਵੀ ਪਤਾ ਲੱਗ ਜਾਂਦਾ ਹੈ। ਨੰਬਰ ਤੋਂ ਉਹਦੀ ਜਿਹੜੀ ਹੈ ਨਾ ਸਾਰਾ ਕੁਝ ਨਿਕਲ ਆਉਂਦੀ ਹੈ, ਡਿਟੇਲ ਵੀ ਲੱਭ ਜਾਂਦੀ। ਇਹ ਜਿਹੜਾ ਨਾ ਟਿਕਟਾਕ, ਇਹਦੇ ਉੱਤੇ ਨਾਂ ਲਿਖਿਆ ਖੁਸ਼ਹਾਲ ਪਾਕਿਸਤਾਨ, ਨਾਂ ਲਿਖਿਆ ਜਨਾਬ ਟੈਗਰ ਤੇ ਫਲਾਣਾ ਤੇ ਟਮਕਾਣਾ, ਪਤਾ ਨਹੀਂ ਕੀ ਹੈ ਤੇ ਕੌਣ ਨਹੀਂ। ਇਸ ਕਰਕੇ ਬੜਿਆਂ ਲੋਕਾਂ ਨੇ ਆ ਕੇ ਜੀਬੋ ਗਰੀਬ ਸਾਨੂੰ ਤਾਰਫ ਕਰਾਏ ਨੇ, ਜੀਬੋ ਗਰੀਬ ਸਵਾਲ ਪੁੱਛੇ ਨੇ। ਬਾਅਦ ਪਤਾ ਲੱਗਿਆ ਬੰਦਾ ਜਦੋਂ ਤੁਸੀਂ ਨਹੀਂ ਹੋ ਬੈਠੇ ਉਹਨਾਂ ਦੇ ਕਾਦੀਆਂ ਦੀ ਬਰਾੜ ਦੇ ਉੱਤੇ ਤੇ ਕੋਈ ਡਿੰਗ ਡਾਂਗ ਵਾਲੀ ਆਈਡੀ ਦੇ ਉੱਤੇ ਉਹ ਬੰਦਾ ਸਹੀ ਹੀ ਜਿਹੜਾ ਉਹਨਾਂ ਨੂੰ ਸਵਾਲ ਕਰਦਾ ਪਿਆ ਸੀ, ਲੇਕਿਨ ਆਈਡੀ ਦਾ ਨਾਂ ਹੀ ਅਜੀਬ ਜਿਹਾ ਰੱਖਿਆ ਹੈ। ਉਹ ਨਾਂ ਵੀ ਉਹਨੇ ਦੱਸਿਆ, ਮੈਨੂੰ ਯਾਦ ਨਹੀਂ ਹੈਗਾ। ਬੜੇ ਹੁਣ ਕੱਲ ਉਹ ਮੁੰਡਾ ਆਇਆ ਸੀ ਜਿਹੜਾ
ਤੇ ਜਿਹੜਾ ਗੱਲ ਪਿਆ ਇੱਥੇ ਕਰਦਾ ਸੀ, ਮੁਫਤੀ ਸਾਹਿਬ ਨੂੰ ਵੀ ਉਹਦੇ ਤੇ ਸ਼ੱਕ ਪਿਆ, ਮੈਨੂੰ ਵੀ ਉਹਦੇ ਤੇ ਸ਼ੱਕ ਪਿਆ। ਮੈਂ ਉਹਨੂੰ ਕਿਹਾ 90% ਮੈਨੂੰ ਤੇਰੀ ਆਵਾਜ਼ ਉਸ ਬੰਦੇ ਹਾਰਪੀ ਲੱਗਦੀ ਹੈ, ਤੂੰ ਕੈਮਰਾ ਆਨ ਕਰ। ਉਹਨੇ ਫਿਰ ਕੈਮਰਾ ਆਨ ਕੀਤਾ। ਜਿਸ ਵੇ ਉਹਦਾ ਕੈਮਰਾ ਆਨ ਕਰਵਾ ਕੇ ਤੱਕਿਆ ਤੇ ਮੈਂ ਉਹਦੇ ਕੋਲ ਸੋਰੀ ਕੀਤੀ। ਮੈਂ ਕਿਹਾ ਬਈ ਮੇਰਾ ਵੀਰ, ਮੈਨੂੰ ਗਲਤੀ ਲੱਗੀ ਏ, ਲੇਕਿਨ ਤੇਰਾ ਜਿਹੜਾ ਮੈਨੂੰ ਆਵਾਜ਼ ਤੋਂ ਲੱਗਾ ਕਿ ਤੂੰ ਉਹ ਬੰਦਾ ਹੋ ਰਹੇ ਤੇ ਦੱਸਣਾ ਪਿਆ ਹੋ ਰਹੇ। ਇਸ ਗੱਲੇ ਕਰਕੇ ਕਈ ਵਾਰੀ ਸਾਨੂੰ ਵੀ ਗਲਤੀ ਲੱਗ ਸਕਦੀ ਹੈ ਕਿ ਬੰਦਾ ਕੁਝ ਹੋ ਰਿਹਾ ਤੇ ਦੱਸਦਾ ਕੁਝ ਹੋਰ ਪਿਆ, ਤੇ ਕਈ ਵਾਰੀ ਆਮਿਰ ਭਾਈ ਇਹ ਜ਼ਫਰੁੱਲਾ ਸ਼ਾਹ ਸਾਹਿਬ ਆਪੇ ਉਤਰ ਗਏ ਨੇ ਥੱਲੇ ਜਾਂ ਕਿਸੇ ਨੇ ਲਾਇਆ? ਮੇਰੇ ਸਵਾਲ ਦਾ ਉਹ ਜਵਾਬ ਦੇਣ ਲੱਗੇ ਹਨ, ਬਾਅਦ ਚ ਮੁਫਤੀ ਸਾਹਿਬ ਆ ਗਏ ਤਾਂ ਉਂਝ ਹੀ ਚਲੇ ਗਏ ਸ਼ਾਇਦ। ਉਹ ਨਹੀਂ ਉਹ ਮੁਫਤੀ ਸਾਹਿਬ ਤੇ ਉਹ ਜ਼ਫਰੁੱਲਾ ਸ਼ਾਹ ਸਾਹਿਬ ਦੋਵੇਂ ਸਾਡੇ ਵਾਸਤੇ ਕਾਬਿਲ ਇਤਰਾਮ ਨੇ। ਦੇਖੋ ਯਾਰ, ਅਗਰ ਆਮਿਰ ਭਾਈ ਜਗ੍ਹਾ ਬਣਾ ਕੇ ਜ਼ਫਰੁੱਲਾ ਸ਼ਾਹ ਸਾਹਿਬ ਨੂੰ ਲਾਓ ਯਾਰ ਕਾਲ 'ਚ। ਮੈਂ ਥੱਲੇ ਲੈਣਾ ਵਾ, ਤੁਸੀਂ ਉਹਨਾਂ ਨੂੰ ਲੈ ਲਓ। ਉਹ ਬਿਜ਼ੀ ਹੋਣੇ ਨੇ, ਉਹ ਆਪ ਹੀ ਤਾਂ ਚਲੇ ਗਏ ਨੇ। ਉਹ अक्सर फ़ोन कॉल वगैरह आ जाती, बिजी होने ने। भाई कल भी ना वो इस टाइम चले गए थे, मगरिब का टाइम होने वाला है तो उसकी तैयारियां शियारियों में लग गए होते हैं वो। ਕਿਸੇ ਨੇ ਉਹਨਾਂ ਨੂੰ ਉਤਾਰਿਆ, ਸ਼ਾਇਦ ਉਹ ਬਿਜ਼ੀ ਹੋਣਗੇ, ਤੇ ਮੈਂ ਦੇਖਣਾ ਮਤਲਬ ਜਰਾ। ਮੈਂ ਥੱਲੇ ਜਾ ਰਿਹਾ, ਮੇਰੀ ਜਗ੍ਹਾ ਤੇ ਲਾਓ ਜ਼ਫਰੁੱਲਾ ਸ਼ਾਹ ਸਾਹਿਬ ਨੂੰ ਤੇ ਉਹਨਾਂ ਨੂੰ ਟਾਈਮ ਦਿਓ। ਇੱਥੇ ਉਹ ਹੈ ਨਹੀਂ ਤੇ तुसां बहु जाहिद भाई, तुसां बहु यार। ਉਹ ਹੈ ਨਹੀਂ ਇੱਥੇ। ਤੁਸੀਂ ਕੋਈ ਗੱਲ ਸੁਣਾਓ, ਮੁਫਤੀ ਸਾਹਿਬ ਮਿਰਜ਼ਾ ਸਾਹਿਬ ਦੀ ਕੋਈ ਕਿਤਾਬ ਖੋਲ ਕੇ ਕੋਈ ਗੱਲ ਸੁਣਾਓ ਲੋਕਾਂ ਨੂੰ। ਛੱਡੋ, ਉਹ ਚਲੇ ਗਏ ਨੇ ਤੇ ਨਾਗਰਾ ਸਾਹਿਬ ਦਾ ਮਸਲਾ ਹੱਲ ਹੋ ਗਿਆ। ਇਹ ਜ਼ਫਰੁੱਲਾ ਸ਼ਾਹ ਸਾਹਿਬ ਯਾਰ ਮਸਰੂਫ ਹੁੰਦੇ ਨੇ, ਉਹ ਟੈਨਸ਼ਨ ਨਾ ਲਵੋ। ਉਹ ਬਜ਼ੁਰਗ ਨੇ ਸਾਡੇ, ਨਹੀਂ ਉਹਨਾਂ ਦੇ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੇ ਆਣਾ ਜਾਣਾ ਹੈ। ਇਹ ਤੇ ਨਹੀਂ ਕਿ ਭਾਈ ਇਹ ਜਿਹੜੇ ਬਜ਼ੁਰਗ ਨੇ ਔਰ ਉਲਮਾ ਇਕਰਾਮ ਨੇ ਮਸਰੂਫੀਅਤ ਹੁੰਦੀ ਏ ਤੇ ਉਹ ਇੱਥੇ ਬੈਠੇ ਰਹਿਣ ਔਰ ਇੰਤਜ਼ਾਰ ਕਰਨ। ਅੱਛਾ, ਗੁਜ਼ਾਰਿਸ਼ ਹੈ ਜੇ ਕਿ ਚਲੋ ਹਵਾਲਾ ਇੱਕ ਸੁਣਾਨੇ ਆ ਫਿਰ। ਅੱਜ ਬੈਠੇ ਆ ਅੱਛਾ, ਸੀਰਤੁਲ ਮਾਦੀ ਦਾ ਹੀ ਮੈਂ ਹਵਾਲਾ ਪੇਸ਼ ਕਰਨਾ ਵਾ ਕਿ ਸੀਰਤੁਲ ਮਾਦੀ ਹੈ ਕੀ ਸ਼ੈ ਵੇ। ਸੀਰਤੁਲ ਮਾਦੀ ਦੇ ਬਾਰੇ ਅਲ ਫਜ਼ਲ ਅਖਬਾਰ ਦੇ ਵਿੱਚ ਲਿਖਿਆ ਵੇ ਕਿ ਜਨਾਬ ਇਹ ਉਹ ਕਿਤਾਬ ਹੈ ਕਿ ਜਿਹੜੀ ਹਦੀਸਾਂ ਦੀ ਤਰਜ਼ ਦੇ ਉੱਤੇ ਲਿਖੀ ਗਈ ਹੈ। ਠੀਕ ਹੈ ਜੀ। ਅਲ ਫਜ਼ਲ ਅਖਬਾਰ 19 ਫਰਵਰੀ 1924 ਦਾ ਸ਼ੁਮਾਰਾ, 1924 19 ਫਰਵਰੀ ਤੇ ਸਫਾ ਨੰਬਰ 9 ਤੇ ਕਾਲਮ ਨੰਬਰ 3। ਉੱਥੇ ਤੁਸੀਂ ਪੜ੍ਹ ਸਕਦੇ ਹੋ ਕਿ ਵਾਜ਼ੇ ਤੌਰ ਤੇ ਲਿਖਿਆ ਹੈ ਕਿ ਸੀਰਤੁਲ ਮਾਦੀ ਜਿਹੜੀ ਹੈ ਨਾ, ਇਹ ਹਦੀਸਾਂ ਦੀ ਤਰਜ਼ ਤੇ ਇਹਨੂੰ ਲਿਖਿਆ ਗਿਆ ਵੇ ਤੇ ਔਰ ਬਕਾਇਦਾ ਫਿਰ ਇਹਨਾਂ ਨੇ ਆਪਣੀ ਜਮਾਤ ਨੂੰ ਪਾਬੰਦ ਕੀਤਾ ਹੈ ਕਿ ਇਹਨੂੰ ਲਾਜ਼ਮੀ ਪੜ੍ਹੋ। ਇਸ ਤੋਂ ਇਲਾਵਾ ਸੀਰਤੁਲ ਮਾਦੀ ਦੀ ਫਜ਼ੀਲਤ ਤੇ ਬਰਕਤ ਦੇ ਵਿੱਚ ਇੱਕ ਹੋਰ ਹਵਾਲਾ ਸੁਣੋ। ਅਲ ਫਜ਼ਲ ਅਖਬਾਰ 15 ਜਨਵਰੀ 1924 ਦਾ ਸ਼ੁਮਾਰਾ, 15 ਜਨਵਰੀ 1924। ਜਿਹੜਾ ਪਹਿਲੇ ਹਵਾਲਾ ਸੁਣਾਇਆ ਹੈ ਉਹ 19 ਫਰਵਰੀ ਦਾ ਸੀ ਤੇ ਇਸ 19 ਫਰਵਰੀ ਤੋਂ ਯਾਨੀ 1 ਮਹੀਨਾ ਪਹਿਲੇ ਇਹਦਾ ਜਿਹੜਾ ਅਖਬਾਰ ਹੈ ਨਾ, 15 ਜਨਵਰੀ 1924 ਦਾ ਸ਼ੁਮਾਰਾ, ਉਹਦੇ ਵਿੱਚ ਵੀ ਇਹਨਾਂ ਨੇ ਇਹ ਵੱਡੀ ਸਾਰੀ ਹੈਡਿੰਗ ਦਿੱਤੀ ਹੈ ਸਫਾ ਨੰਬਰ 11 ਦੇ ਉੱਤੇ। ਇੱਕ ਅਜ਼ੀਮੁ ਸ਼ਾਨ ਤਸਨੀਫ ਸੀਰਤੁਲ ਮਹਦੀ हजरत साहबजादा मिर्जा बशीर अहमद MA जी बसद मुश्किल जलसा पर शाया हुई, मगर बवजह तंगिए वक़्त के जिल्दें काफ़ी तादाद में तैयार ना हो सकी, इसलिए कई दोस्त इस नेमत गैर मुतरकबा को हासिल ना कर सके। अब इसकी जिल्दें भी तैयार हैं और बगैर जिल्द सिलाई की हुई कुतुब भी मौजूद हैं। जो अहबाब मंगाना चाहें फिल फोर फरमाइश भेज दें। तादाद बहुत थोड़ी है, इसलिए शायकीन को इसके हसूल में हरगज ताखीर ना करनी चाहिए। कौन अहमदी है जिसको हजरत मसीह मुतर अलैहिस्सलाम के हालात मालूम करने का शौक नहीं। इसमें ज्यादातर वो हिस्सा जमा
किया गया है, लाल शर्म आनी चाहिए जो में तारीफ पहले करते हुए उनका मजाक जो उड़ाते हुए, पहले ये कहीं इखलाकी है, शाया नहीं हुआ। ये है यार बरेलवियत, ये है यार बरेलवियत। ताहिर दूसरों के साहब अकाबरीन की ਉਹ ਗੱਲ कोशिश ਤੇ करने ਕਰ वालों ਲੈਂਦੇ के ਹੋ ਸਾਨੂੰ, अपने ਇੰਜ ਤੇ अकाबरीन ਨਾ पर 1 ਯਾਰ ਸਾਨੂੰ 1,34,000 गुना लानत। ਯਾਰ ਗੱਲ ਵੀ ਤੇ ਕਰ ये ਲੈਂਦੇ बात सुनाते हैं आप, किसी की तहरीर इस तरह पढ़ते हैं, आमिर ये भाई आपकी की बंदा ईमान है का हिस्सा, मैं ये आपकी इखलाकी जुर्रत है। लानत अल्लाह अल काज़िबीन। ਟੋਨੀ ਸਾਹਿਬ ਅਸਲ ਪਤਾ ਗੱਲ ਕੀ ਹੈ ਟੋਨੀ ਸਾਹਿਬ, ਜਦੋਂ ਤੁਸੀਂ ਮੌਜੂਦ ਹੋਵੋ, ਤੁਹਾਡੇ ਨਾਲ ਗੁਫ਼ਤਗੂ ਹੋ ਰਹੀ ਵੀ ਹੋਵੇ, ਤੇ ਅਸੀਂ ਬੜਾ ਖਿਆਲ ਰੱਖਨੇ ਆ ਕਿ ਕੋਈ ਲਫ਼ਜ਼ ਦਾ ਚੁਣਾਵ ਜਾਇਜ਼ ਨਜਾਇਜ਼ ਨਾ ਹੋ ਜਾਏ, ਤੁਹਾਡੇ ਨਾਲ ਕੋਈ ਇਸ ਤਰ੍ਹਾਂ ਨਾ ਕਿੱਧਰ ਗਏ ਹੋ। ਲੇਕਿਨ ਹੁਣ ਜਦੋਂ ਕੋਈ ਬੰਦਾ ਇੰਡੀਪੈਂਡੈਂਟਲੀ ਆਪ ਤੇ ਗੱਲ ਕਰਦਾ ਹੈ ਤੇ ਉਹਨਾਂ ਨੂੰ ਗੱਲ ਕਰ ਲੈਣ। ਤੁਸੀਂ ਮੌਜੂਦ ਹੋ, ਤੁਸੀਂ ਗੱਲ ਕੋਈ ਕਰਨਾ ਚਾਹੁੰਦੇ ਹੋ ਤੇ ਆਓ, ਤੁਹਾਡੀ ਨਾ ਗੱਲ ਮੌਜੂਦ ਕਰਾਉਂਦੇ ਆ। ਦਿੰਦੇ ਨੇ ਪਏ ਸਾਨੂੰ, ਨਾ ਕੋਈ ਯਾਰ ਕਮਾਲ ਨਾ ਹੋਈ। ਫੈਜ਼ ਲੈਣਾ ਚਾਹੁੰਦਾ, ਨਾ ਫੈਜ਼ ਹਾਸਲ ਕਰਨਾ ਚਾਹੁੰਦਾ। ना फैज हासिल करना चाहते। अच्छा जी इबारत सुनो। हजरत मौलिफ मौसूफ ने नहायत मेहनत और अरक रेजी से ये बेबहा खजाना ओए होए ए सुन लो कादियानियों, फिर ना क्या जे कि सीरतुल महदी च जो हवाला देइए ते ਤੁਹਾਨੂੰ ਟੈਨਸ਼ਨ ਹੀ ਪੈ ਜਾਂਦੀ ਏ। ਇਹ ਬੜੀ ਅਰਕ ਰੇਜੀ ਤੋਂ ਬਾਅਦ ਇਹ ਕਿਤਾਬ ਮੁਰਤਬ ਹੋਈ ਏ ਤੇ ਬੇਬਹਾ ਖਜ਼ਾਨਾ ਜਮਾ ਜੇ ਇਹਦੇ ਵਿੱਚ ਤੇ ਲਿਖਾਈ ਛਪਾਈ और कागज उम्दा है, कीमत फी जिल्द पता नहीं किन्ने आने। हाँ जी। अच्छा गुजारिश ये है कि यहाँ से एक बात और भी पता चली कि सीरतुल महदी का जो पहला एडिशन था वो 1923 को शाया हुआ। इसके बाद ये एक और एडिशन शाया हुआ था जो 1924 को शाया हुआ था। तो सीरतुल महदी के इब्तदाई 2 एडिशन थे और मुझे बाज रवायतों से पता चला है कि इन्होंने ये इस जलसे के लिए जो चंद जिल्दें छापी थी ना, इसके बाद वो जिल्दें खत्म हो गई तो इन्होंने 2027 को फिर छापी थी, फिर 2029 को भी छापी है इन्होंने। 2000 कहना पे यार 1900 की बात हो रही है, ठीक है, तो मैं शायद 2000 कह छड़े। तो ये खबरें हमें मिली हैं। तो बहरहाल इनकी पुरानी जो सीरतुल महदी थी उसके अंदर बड़ा कुछ लिखा हुआ था। उसके अंदर वो वाला हवाला भी मौजूद था कि जनाब मिर्जा गुलाम कादियानी मुहम्मदी बेगम की शलवारें मंगवा के सूंगा करता था, हैज वाली शलवार। उसके अंदर वो हवाला भी और वो वाला मतबूआ तो मुझे मिल गया है, जिसके अंदर ये था कि मिर्जा कादियानी जब मरने लगा था तो उसके मुंह से गू निकल रहा था। तो वो हवाला मैंने पिछले दिनों दिखाया भी है। तो ये इनके मामले हैं जनाब। चले जी, मैंने फैज थोड़ा सा दिया है जनाब आमिर भाई। फैज लेने वाले असल में वो कह रहे थे ना कि फैज नहीं लेना, बस लड़ना झगड़ना है। अगर उनके साथ कोई मौजू तय करके बात हो जाए तो सुनने के लिए, सुनने वालों के लिए ज्यादा मुफीद वो बात होती है जो काउंटर क्वेश्चन से सामने बात आती है। हम वन वे तौर पर तो इतना फैज बखेर सकते हैं, इतना फैज के छट्टे जिस तरह होते हैं ना मारेंगे, लेकिन जब आप आके सामने सवाल करेंगे, जिस तरह मुफ्ती साहब ने अभी नागरा साहब से पूछा भाई ये बात कहाँ लिखी हुई है, भाई हमारे, लेकिन कोई बात नहीं, उन्होंने कहा मैं नेट से पढ़ रहा हूँ, मेरे हाथ में किताब नहीं है। मुफ्ती साहब ने किताब खोली कि इस किताब में ये बात नहीं है, लेकिन फतवा इस तरह का मौजूद है अपना इमाम अबू हनीफा रहमहुल्लाह का। तो इस तरह होता है कि जब कोई बंदा सामने आके काउंटर क्वेश्चन करता है ना, तो उससे बात ज्यादा वाज़ेह होती है, जो अंदर की छुपी हुई बात वो भी सामने आ जाती है, जो आपके ज़हन में अशकाल चल रहे होते हैं उनका भी जवाब मिल जाता है। तो बेहतर होता है कि आप सामने तशरीफ लाएं। दीवार के पीछे एम्बुलेंस खड़ी करके टेक लगा के दरवाजे से खड़े होने का कोई फायदा नहीं। जट साहब अंदर तशरीफ लाएं और आके सवाल करें और कहें भाई ये जो आपने बात की है इस पर मेरे ज़हन में ये इश्काल है, आप मेरे इस सवाल का जवाब दें। कुछ नहीं होता, कोई बंदा गाली नहीं देगा, कोई बंदा आपके साथ जोर जबरदस्ती नहीं करेगा, सीधा जवाब दिया जाएगा। जब आप मौजूद होंगे आपके साथ लफ्जों का इस्तेमाल भी हम एहतियात से करते हैं कि लड़ाई की तरफ, झगड़े की तरफ बात ना बढ़े। आपकी बरात पर हम कल 3 घंटे सवाए झगड़े के कुछ भी नहीं होता रहा, यहाँ पर कोई झगड़ा नहीं होता। जब आप होते हैं
तो हम अच्छे अंदाज से बात करते हैं। हाँ, आप ना मौजूद हों तो इंडिपेंडेंटली एक बंदा बात कर रहा है, हमारी नजर में उस बंदे की जो अहमियत है वो आप भी जानते हैं, हम भी जानते हैं, जिसने नबूवत का दावा किया हुआ है, हमारी नजर में कितनी अहमियत है उस बंदे की। तो इसलिए बेहतर है कि आप सामने आके बात करें, आपको शिकवा शिकायत का मौका भी नहीं मिलेगा। अली हमजा साहब, आपको सवाल करना चाहते हैं? जी अस्सलाम मुफ्ती मुबशर साहब, जी करें बात। वालेकुम। वालेकुम। जी मुफ्ती नाज़िर साहब, साहब, माइक मेरा म्यूट आपसे करके सवाल है अभी जनाब। आपका कैमरा भी ऑन हो गया। ठीक, करें बात। जी जी, मेरा मुफ्ती साहब से सवाल है। मुफ्ती साहब, आप मतलब मुझे ये बता दें, आपने मुझे ब्लॉक किया है, मैंने आपसे साथ कोई बदतमीजी की थी? अगर आपके पास जवाब नहीं है तो आप वैसे बता सकते हैं मुझे जनाब। ਉਹ ਜਨਾਬ ਕੌਣ ਹੈ ਆਪ ਯਾਰ? ਕਿੱਥੋਂ ਲੋਕ ਆ ਜਾਂਦੇ ਨੇ, ਮੈਂ ਕੀ ਕਰਾਂ ਯਾਰ? ਆਮਿਰ ਭਾਈ ਇਹਦਾ ਤੇ ਕੋਈ ਹੱਲ ਕੱਢੋ। जनाब जनाब मैं बताता हूँ ना मैं कौन हूँ, मुझे आप ये बता। ਕਿੱਥੋਂ ਆਏ ਹੋ? ਮੈਂ ਤੁਹਾਨੂੰ ਬਲਾਕ ਕੀਤਾ ਹੈ, ਨਹੀਂ ਕੀਤਾ, ਮੈਨੂੰ ਕੀ ਪਤਾ ਹੈ ਜਨਾਬ? ਮੈਨੂੰ ਇਹਦੇ ਬਾਰੇ ਤੇ ਇਹ ਕੋਈ ਪਤਾ ਹੀ ਨਹੀਂ, ਇਲਮ ਹੀ ਨਹੀਂ ਹੈ। अच्छा अच्छा अच्छा, अपने हत्था ना तुसी मैनू कल ते परसों ਨਾਗਰਾ ਸਾਹਿਬ ਵੀ ਆਏ ਤੇ ਸ਼ਿਕਵਾ ਤੇ ਸ਼ਿਕਾਇਤਾਂ ਤੂੰ ਮੈਨੂੰ ਬਿਠਾਇਆ ਸੀ ਤੇ ਫਿਰ ਮੈਂ ਸਲਾਮ ਲਈ ਸੀ ਤੇ ਫਿਰ ਤੂੰ ਥੱਲੇ ਲਾ ਕੇ ਮੈਨੂੰ ਗੱਲਾਂ, ਉਹ ਮੈਂ ਇਹਨਾਂ ਨੂੰ ਜਾਣਦਾ ਹੀ ਕੋਈ ਨਹੀਂ। ਤੇ ਇਹ ਉਹ ਪਤਾ ਨਹੀਂ ਕਿਦੋਂ ਤੁਸੀਂ ਨਾ ਜਾਣੋ, ਅਸੀਂ ਜਾਣਦੇ ਵੀ ਨਹੀਂ। ਬਾਕੀ ਜਿਹੜਾ ਸਵਾਲ ਇਧਰੋਂ ਹੁਣ ਤੁਸੀਂ ਆ ਗਏ ਹੋ, ਮਾਸ਼ਾਅੱਲਾ। ਕੀ ਬੰਦਾ ਕਰੇ? ਆਮਿਰ ਭਾਈ ਇਹਦਾ ਕੋਈ ਹੱਲ ਕੱਢੋ जनाब। ਤੁਸੀਂ ਦਿਓ ਨਾ ਜਵਾਬ, ਅਗਰ ਇਹਨੇ ਜੋਗੇ ਹੈ ਉਹ ਤੁਸੀਂ ਜਵਾਬ ਦਿਓ। ਅਗਰ ਮੈਂ ਬਾਤਚੀਤ ਕੀਤੀ ਹੈ ਫਿਰ ਤੁਸੀਂ ਦੱਸੋ ਮੈਨੂੰ। ਤੁਸੀਂ ਮੈਨੂੰ ਮੇਰੀ ਗੱਲ ਸੁਣੋ ਅਲੀ ਹਮਜ਼ਾ ਸਾਹਿਬ, ਐਨੇ ਜੋਗੇ ਤੇ ਉਹਨੇ ਜੋਗੇ ਆਖਣ ਤੋਂ ਬਗੈਰ ਵੀ ਬੰਦਾ ਕਹਿ ਲੈਂਦਾ ਹੈ ਬਈ ਤੁਸੀਂ ਮੈਨੂੰ ਬਲਾਕ ਕੀਤਾ ਹੈ, ਤੁਸੀਂ ਮੈਨੂੰ ਦੱਸੋ ਕੀ ਵਜ੍ਹਾ ਹੈ। ਉਹਨਾਂ ਨੂੰ ਯਾਦ ਵੀ ਨਹੀਂ ਕਿ ਉਹਨਾਂ ਤੁਹਾਨੂੰ ਬਲਾਕ ਕੀਤਾ ਹੈ। ਜੇ ਉਹਨਾਂ ਨੂੰ ਯਾਦ ਹੋਵੇ ਤੇ ਉਹ ਤੁਹਾਨੂੰ ਗੱਲ ਦੱਸ ਦੇਣਗੇ ਦੱਸੋ। ਨਹੀਂ ਯਾਦ। ਅੱਛਾ ਮੈਨੂੰ ਇੱਕ ਮਿੰਟ ਜਵਾਬ ਦਿਓ। ਜਦੋਂ ਇੱਕ ਬੰਦੇ ਉਹ ਹੈ ਹੀ ਉਹ ਕਾਫਰ ਨੇ, ਮੁਰਤਦ ਨੇ, ਖੰਜ਼ੀਰ ਨੇ, ਜ਼ੰਦੀਕ ਨੇ, ਠੀਕ ਹੈ, ਤੁਸੀਂ ਉਹਨਾਂ ਨੂੰ ਨਾਲ ਬਿਠਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਮੈਂ ਸਕਰੀਨਸ਼ਾਟ ਦੇ ਸਕਣਾ। ਇੰਨੀ ਗੁਸਤਾਖੀ ਤੁਹਾਡੇ ਕਮੈਂਟਾਂ 'ਚ ਹੋ ਰਹੀ ਹੈ, ਤੁਹਾਨੂੰ ਕੋਈ ਫਿਕਰ ਹੀ ਕੋਈ ਨਹੀਂ। ਤੁਸੀਂ ਇੱਕ ਬੰਦਾ ਹੈ ਹੀ ਜਦੋਂ ਗੱਲ ਡਿਕਲੇਅਰ ਕਾਫਰ ਨੇ, ਤੁਸੀਂ ਉਹਨਾਂ ਨੂੰ ਨਾਲ ਬਿਠਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਤੁਹਾਡੇ ਕੋਲ ਕੋਈ ਜ਼ਿਆਦਾ ਇਲਮ ਹੈ? ਮੈਂ ਤੁਹਾਨੂੰ ਦੱਸਣਾ ਹੁਣ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ। ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਇੱਥੇ ਜਿਹੜੇ ਮੁਫਤੀਆਨ ਤੇ ਉਲਮਾ ਤੇ ਕੁਰਾਅ ਤੇ ਹਫਾਜ਼ ਬੈਠੇ ਨੇ ਨਾ, ਇਹ ਤੁਹਾਨੂੰ ਨਾਲੋਂ ਜ਼ਿਆਦਾ ਦੀਨ ਜਾਣਦੇ ਨੇ। ਤੁਸੀਂ ਜਿਹੜੇ 4-5 ਬੰਦੇ ਉੱਥੇ ਇਕੱਠੇ ਹੋ ਕੇ ਬਹਿ ਕੇ ਆਂਦੇ ਹੋ ਨਾ ਕਿ ਇਹ ਗੁਸਤਾਖੀਆਂ ਕਰਾ ਰਹੇ ਨੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਤੁਸੀਂ ਇੰਜ ਕਰੋ, ਆਪਣਾ ਟਿੰਡ ਫੁੜੀ ਚੁੱਕੋ ਤੇ ਇੱਥੋਂ ਦੌੜ ਜਾਓ, ਜਾ ਕੇ ਆਪਣਾ ਕੰਮ ਕਰੋ, ਗਾਲਾਂ ਕੱਢੋ, ਸਾਡੀਆਂ ਫੋਟੋਆਂ ਟੰਗ ਕੇ ਨਾ ਮਾਮਾ ਭੈਣਾਂ ਦੀਆਂ ਸਾਨੂੰ ਗਾਲਾਂ ਕੱਢੋ। ਦੇਖੋ ਮੈਂ ਇੱਥੇ ਆਇਆ, ਮੈਂ ਤੁਹਾਨੂੰ ਕਿਸੇ ਨੂੰ ਗਾਲ ਕੱਢੀ ਹੈ ਤੇ ਰੋਲਾ ਤੁਹਾਡੇ ਬੰਦਿਆਂ ਦਾ ਕੀ ਬੰਦਾ ਤੁਹਾਡਾ ਕਰੇ? ਮੈਂ ਤੁਹਾਨੂੰ ਗਾਲ ਕੱਢੀ? ਸਮਝ ਨਹੀਂ ਆਈ ਹੈ ਉਹ ਜੋ ਫਰਮਾਉਂਦੇ ਨੇ। ਆਥੋਰਾਈਜ਼ ਕੀਤਾ ਕਿ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਜਨਾਬ ਇਹ ਗੁਸਤਾਖੀਆਂ ਪੇ ਕਰਾਉਂਦੇ ਹੋ। ਆਮਿਰ ਭਾਈ ਇੱਕ ਮਿੰਟ ਜ਼ਰਾ ਰੁਕੋ ਭਾਈ, ਤੁਹਾਨੂੰ ਨਹੀਂ ਸਾਡੀਆਂ ਬਰਾਡਾਂ ਤੇ ਗੁਸਤਾਖੀਆਂ ਹੁੰਦੀਆਂ, ਤੁਸੀਂ ਇੱਥੇ ਕੀ ਬੜੇ ਵੇਲੇ ਲੈਣ ਆਏ ਹੋ? ਅਸੀਂ ਤਾਂ ਜਨਾਬ ਅਸੀਂ ਤਾਂ ਤੁਹਾਨੂੰ ਕਹਿੰਨੇ ਆ ਕਿ ਅਗਰ ਤੁਸੀਂ ਜੋ ਅਗਰ ਤੇ ਗੁਸਤਾਖੀਆਂ ਹੁੰਦੀਆਂ ਨੇ ਪਈਆਂ ਤੇ ਤੁਸੀਂ ਇੱਥੇ ਕੀ ਕਰਦੇ ਹੋ ਪਏ? ਇਸ ਕਰਕੇ ਕਿ ਤੁਸੀਂ ਇਸਲਾਮ ਦਾ ਨਾਮ ਅੰਬ ਲੈਣ ਵਾਸਤੇ ਲੈਂਦੇ ਹੋ। ਜਦੋਂ ਵੱਡਿਆਂ ਨੇ ਡਿਕਲੇਅਰ ਕਰ ਦਿੱਤਾ, ਤੁਸੀਂ ਕੌਣ ਹੁੰਦੇ ਹੋ? ਕੀ ਕਰਦੇ ਹੋ? ਨਾਲ ਬਿਠਾ ਕੇ ਉਹਨਾਂ ਦੀ ਬਕਵਾਸ ਸੁਣਦੇ ਹੋ। ਫਤਾਵਾ ਰਜ਼ੀਆ ਤੇ ਮੌਜੂਦ ਹੈ ਕਿ ਜਿਹੜਾ ਉਹਨਾਂ ਤੋਂ ਦਲੀਲ ਲਵੇ ਜਾਂ ਦਵੇ ਉਹ ਵੀ ਕਾਫਰ ਹੈ, ਤੇ ਤੁਸੀਂ ਕੌਣ ਹੁੰਦੇ ਹੋ ਬਈ? ਉਹ ਭਾਈ ਉਹ ਖੁਦਾ ਦਾ ਨਾਂ ਜੇ, ਉਹ ਕਿੱਥੋਂ ਆ ਗਏ ਹੋ ਤੁਸੀਂ ਯਾਰ? ਅਸੀਂ ਭਾਈ ਇੱਥੋਂ ਹੀ ਆਏ ਆ। ਤੁਹਾਡੀ ਨਹੀਂ ਸਾਨੂੰ ਸਮਝ ਆਉਂਦੀ ਭਾਈ, ਤੁਸੀਂ ਚਾਹੁੰਦੇ ਕਿਉਂ ਨਾਲ ਉਹਨਾਂ ਨੂੰ ਬਿਠਾ ਕੇ ਤੁਸੀਂ ਗੁਸਤਾਖੀਆਂ ਕਰਾਉਂਦੇ ਹੋ? ਇੱਕ ਬੰਦੇ ਹੈ ਜੀ ਕਲੀਅਰ ਕਾਫਰ ਨੇ, ਤੁਸੀਂ ਨਾਲ ਬਿਠਾ ਕੇ ਕੁਰਾਨ ਹਦੀਸ ਦਾ ਗਲਤ ਤਰਜਮਾ ਕਰਾਉਂਦੇ ਹੋ, ਮਜ਼ਾਕ ਬਣਾਉਂਦੇ ਹੋ ਕਿ ਤੁਸੀਂ ਕੌਣ ਬਗੈਰਤ ਲੋਕ ਹੋ ਯਾਰ? ਜਦੋਂ ਇੱਕ ਬੰਦਾ ਹੈ ਹੀ ਕਾਫਰ, ਤੁਸੀਂ ਨਾਲ ਬਿਠਾ। ਮੈਂ ਹੁਣ ਤੈਨੂੰ ਤਾਂ ਲਾਣ ਲੱਗਾ ਤੇ ਤੂੰ ਆਪਣੀ ਅਸਲੀਅਤ ਦੱਸ ਦਿੱਤੀ ਹੈ ਕਿ ਤੁਸੀਂ ਸਿਰਫ ਗਾਲਾਂ ਕੱਢ ਸਕਦੇ ਹੋ। ਅਗਰ ਤੁਹਾਨੂੰ ਗਾਲਾਂ ਤੋਂ ਇਲਾਵਾ ਤੁਹਾਨੂੰ ਗੱਲ ਆਉਂਦੀ ਹੋਵੇ ਨਾ, ਤੁਹਾਨੂੰ ਉੱਤੇ ਬਹਾਲ ਕੇ ਸਮਝਾਈਏ ਕਿ ਜਿਹੜੇ ਮੁਫਤੀਆਨ ਤੇ ਉਲਮਾ ਤੇ ਕੁਰਾਅ ਤੇ ਹਫਾਜ਼ ਇੱਥੇ ਲੋਕ ਬਹਿ ਕੇ ਗੱਲਾਂ ਕਰਦੇ ਨੇ, ਉਹਨਾਂ ਕੋਲ ਕੋਈ ਦਲੀਲ ਹੈ ਤੇ ਗੱਲ ਪੇ ਕਰਦੇ ਨੇ। ਕੁਰਾਨ ਔਰ ਹਦੀਸ ਤੋਂ ਸਾਡੇ ਕੋਲ ਦਲੀਲ ਹੈ ਤੇ ਅਸੀਂ ਉਹਨਾਂ ਨਾਲ ਗੱਲ ਪੇ ਕਰਦੇ। ਮੈਨੂੰ ਵੀ ਜ਼ਰਾ ਐਡਮਿਨ ਬਣਾਇਆ ਜੇ। ਮੁਫਤੀ ਮੁਬਸ਼ਰ ਸਾਹਿਬ ਇੱਕ ਛੋਟੀ ਜਿਹੀ ਸਿਰਫ ਗਾਲਾਂ ਕੱਢ ਸਕਦੇ ਹੋ, ਸਾਨੂੰ ਵੀ ਕੱਢੋ ਗਾਲਾਂ ਤੇ ਉਹਨਾਂ ਨੂੰ ਵੀ ਗਾਲਾਂ ਕੱਢੋ ਬਸ। ਤੇ ਦਿਨ ਰਾਤ ਕੱਢਦੇ ਨੇ। अस्सलाम वालेकुम रहमतुल्लाह। ਇੱਕ ਛੋਟੀ ਜਿਹੀ ਅਰਜ਼ ਹੈ ਜਨਾਬ, ਦਿਨ ਰਾਤ ਕੱਢਦੇ ਨੇ। ਆਮਿਰ ਭਾਈ ਜ਼ਰਾ ਮੈਨੂੰ ਐਡਮਿਨ ਬਣਾਇਆ ਜੇ। ਆਮਰ ਭਾਈ ਨੂੰ, ਜ਼ਿਆ ਰਸੂਲ ਨੂੰ ਤੇ ਮੁਫਤੀ ਸਾਹਿਬ ਨੂੰ ਨਾ ਲੈ ਕੇ ਗਾਲਾਂ ਕੱਢਦੇ ਰਹਿੰਦੇ ਜੇ। ਕੱਢਣ ਦਿਓ ਯਾਰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਆਖੋ ਕੱਢੋ। ਇੱਥੇ ਤੁਸੀਂ ਅੰਬ ਲੈਣ ਆਉਂਦੇ ਹੋ, ਤੁਹਾਨੂੰ ਜੋ ਪਤਾ ਜੇ ਦੇਖਿਆ ਕੁਝ ਹੁੰਦਾ ਤੁਸੀਂ ਨਾ ਆਵੋ ਇੱਥੇ। ਅਸੀਂ ਤੁਹਾਨੂੰ ਸੱਦਾ ਕਰ ਲੈ ਘਰ ਤੇ ਆਓ ਭਾਈ ਇੱਥੇ। ਯਾਰ ਇੱਕ ਮਿੰਟ ਮਾਈਕ ਮਿਊਟ ਕਰਨਾ ਨਦੀਮ ਸਾਹਿਬ। ਗੱਲ ਐ ਵੇ ਕਿ ਵੇਖੋ ਅਸੀਂ ਸਟੇਟ ਫਾਰਵਰਡ ਵਾਲੇ ਬੰਦੇ ਆ
ਅਸੀਂ ਬੰਦੇ ਦੀ ਹਰਕਤੋਂ ਸਕਣਾ ਤੂੰ ਆਈਡੀਆ ਕਰਨਾ ਹੁੰਦਾ ਕਿ ਬੰਦਾ ਕੀ ਹੈ। ਸੋਸ਼ਲ ਮੀਡੀਆ ਦਾ ਦੌਰ ਹੈ, ਸਾਨੂੰ ਕੀ ਪਤਾ ਭਾਈ ਕਿਸੇ ਦੇ ਮਤਲਬ ਮੱਥੇ ਤੇ ਨਹੀਂ ਲਿਖਿਆ ਕਿ ਬੰਦਾ ਹੈ ਮੁਸਲਮਾਨ ਜੇ ਹੈ ਤੁਹਾਡਾ ਸੱਜਣ ਜੇ। ਅਸੀਂ ਉਹਦੀਆਂ ਕਰਤੂਤਾਂ ਤੋਂ ਫੜਨਾ ਹੁੰਦਾ ਤੇ ਬੰਦਾ ਕੀ ਹੈ। ਇੱਥੇ ਐਥੀਇਸਟ ਦਹਿਰੀਏ ਇਸਲਾਮ ਦਾ ਨਾਮ ਲੈ ਕੇ ਉਹਨਾਂ ਨੇ ਤਸਵੀਰਾਂ ਲਾਈਆਂ ਨੇ ਮੌਲਵੀਆਂ ਦੀਆਂ, ਨਾਮ ਕਿਸੇ ਨੇ ਰਿਜ਼ਵੀ ਰੱਖਿਆ ਤੇ ਕਿਸੇ ਨੇ ਚਿਸ਼ਤੀ ਰੱਖਿਆ ਤੇ ਕਿਸੇ ਨੇ ਸੋਹਰਵਰਦੀ ਰੱਖਿਆ। ਬਾਬਰ ਉਹ ਇਹ ਕਰਵਾਉਂਦੇ ਨੇ ਪਏ ਅਸੀਂ ਕੋਈ ਸੁੰਨੀ ਬਰੇਲਵੀ ਆ, ਕੋਈ ਆਪਣੇ ਆਪ ਨੂੰ ਵਹਾਬੀ ਕਹਿੰਦਾ ਪਿਆ, ਕੋਈ ਸ਼ੀਆ ਕਹਿੰਦਾ ਪਿਆ, ਕਿ ਦਿਓਬੰਦੀ ਕਹਿੰਦਾ ਪਿਆ। ਅਸਲ ਬੰਦਾ ਐਥੀਇਸਟ ਹੁੰਦਾ, ਦਹਿਰੀਆ ਹੁੰਦਾ। ਉਹ ਭਾਈ ਇੱਥੇ ਬੜੇ ਰੋਲੇ ਨੇ, ਅਸੀਂ ਆਪਣੇ ਹਿਸਾਬ ਨਾਲ ਟੈਕਲ ਕਰਨਾ ਹੁੰਦਾ ਹੈ ਔਰ ਸੋਸ਼ਲ ਮੀਡੀਆ ਨੂੰ ਅਸੀਂ ਆਪਣੇ ਹਿਸਾਬ ਨਾਲ ਵੇਖਣਾ ਹੁੰਦਾ ਹੈ। ਇਹ ਬੰਦੇ ਦੀਆਂ ਕਰਤੂਤਾਂ ਤੋਂ ਅਸੀਂ ਪਹਿਚਾਨਦੇ ਹਾਂ ਬੰਦਾ ਕੀ ਹੈ। ਹੱਦ ਹੋ ਗਈ ਹੈ ਯਾਰ। मुफ्ती मुबशर साहब एक छोटी जी अर्ज है। अस्सलाम वालेकुम। एक मिनट ठहर जाओ, एक मिनट डॉक्टर साहब ठहर जाओ, एक मिनट गल कर लें। गुजारिश ये है मुफ्ती मुबशर साहब एक मिनट खलो जाओ, एक मिनट खलो जाओ। गुजारिश ये है, वालेकुम सलाम। सारे एक मिनट खलो जाओ, तुहानू सारिਆਂ ਨੂੰ मौका देने यार। एक मिनट सारे माइक म्यूट करो प्लीज। मैं मुफ्ती साहब ਨੂੰ ਕਮ ਅਜ਼ ਕਮ ਵੀ 15 ਸਾਲ ਦਾ ਜਾਣਨਾ, ਇਹ ਵੀ ਮੈਨੂੰ ਇੰਨੇ ਕੁ ਸਾਲਾਂ ਦੇ ਜਾਣਦੇ ਹੋਣਗੇ। ਤੁਸੀਂ ਜਿਹੜੇ ਇੱਥੇ ਟਿਕਟਾਕ ਦੇ ਉੱਤੇ 5-7 ਲੱਗੜ ਭਗੜ ਲੱਗੇ ਫਿਰਦੇ ਹੋ ਤੇ ਸਾਨੂੰ ਗਾਲਾਂ ਕੱਢਣ ਲੱਗੇ ਹੋ, ਤੁਹਾਨੂੰ ਤੇ ਅਸੀਂ ਜਾਣਦੇ ਤੱਕ ਨਹੀਂ ਹੈ। ਤੁਹਾਡੇ ਬਾਰੇ ਸਾਨੂੰ ਇਹ ਵੀ ਨਹੀਂ ਪਤਾ ਤੁਸੀਂ ਸਾਡੇ ਮੁਸਲਮਾਨ ਭਰਾ ਹੈ ਉਹ ਜਾਂ ਬਣੇ ਹੋ। ਅਗਰ ਕੋਈ ਬੰਦਾ ਕਾਦੀਆਨੀ ਹੋਵੇ ਜਾਂ ਮੁਲਹਿਦ ਹੋਵੇ, ਉਹ ਆਪਣੇ ਆਪ ਨੂੰ ਮੁਸਲਮਾਨ ਸ਼ੋਅ ਕਰਕੇ ਤੇ ਆਖੇ ਉਹ ਮੇਰੇ ਦਿਲ ਨੂੰ ਹੱਥ ਪੈ ਗਿਆ ਈ ਓਏ, ਉਹ ਨਬੀ ਪਾਕ ਦੇ ਉੱਥੇ ਧੁਈਨ ਹੋ ਗਿਆ, ਮੁਫਤੀ ਮੁਬਸ਼ਰ ਧੁਈਨ ਕਰਾ ਛੜੀ ਆ, ਓਏ ਅਮਰ ਨੇ ਧੁਈਨ ਕਰਾ ਛੜੀ ਆ। ਉਹ ਤੁਸੀਂ ਮੁਸਲਮਾਨ ਹੈ ਉਹ, ਇਹਦਾ ਸਾਨੂੰ ਕੀ ਸਬੂਤ ਹੈ? ਸਾਨੂੰ ਤੇ ਮੈਂ ਦੱਸਿਆ ਕਿ 15 ਸਾਲ ਤੋਂ ਅਸੀਂ ਦੋਏ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਸਾਡੇ ਇਹ ਬੰਦੇ ਜਿਹੜੇ 20 25 30 ਬੰਦੇ ਜਿਹੜੇ ਨੇ ਟੀਮ ਦੇ ਬੰਦੇ ਨੇ, ਇਹ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ। ਤੁਹਾਡੀਆਂ ਤੇ ਸ਼ਕਲਾਂ ਵੀ ਨਹੀਂ ਅਸਾਂ ਵੇਖੀਆਂ ਹਨ। ਤੁਸੀਂ ਇਹ ਤੇ ਮੁਫਤੀ ਬਣ ਕੇ ਆ ਕੇ ਸਾਨੂੰ ਫਤਵੇ ਦੇਣ ਲੱਗੇ ਹੋ। ਕੀ ਸ਼ਾਮਾ ਤੁਸੀਂ ਜਾਓ ਜਾ ਕੇ ਆਪਣੀਆਂ ਬਰਾਡਾਂ ਤੇ ਜਾ ਕੇ ਗਾਲਾਂ ਕੱਢਣੀਆਂ ਤੇ ਪੇ ਕੱਢੋ। ਇੱਥੇ ਆ ਕੇ ਗੱਲ ਕਰਨੀ ਹੈ ਤੇ ਦਲੀਲ ਨਾਲ ਕਰੋ। ਇੱਥੇ ਤੂੰ ਆਮਦਿਆਂ ਗਾਲ ਕੱਢਣ ਸ਼ੁਰੂ ਹੋ ਗਏ ਆ। ਐਨੇ ਕਿ ਤੁਸੀਂ ਜਣੇ ਹੋ, ਐਨੀ ਕਿ ਤੁਹਾਡੇ ਕੋਲ ਦਲੀਲ ਹੈ ਤੇ ਗਾਲਾਂ ਕੱਢੀਆਂ ਉੱਥੇ ਆਪਣੀ ਬਰਾੜ ਤੇ ਬਹਿ ਕੇ ਪੇ ਕੱਢੋ। ਇੱਥੇ ਅਗਰ ਤੁਹਾਨੂੰ ਗਲਤ ਨਜ਼ਰ ਆਉਂਦਾ ਹੈ ਸਾਨੂੰ ਬਲਾਕ ਮਾਰੋ, ਇੱਥੇ ਆਓ ਹੀ ਨਾ। ਅਗਰ ਤੁਹਾਨੂੰ ਲੱਗਦਾ ਇੱਥੇ ਗਲਤ ਕੰਮ ਹੋਣ ਲੱਗੇ ਹੈ ਤੇ ਤੁਸੀਂ ਇੱਥੇ ਨਾ ਆਓ। ਪਤਾ ਨਹੀਂ ਕੀ ਸ਼ੈਵਾਂ ਨੇ ਯਾਰ ਇਹ ਬੰਦੇ। ਮੈਨੂੰ ਤੇ ਵੱਲਾ ਮੈਨੂੰ ਇਹਨਾਂ ਬੰਦਿਆਂ ਦੇ ਉੱਤੇ ਡਾਊਟ ਜੇ ਮੁਫਤੀ ਸਾਹਿਬ, ਹੁਣ ਮੈਂ ਤੁਹਾਨੂੰ ਖੁੱਲ ਕੇ ਗੱਲ ਦੱਸਣ ਲੱਗਾ, ਮੈਨੂੰ ਇਹਨਾਂ ਤਰ੍ਹਾਂ ਚੋਂ ਬੰਦਿਆਂ ਦੇ ਉੱਤੇ ਡਾਊਟ ਹੈ ਕਿ ਇਹ ਛੁਪੇ ਮਿਰਜ਼ਾਈ ਨੇ। ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੇ 10-15 ਬੰਦੇ ਨੇ ਇਹਨਾਂ ਨੂੰ ਮਿਰਜ਼ਾਈਅਤ ਦਾ ਨੌਲੇਜ ਹੈ। ਇਹਨਾਂ ਦੇ ਅੱਗੇ ਰੋੜੇ ਧਰੋ, ਇਹਨਾਂ ਨੂੰ ਬਦਨਾਮ ਕਰੋ, ਇਹਨਾਂ ਦਾ ਮੂੰਹ ਕਾਲਾ ਕਰੋ ਕਿ ਇਹ ਗੁਸਤਾਖੀ ਕਰਵਾਉਂਦੇ ਨੇ। ਇਹ ਛੁਪੇ ਮਿਰਜ਼ਾਈ ਜੇ ਮੈਂ ਤੁਹਾਨੂੰ ਦੱਸਾਂ ਇਹ ਬੰਦੇ ਮੁਸਲਮਾਨ ਨਹੀਂ ਦੇ ਲੱਗਦੇ। ਆਮਿਰ ਭਾਈ ਤੁਸੀਂ ਤੇ ਅੱਜ ਇਹ ਗੱਲ ਕੀਤੀ ਹੈ ਸ਼ਾਇਦ ਤੇ ਆਜਿਜ਼ ਨੇ ਤੇ ਇਹ ਟਿਕਟਾਕ ਤੇ ਆਇਆ, ਮੈਨੂੰ ਅਜੇ 1 ਦਿਨ ਹੋਇਆ ਸੀ। ਟਿਕਟਾਕ ਤੇ ਆਇਆ 1 ਦਿਨ ਹੋਇਆ ਸੀ ਤੇ ਉਸੇ ਦਿਨ ਨਹੀਂ ਮੇਰਾ ਅਜੇ ਇੰਟਰੀ ਹੋਈ ਏ ਤੇ ਮੈਨੂੰ ਇਸ ਪੂਰੀ ਟੀਮ ਨੇ ਹਾਈਜੈਕ ਕਰ ਲਿਆ। ਮੈਂ ਉਸੇ ਟਾਈਮ ਹੀ ਇਹਨਾਂ ਨੂੰ ਬੇਨਕਾਬ ਕਰ ਦਿੱਤਾ ਤੇ ਯਾਨੀ ਉਸੇ ਦਿਨ ਹੀ ਅਲੈਦਗੀ ਦਾ ਐਲਾਨ ਵੀ ਕਰ ਲਿਆ ਔਰ ਮੈਨੂੰ ਪਤਾ ਚੱਲ ਗਿਆ ਗੇਮ ਕੀ ਹੋ ਰਹੀ। 1 ਦਿਨ ਹੋਇਆ ਸੀ ਮੈਨੂੰ ਅਜੇ। 1 ਦਿਨ ਦੇ ਵਿੱਚ ਪਹਿਲੀ ਜਾਂ ਦੂਜੀ ਬਰਾੜ ਦੇ ਵਿੱਚ ਇਹਨਾਂ ਨੇ ਮੈਨੂੰ ਪਹਿਲੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ। ਇੰਜ ਬੁਲੇਟਾ ਪਾ ਲਿਆ ਇਹਨਾਂ ਸਾਰਿਆਂ ਨੇ ਨਾ। ਇਹ ਟੀਮ ਸੀ ਪੂਰੀ, ਇਹ ਟੀਮ ਹੈ ਐਥੀਅਸ ਦਹਿਰੀਆਂ ਦੀ ਟੀਮ ਹੈ। ਇਹਨਾਂ ਦਾ ਲੀਡਰ ਜੇ ਉਹ 151 ਨੇ, ਇਹਨਾਂ ਦਾ ਲੀਡਰ ਜੇ ਉਹ ਅਲੀ ਲੰਦਨ ਨਾਮ ਦਾ ਕੋਈ ਬੰਦਾ ਹੈ ਤੇ ਇਹਦਾ 15-20 ਮੁੰਡੇ ਨੇ ਤੇ ਐਥੀਅਸ ਦਹਿਰੀਏ ਨੇ। ਕੋਈ TLP ਦਾ ਬਣਿਆ ਜੇ, ਕੋਈ PTI ਦਾ ਬਣਿਆ ਜੇ, ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਸ਼ੀਆ ਵਾਂ, ਕੋਈ ਦਿਓਬੰਦੀ ਬਣਿਆ ਜੇ ਤੇ ਕੋਈ ਵਹਾਬੀ ਬਣਿਆ। ਇੰਜ ਦੇ ਡਰਾਮੇ ਆ ਕਰਦੇ ਜੇ ਪੇ ਤੇ ਇਹਨਾਂ ਦਾ ਕੰਮ ਸਿਰਫ ਇੱਕ ਵੇ ਕਿ ਖਤਮੇ ਨਬੂਵਤ ਦੇ ਮੁਜਾਹਿਦੀਨ ਨੂੰ ਟਾਰਗੇਟ ਕਰਨਾ, ਬਸ, ਹੋਰ ਕੋਈ ਕੰਮ ਨਹੀਂ ਇਹਨਾਂ ਦਾ। ਤੇ ਇਹ ਟੀਮ ਹੈ, ਪੂਰੀ ਟੀਮ ਹੈ ਭਾਈ। ਤੇ ਗੱਲ ਹੈ ਵੇ ਕਿ ਮੁਬਸ਼ਰ ਸ਼ਾਹ ਆਪਣੀ ਗੱਲ ਕਰਨ ਲੱਗਾ ਹੈ ਤੇ ਮੈਂ ਤੇ ਬੰਦੇ ਦੇ ਮੈਂ ਕੋਈ ਵਲੀ ਅੱਲਾ ਨਹੀਂ ਹੈ, ਢਿੱਡਾਂ ਦੀਆਂ ਗੱਲਾਂ ਨਹੀਂ ਮੈਂ ਜਾਣਦਾ। ਸਮਝ ਆਈ ਕਿ ਨਹੀਂ? ਮੈਂ ਜ਼ਾਹਰ ਨੂੰ ਵੇਖ ਕੇ, ਮੈਂ ਮੁਫਤੀ ਆਦਮੀ ਆ, ਜ਼ਾਹਰ ਨੂੰ ਵੇਖ ਕੇ ਫਤਵਾ ਦੇਣਾ ਹੁੰਦਾ, ਜ਼ਾਹਰ ਨੂੰ ਵੇਖ ਕੇ ਜਿਹੜਾ ਵੇ ਅਸੀਂ ਬੰਦੇ ਨਾਲ ਰਵੱਈਆ ਇਖਤਿਆਰ ਕਰੀਦਾ। ਰੱਤੀ ਬਰਾਬਰ ਵੀ ਕੋਈ ਟੀ-ਟੂ ਕਰਦਾ ਇਹਨਾਂ ਦਾ ਪਤਾ ਚੱਲ ਜਾਂਦਾ ਬੰਦਾ ਕੁਝ ਹੋਰ ਹੈ। ਸਮਝ ਆਈ ਕਿ ਨਹੀਂ? ਤੇ ਜੇ ਤੁਹਾਨੂੰ ਅਸੀਂ ਪਸੰਦ ਨਹੀਂ ਤੇ ਸਾਡੀਆਂ ਬਰਾਡਾਂ ਤੋਂ ਦੂਰ ਰਿਹਾ ਕਰੋ। ਤੁਸੀਂ ਸਾਨੂੰ ਬਲਾਕ ਕਰੋ ਤੇ ਅਸੀਂ ਤੁਹਾਨੂੰ ਬਲਾਕ ਕਰੀ, ਬਸ ਅੱਲਾ ਦਾ ਖੈਰ ਸੱਲਾ।
ਜਾਓ ਜਾ ਕੇ ਪੜਾ, ਜਾ ਕੇ ਉਧਰ ਜੋ ਕਰਨਾ ਕਰੋ ਜਾ ਕੇ। ਅੱਛਾ ਆਮਿਰ ਭਾਈ, ਕੱਲ ਕੰਮ ਹੋਇਆ ਕਿ ਮੇਰੀ ਆਵਾਜ਼ ਆ ਰਹੀ ਹੈ ਅਮਰ ਭਾਈ? ਆ ਰਹੀ ਅੱਛਾ, ਕੱਲ ਇਹ ਕੰਮ ਹੋਇਆ ਕਿ ਉਹ ਖਾਤੂਨ ਦੀ ਬਰਾੜ ਤੇ ਚੰਦਾ ਸਿਸਟਰ ਵੀ ਗਈ ਉੱਥੇ ਕੋਈ ਗੱਲ ਹੋਈ ਹੈ ਤੇ ਉੱਥੇ ਆ 151 ਵਾਲੇ ਵੀ ਮੇਰੇ ਖਿਆਲ ਆਏ ਸਨ। ਉਹ ਚੰਦਾ ਸਿਸਟਰ ਕੋਲ ਉਹਨਾਂ ਨੇ ਕੋਈ ਸਵਾਲ ਕੀਤਾ ਤੇ ਚੰਦਾ ਸਿਸਟਰ ਇਹੀ ਡਿਬੇਟ ਦੇ ਬਾਰੇ ਕਿ ਕਿਉਂ ਕਰਦੇ ਹੋ ਤੇ ਇਹ ਉਹਨਾਂ ਕੋਈ ਛੋਟੀ ਮੋਟੀ ਪਤਾ ਨਹੀਂ ਕੋਈ ਗੱਲ ਕੀਤੀ, ਮੈਂ ਸੁਣੀ ਨਹੀਂ। ਬਹਰਹਾਲ ਉਹਨਾਂ ਨੇ ਚੰਦਾ ਸਿਸਟਰ ਦੇ ਖਿਲਾਫ ਵੀ ਕੱਲ ਦੀ ਵੀਡੀਓ ਲਾਈ ਹੋਈ ਹੈ ਆਪਣਾ ਆਈਡੀਆਂ ਤੇ। ਚੰਦਾ ਸਿਸਟਰ ਦੇ ਖਿਲਾਫ ਵੀ ਵੀਡੀਓ ਲਾਣ ਦੇ ਨੇ, ਐਡੇ ਬਗੈਰਤ ਲੋਕ ਨੇ। ਉਹ ਇਹ ਤੁਹਾਨੂੰ ਨਹੀਂ ਜੀ ਪਤਾ ਜੀ, ਇਹ ਭਾਈ ਜੀ ਮੈਂ ਤੇ ਇਹਨਾਂ ਦੀ ਆਈਡੀਆਂ ਬਲਾਕ ਕੀਤੀਆਂ ਨੇ। ਇਹਨਾਂ ਦੀ ਕੋਈ ਆਈਡੀ ਵੀ ਮੇਰੇ ਢਾਏ ਚੜਦੀ ਹੈ ਤੇ ਮੈਂ ਉਹਨੂੰ ਬਲਾਕ ਕਰ ਦਿੰਦਾ ਵਾ ਕਿ ਮੈਂ ਨਾ ਹੀ ਇਹਨਾਂ ਦੀਆਂ ਪੋਸਟਾਂ ਮੈਨੂੰ ਨਜ਼ਰ ਆਉਣ ਤੇ ਨਾ ਹੀ ਇਹ ਮੈਨੂੰ ਟੈਗ ਕਰ। ਅੱਛਾ ਯਾਰ ਇਹ ਮਾਈਕ ਕਿਹਦਾ ਓਪਨ ਹੋਇਆ ਭਾਈ? ਅੱਛਾ ਗੁਜ਼ਾਰਿਸ਼ ਹੈ ਵੇ ਕਿ ਇਹਨਾਂ ਨੇ ਛੋਟੇ ਛੋਟੇ ਬੱਚੇ ਮੁਜਾਹਿਦੀਨ ਖਤਮੇ ਨਬੂਵਤ ਦੇ ਛੋਟੇ ਛੋਟੇ ਬੱਚੇ ਤੇ ਬੱਚੀਆਂ ਦੀਆਂ ਤਸਵੀਰਾਂ ਪਤਾ ਨਹੀਂ ਕਿੱਥੋਂ ਇਹਨਾਂ ਨੇ ਲੈ ਕੇ, ਚੋਰ ਨੇ, ਹੈਕਰ ਲੋਕ ਨੇ, ਹਾਂਜੀ, ਤੇ ਮੁਸਲਮ ਏਜੰਸੀਆਂ ਦੇ ਲੋਕ ਨੇ ਤੇ ਭਾਈ ਇਹਨਾਂ ਨੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਨੂੰ ਗੱਡੀ ਕੱਢੀ ਹੋਈ ਹੈ। ਪਤਾ ਨਹੀਂ ਇਹ ਬਾਜੀ ਕੀ ਨਾਂ ਜੇ ਚੰਦਾ, ਹੋਰ ਵੀ ਮਤਲਬ ਖਵਾਤੀਨ ਨੇ, ਉਹਨਾਂ ਦੇ ਨਾਲ ਵੀ ਇਹਨਾਂ ਦੇ ਇਹੋ ਹੀ ਸਲੂਕ ਕੀਤਾ ਹੈ। ਮਤਲਬ ਜਿਹੜਾ ਖਤਮੇ ਨਬੂਵਤ ਦੀ ਗੱਲ ਕਰਦਾ ਜੇ ਉਹਨੂੰ ਮਤਲਬ ਐਵੇਂ ਹਾਈਜੈਕ, ਉਹਨੂੰ ਪਹਿਲੇ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਵੱਲ ਦਾ ਹੋ ਜਾਏ। ਅਗਰ ਨਹੀਂ ਹੁੰਦਾ ਤੇ ਉਹਦੇ ਉੱਤੇ ਇਹ ਕੰਮ ਸ਼ੁਰੂ ਕਰ ਦਿੰਦੇ। ਇੰਜ ਦਾ ਇਹਨਾਂ ਨੇ ਕੰਮ ਕੀਤਾ ਯਾਰ, ਤੇ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਹੈ ਕੀ ਸ਼ੈ ਨੇ। ਅੱਜ ਚੰਗਾ ਹੋ ਗਿਆ ਤੁਸੀਂ ਵੀ ਇੱਥੇ ਮੌਕੇ ਤੇ ਮੌਜੂਦ ਹੋ ਤੇ ਇਹ ਸਾਰੇ ਬੰਦੇ ਵੀ ਸੁਣਦੇ ਨੇ, ਜਿਨ੍ਹਾਂ ਤੱਕ ਇਹ ਗੱਲ ਨਹੀਂ ਪਹੁੰਚੀ ਨਾ, ਇਹ 70-75 ਬੰਦੇ ਵੀ ਸੁਣਦੇ ਹੋ, ਪਹੁੰਚਾ ਦਿਓ ਉਹਨਾਂ ਤਾਈਂ। ਜਿਹੜਾ ਬੰਦਾ ਇੱਥੇ ਟਿਕਟੌਕ ਦੇ ਉੱਤੇ ਕਹਿੰਦਾ ਹੈ ਕਿ ਖਤਮੇ ਨਬੂਵਤ ਦੀ ਗੱਲ ਨਹੀਂ ਹੋਣੀ ਚਾਹੀਦੀ, ਮਿਰਜ਼ਾਈਆਂ ਨਾਲ ਮੁਨਾਜ਼ਰਾ ਨਹੀਂ ਹੋਣਾ ਚਾਹੀਦਾ, ਦਲੀਲ ਨਾਲ ਗੱਲ ਨਹੀਂ ਹੋਣੀ ਚਾਹੀਦੀ, ਸਿਰਫ ਇਹਨਾਂ ਨੂੰ ਗਾਲਾਂ ਕੱਢਣੀਆਂ ਚਾਹੀਦੀਆਂ ਨੇ ਮਿਰਜ਼ਾਈਆਂ ਨੂੰ, ਉਹ ਬੰਦਾ ਛੁਪਿਆ ਮਿਰਜ਼ਾਈ ਜੇ, ਉਹ ਬੰਦਾ ਛੁਪਿਆ ਮੁਲਹਿਦ ਜੇ, ਉਹ ਮੁਸਲਮਾਨ ਨਹੀਂ ਜੇ। ਉਹ ਆਪਣੇ ਆਪ ਨੂੰ ਆਸ਼ਕੇ ਰਸੂਲ ਪਿਆ ਸ਼ੋਅ ਕਰਦਾ ਹੈ, ਉਹਦਾ ਕੋਈ ਨਬੀ ਅਲੈਹਿਸਲਾਮ ਨਾਲ ਤਲਕ ਨਹੀਂ ਜੇ ਹੈ। ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਉਮਤ ਹੈ ਉਹ ਸਾਰੀ ਉਮਤ ਲੋਕਾਂ ਨਾਲ ਮੁਖਤਲਿਫ ਮਜ਼ਾਹਬ ਨਾਲ ਮੁਨਾਜ਼ਰੇ ਕਰਦੀ ਤੇ ਤਬਲੀਗ ਵੀ ਕਰਦੀ ਹੈ। ਇਹ ਠੀਕ ਹੈ ਕਿ ਬਦਤਰੀਨ ਦੁਸ਼ਮਣ ਨੇ, ਬਦਤਰੀਨ ਜ਼ਿੰਦੀਕ ਜਿਹੜੀ ਹੁੰਦੀ ਹੈ ਉਹ ਬਦਤਰੀਨ ਕਿਸਮ ਹੁੰਦੀ ਹੈ ਕੁਫਰ ਦੀ। ਇਹ ਮਿਰਜ਼ਾਈ ਬਦਤਰੀਨ ਹੈ ਦੂਜੀਆਂ ਕੌਮਾਂ ਨਾਲੋਂ। ਸਭ ਨੂੰ ਕਈ ਦਲਾਇਲ ਦਿੱਤੇ ਨੇ ਆਮਿਰ ਭਾਈ, ਖੁਦ ਹਜ਼ੂਰ ਅਲੈਹਿਸਸਲਾਮ ਦਾ ਮੁਨਾਜ਼ਰਾ ਮੌਜੂਦ ਹੈ, ਮੁਸਲਮ ਸ਼ਰੀਫ ਦੀ ਹਦੀਸ ਹੈ, ਹਜ਼ੂਰ ਨੇ ਮੁਸੈਲਮਾ ਕਜ਼ਾਬ ਦੇ ਨਾਲ ਮੁਨਾਜ਼ਰਾ ਕੀਤਾ। ਯਾਰ ਕੀ ਹੋ ਗਿਆ? ਮੁਨਾਜ਼ਰੇ ਤੇ ਕਿਨੇ ਮਨਾ ਕੀਤਾ ਹੈ? ਐਵੇਂ ਬਸ ਇਹ ਜਿਹੜੇ 5-7-10 ਬੰਦੇ ਇਹ ਫਤਵੇ ਪੇ ਦਿੰਦੇ ਨੇ ਤੇ ਸਾਡੀਆਂ ਬਰਾਡਾਂ, ਮੈਨੂੰ ਇਸ ਗੱਲ ਨਾਲ ਕਿ ਕਦੇ ਪਰਵਾਹ ਨਹੀਂ ਹੋਈ। ਮਹੀਨਾ ਹੋਇਆ ਮੈਨੂੰ ਪਤਾ ਲੱਗਿਆ, ਜਿਉਂ ਮੈਨੂੰ ਪਤਾ ਲੱਗਿਆ ਮੈਂ ਉਹਨਾਂ ਨੂੰ ਬਲਾਕ ਕਰਦਾ ਗਿਆ। ਲੇਕਿਨ ਅੱਜ ਤੋਂ ਬਾਅਦ ਜਿਹੜਾ ਬੰਦਾ ਉਹਨਾਂ ਦੀ ਬਰਾੜ ਤੇ ਜਾ ਕੇ ਸਫਾਈਆਂ ਦੇਵੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਨਾ, ਉਹ ਅਸਲ ਦੇ ਵਿੱਚ ਉਹਨਾਂ ਦੀ ਮਦਦ ਪਿਆ ਕਰਦਾ ਹੈ, ਬੇਵਕੂਫ ਹੈ। ਜਿਹੜਾ ਉਹਨਾਂ ਨੂੰ ਬਾਲ ਉੱਪਰ ਉਛਾਲ ਕੇ ਤੇ ਉਹਨਾਂ ਨੂੰ ਸਮਝਾਉਂਦਾ ਪਿਆ ਵੀ ਜ਼ਰਾ ਜ਼ੋਰ ਦੀ ਸਮੈਸ਼ ਮਾਰੋ, ਇਹਨਾਂ ਨੂੰ ਬਲਾਕ ਕਰੋ। ਇਹ ਬੰਦੇ ਜਿਹੜੇ ਨੇ ਇਹ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਜੇ ਹੈ ਕੌਣ ਨੇ ਤੇ ਕੌਣ ਨਹੀਂ। ਮੈਂ ਤੁਹਾਨੂੰ ਦੱਸਿਆ 30-40 ਬੰਦਿਆਂ ਦੀ ਟੀਮ ਹੈ ਅਲਹਮਦੁਲਿਲਾ, ਮੁਫਤੀ ਸਾਹਿਬ ਨਾਲ ਵੀ ਬੰਦੇ ਨੇ, ਅਸੀਂ ਵੀ ਆਪਣੇ ਇੰਨੇ ਸਾਲਾਂ ਤੋਂ WhatsApp ਗਰੁੱਪ ਵੀ ਹੈ, Facebook ਤੇ ਵੀ ਲੱਗੇ ਸਾਂ। ਅਸੀਂ ਇਹਨਾਂ ਬੰਦਿਆਂ ਨੂੰ ਕੋਈ ਨਹੀਂ ਜਾਣਦੇ ਆ। ਇਹ ਜਿਹੜੇ ਟਿਕਟੌਕ ਤੇ ਨੇ ਨਾ 5-7, ਇਹਨਾਂ ਨੂੰ ਅਸੀਂ ਕੋਈ ਨਹੀਂ ਜਾਣਦੇ ਆ। ਇਹ ਪਤਾ ਨਹੀਂ ਮੁਸਲਮਾਨ ਵੀ ਹੈ ਕਿ ਨਹੀਂ ਹੈ। ਇਹ ਜਿਹੜੇ ਆਂਦੇ ਨੇ ਸਾਨੂੰ ਬੜੀ ਤਕਲੀਫ ਹੋ ਗਈ, ਉਹ ਨਬੀ ਪਾਕ ਦੀ ਤੋਹੀਨ ਹੋ ਗਈ, ਉੱਥੇ ਉਹ ਕੁਰਾਨ ਦੀ ਤੋਹੀਨ ਹੋ ਗਈ। ਇਹਨਾਂ ਨੂੰ ਬਿਲਕੁਲ ਬਲਾਕ ਮਾਰੋ। ਇਹ ਚਾਹੁੰਦੇ ਨੇ ਕਿ ਖਤਮੇ ਨਬੂਵਤ ਦੀ ਗੱਲ ਨਾ ਹੋਵੇ, ਚਾਹੁੰਦੇ ਨੇ ਕਿ ਇਸ ਮਿਸ਼ਨ ਦੇ ਅੱਗੇ ਰੋੜੇ ਟਕਾਏ ਜਾਣ। ਜਿਹੜੇ ਬੰਦੇ ਇਸਲਾਮ ਤੇ ਕਬੂਲ ਕਰਦੇ ਨੇ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ, ਅਸੀਂ ਦਰਜਨ ਬੰਦਿਆਂ ਦਾ ਨਾਮ ਦੱਸ ਸਕਨੇ ਜਿਹੜੇ ਸਾਡੇ ਰਾਏ ਨਜਾਤ ਗਰੁੱਪ ਦੀ ਵਜ੍ਹਾ ਤੋਂ ਅਲਹਮਦੁਲਿਲਾ ਤੇ ਫੇਸਬੁੱਕ ਤੋਂ ਲੈ ਕੇ ਹੁਣ ਤੱਕ ਇਸਲਾਮ ਜਿੰਨਾ ਕਬੂਲ ਕੀਤਾ। ਮੁਫਤੀ ਸਾਹਿਬ ਕੋਲ ਹੋ ਸਕਦਾ ਹੈ ਦਰਜਨਾਂ ਦੇ ਹਿਸਾਬ ਤੇ ਲੋਕ ਹੋਣ। ਇਹ ਚਾਹੁੰਦੇ ਨੇ ਕਿ ਇਹ ਬੰਦੇ ਇਸਲਾਮ ਨਾ ਕਬੂਲ ਕਰਨ, ਕਿਉਂਕਿ ਗੁਫ਼ਤਗੂ ਹੋਏਗੀ, ਲੋਕਾਂ ਨੂੰ ਪਤਾ ਲੱਗੇਗਾ, ਲੋਕ ਇਸਲਾਮ ਕਬੂਲ ਕਰਨਗੇ। ਤੇ ਜਿਹੜੇ ਬੰਦੇ ਨਹੀਂ ਚਾਹੁੰਦੇ ਕਿ ਗੁਫ਼ਤਗੂ ਹੋਵੇ, ਇਹਦਾ ਮਤਲਬ ਉਹ ਨਹੀਂ ਚਾਹੁੰਦੇ ਕਿ ਬੰਦੇ ਇਸਲਾਮ ਕਬੂਲ ਕਰਨ। ਇਹਦਾ ਮਤਲਬ ਮਿਰਜ਼ਾਈਆਂ ਦੇ ਮਹਿਤੀ ਨੇ। ਅਸੀਂ ਇਹਨਾਂ ਨੂੰ ਜਾਣਦੇ ਨਹੀਂ। ਤੁਸੀਂ ਮਿਹਰਬਾਨੀ ਕਰਕੇ ਇਹਨਾਂ ਨੂੰ ਮੁਸਲਮਾਨ ਭਰਾ ਸਮਝ ਕੇ ਉੱਥੇ ਮੱਤਾ ਨਾ ਦੇਣ ਜਾਇਆ ਕਰੋ। ਇਹਨਾਂ ਦੀ ਬਰਾੜ ਤੇ ਜਾ ਕੇ ਇਹਨਾਂ ਨੂੰ ਸੁਣਿਆ ਨਾ ਕਰੋ। ਜਿਸ ਵੇਲੇ ਇਹ ਬਰਾੜ ਲਾ ਕੇ ਸਾਨੂੰ ਗਾਲਾਂ ਕੱਢਣ, ਗਾਲ ਦਾ ਸਾਨੂੰ ਕੋਈ ਨਹੀਂ ਪਰਵਾਹ, ਸਾਨੂੰ ਮਿਰਜ਼ਾਈਆਂ ਗਾਲ ਕੱਢਦੇ ਰਹੇ ਕੱਢ ਦੇਣ ਤਾਂ ਕਿ ਫਰਕ ਪੈਂਦਾ ਸਾਨੂੰ। ਲੇਕਿਨ ਇਹਨਾਂ ਨੂੰ ਬਲਾਕ ਮਾਰੋ ਨਾ, ਉੱਥੋਂ ਆ ਕੇ ਸੁਣ ਕੇ ਸਾਨੂੰ ਦੱਸਿਆ ਜੇ ਫਲਾਣੇ ਬੰਦੇ ਬਰਾੜ ਲਾਈ ਤੇ ਤੁਹਾਨੂੰ ਗਾਲਾਂ ਪੈ ਕੱਢਦਾ, ਤੇ ਨਾ ਇਹਨਾਂ ਨੂੰ ਜਾ ਕੇ ਸਮਝਾਇਆ ਜੇ। ਇਹ ਸਾਡੀ ਨਸੀਹਤ ਜੇ, ਮੇਰੀ ਵੀ, ਮੁਫਤੀ ਸਾਹਿਬ ਦੀ ਵੀ ਤੇ ਸਾਡੀ ਸਾਰੀ ਟੀਮ ਦੀ ਵੀ। ਜਿੰਨੇ ਆ ਕੇ ਸਾਨੂੰ ਦੱਸਿਆ ਵੀ ਹੈ ਨਾ, ਤੇ ਅਸੀਂ ਆਪਣਾ ਮਜ਼ਾਜ ਤੁਹਾਨੂੰ ਦੱਸਣੇ ਆ ਪਏ, ਅਸੀਂ ਉਹਨੂੰ ਵੀ ਬਲਾਕ ਕਰਨਾ ਜੇ। ਸਮਝ ਆਈ ਕਿ ਨਹੀਂ? ਹੁਣ ਜਿਹੜਾ ਵੇ ਨਾ ਤੁਹਾਡੇ
ਉਹ ਇੱਕ ਕੋਲ ਹੈ ਕਿ ਬਈ ਤੁਹਾਡੇ ਤਿੰਨ ਦੋਸਤ ਨੇ ਤੇ 3 ਦੁਸ਼ਮਣ ਨੇ। ਮੈਂ ਦੁਸ਼ਮਣਾਂ ਦੀ ਗੱਲ ਕਰਨਾ, ਇੱਕ ਤੇ ਤੁਹਾਡਾ ਦੁਸ਼ਮਣ, ਇੱਕ ਤੁਹਾਡੇ ਦੋਸਤ ਦਾ ਦੁਸ਼ਮਣ ਤੇ ਇੱਕ ਤੁਹਾਡੇ ਦੁਸ਼ਮਣ ਦਾ ਦੋਸਤ। ਤੇ ਜਿਹੜੇ ਭਾਈ ਇਹਨਾਂ ਦੇ ਨਾਲ ਜਾ ਕੇ ਬਹਿੰਦੇ ਖਲੋਂਦੇ ਨੇ, ਉਹ ਭਾਵੇਂ ਇੱਕ ਲੱਤ ਉਹਨਾਂ ਨੇ ਸਾਡੇ ਵੱਲ ਰੱਖੀ, ਇੱਕ ਉਧਰ ਨਾ ਭਾਈ ਨਾ, ਇੰਜ 2 ਰੰਗੀ ਨਹੀਂ ਚੱਲੇਗੀ। ਆਰਾਮ ਨਾਲ ਅਸੀਂ ਕਿੱਕ ਮਾਰਨੀ ਤੇ ਸਾਈਡ ਤੇ ਨਿਕਲੋ ਭਾਈ, ਬਸ। ਬਿਲਕੁਲ ਇਹਨਾਂ ਦੀ ਇੱਥੇ ਨਾ ਸਾਨੂੰ ਆ ਕੇ ਗੱਲ ਸੁਣਾਇਓ ਤੇ ਨਾ ਇਹਨਾਂ ਨੂੰ ਜਾ ਕੇ ਸਾਡੀ ਤਰਫੋਂ ਕੋਈ ਦਲੀਲ ਦਿਓ ਵੀ ਨਹੀਂ ਨਹੀਂ ਉਹ ਠੀਕ ਪੇ ਕਰਦੇ ਨੇ। ਨਾ ਨਾ, ਇਹਨਾਂ ਨੂੰ ਬਲਾਕ ਮਾਰੋ। ਜੇ ਨਹੀਂ, ਜੇ ਤੁਸੀਂ ਸੁਣਨੀ ਤੇ ਕੱਲਿਆਂ ਸੁਣ ਕੇ ਉੱਥੇ ਹੀ ਫੈਸਲਾ ਕਰ ਲਿਓ। ਸਾਡੇ ਕੋਲ ਨਾ ਆ ਕੇ ਇਹਨਾਂ ਬੰਦਿਆਂ ਦੀ ਬਹਿਸ ਲਿਆਵਿਓ। ਅਸੀਂ ਇਹ ਕੰਮ ਇਨਸ਼ਾਅੱਲਾ ਜਬ ਤੱਕ ਅੱਲਾਹ ਤੌਫੀਕ ਦੇਦਾ ਜਾਰੀ ਰੱਖਾਂਗੇ। ਜਦੋਂ ਅੱਲਾਹ ਤੌਫੀਕ ਖੋਲੇਗਾ, ਉਹਦੀ ਤੌਫੀਕ ਤੋਂ ਬਗੈਰ ਤੇ ਇਨਸਾਨ ਨੇਕੀ ਕਰਨ ਤੇ ਵੀ ਕਰ ਨਹੀਂ। ਕੋਈ ਬੰਦਾ ਕੋਈ ਗੱਲ ਕਰ ਇਨਸ਼ਾਅੱਲਾ ਮੁਫਤੀ ਸਾਹਿਬ ਔਰ ਆਮਰ ਭਾਈ ਜੋ ਗੱਲ ਕਰ ਰਹੇ ਨੇ ਬਿਲਕੁਲ ਠੀਕ ਕਹਿ ਰਹੇ ਨੇ। ਤੇ ਖਤਮੇ ਨਬੂਵਤ ਤੇ ਸਾਡੇ ਮਾਂ ਬਾਪ ਔਲਾਦ ਸਭ ਕੁਝ ਕੁਰਬਾਨ ਹੈ। ਕੋ ਸਾਨੂੰ ਡਰਾਉਂਦੇ ਧਮਕਾਉਂਦੇ ਨੇ, ਅਗਰ ਬਲੈਕਮੇਲ ਕਰਦੇ ਨੇ। ਕਈ ਆਏ ਤੇ ਕਈ ਉਹ ਨਹੀਂ ਜੀ, ਬਲੈਕਮੇਲ ਇਹਨਾਂ ਸਾਨੂੰ ਕੀ ਕਰਨਾ ਹੈ? ਬਲੈਕਮੇਲ ਉੱਥੇ ਕਰਦੇ ਰਹਿਣ, ਜੋ ਸਾਨੂੰ ਗਾਲਾਂ ਕੱਢਣੀਆਂ ਨਾ ਕਰਦੇ ਰਹਿਣ। ਬਲੈਕਮੇਲ ਨਹੀਂ ਹੁੰਦੇ ਅਸੀਂ ਇਹਨਾਂ ਕੋਲੋਂ। جی میں ایک بات کرنا چاہتا ہوں، بالکل جی معاملے یار ایک منٹ بھائی، ایک منٹ عمر شہزاد بھائی، سپر بھائی سارے ایک منٹ مائک بند کیجیے گا جی۔ ڈاکٹر صاحب آپ کیا کہنا چاہ رہے ہیں جی؟ آپ کو ذرا میرے خیال جلدی تھی شاید، آپ بتائیں جی آپ کیا کہنا چاہ رہے ہیں؟ بولیں۔ جلدی ہے، میں نے صرف 2-3 باتیں کرنی ہیں، اس کے بعد پھر انہیں جانا ہے۔ میں نے ایک سب سے پہلی بات تو یہ ہے کہ میرا ان گالم بریگیڈ سے میرا صرف یہ سوال ہے کہ بھئی اگر کوئی شخص ان کی قادیانیوں کی دعوت کی وجہ سے ہمارا مسلمان بھائی قادیانی ہو جاتا ہے تو کیا یہ ہمارے لیے تکلیف کی اور ان کے لیے تکلیف کی بات ہوگی کہ نہیں ہوگی، کہ جو ان کی فالس پروپیگنڈا کی وجہ سے آ کے دین سے ہٹ جاتا ہے؟ ٹھیک ہے۔ دوسرا کویشچن میرا آپ لوگوں سے مطلب صرف یہ بات کرنا ہے کہ کچھ دن پہلے میری ججا سے اور فیوریٹ 49 سے پہلے سے کچھ تو میں ہوئی تھی، صحیح ہے؟ اور اس کی براڈ کے اوپر پھر فیوریٹ 49 کی براڈ کے اوپر میں سن رہا تھا کہ وہ کہہ رہے تھے کہ بھئی کسی کا کوئی مطلب کوئی جج ہونا چاہیے کہ مناظرہ کون جیتتا ہے۔ تو انہوں نے بڑے اس پہ فخر سے کہا تھا کہ جی اگر ہم لوگ جج بناتے ہیں، عامر نذیر کو بناتے ہیں اور ضیاء رسول امینی جتنی بھی دلیلیں دے تو ان لوگوں کی آپس میں اتنی نفرت ہے کہ عامر نذیر کا ہمیشہ ووٹ جو ہوگا وہ ہم قادیانیوں کے پلڑے میں آئے گا۔ تو آپ یقین کریں آج میں نے مفتی صاحب کو اور عامر نذیر صاحب کو ایک ہی براڈ پہ دیکھ کے مجھے یہ خوشی ہوئی ہے، اور میں یہ سوچ رہا ہوں کہ اگر اس وقت فیوریٹ 49 یا ججا جو ہوگا اگر وہ یہ دیکھیں تو ان کو ان کے سوال کا اس پروپیگنڈے کا جواب مل گیا ہوگا کہ جی ہم لوگوں میں کم از کم ختم نبوت کی جو ہے۔ آپ نے آج دیکھا نہیں، میں زیادہ ٹک ٹاک پہ میں آتا نہیں ہوں، لیکن الحمدللہ مجھے دیکھ کر بہت خوشی ہوئی ہے۔ صاحب بول رہے ہیں شاید بات یہ ہے کہ بھائی یہ تو فرقے کے یہ ڈرامے کرتے ہیں بھائی۔ یہ جو اس مسلمانوں کے 4 بڑے بڑے مکاتبے فکر ہیں، سنی، شیعہ، وہابی، دیوبندی، اور بھائی یہ سارے یہ ان کے آپس میں معاملات ہیں، وہ ساری دنیا کو پتہ ہے، لیکن ختم نبوت کے محاذ کے اوپر سارے ایک ہیں۔ بالکل صحیح بات ہے، بالکل صحیح بات ہے۔ تو اس میں کوئی دوسری بات ہے ہی نہیں۔ اور یہ عامر بھائی اور مطلب جتنے بھی نام ہیں بڑے بڑے، وہ بھائی ہم تو عرصے مطلب 15 20 سال سے ہم لوگ ایک دوسرے کو جانتے ہیں اور کام کر رہے ہیں۔ ہاں جی، انہوں نے اسی کی ساڈی تے ٹک ٹاک تے آیا مطلب اسی 4-5 مہینے شاید ہوئے نے، صحیح بات ہے، اسی انہوں نے جانتے ہی کوئی نہیں ہے کی شمع نے۔ ہاں جی، ایویں بس۔ اور آخری بات میں نے صرف یہ کرنی ہے کہ یہ جتنی بھی گالم بریگیڈ ہے پلیز ان کو سننا، ان پہ دھیان دینا بند کریں اور ان کی براڈوں پہ جائیں نہ، اور ان کے میسیجز ادھر ادھر پہنچائے بھی نہ، کیونکہ بیسیکلی اگر آپ ان کو رپورٹنگ کرنے کے لیے بھی بات کرتے ہیں تو بیسیکلی آپ کے بتانے سے بات پھیل جاتی ہے۔ ان لوگوں کا اصل میں ان کی موت اصل میں اسی چیز میں ہے کہ وہ یہ جو بھی بات کریں ان کو یا تو بلاک ماریں یا ان کے میسج کو آگے پہنچائے بھی نہ۔ گالی دینا ان کا فیل۔ اگر میں یہ مفتی صاحب کو یہ کہوں کہ مفتی صاحب 151 آپ کو گالیاں دے رہا تو مفتی صاحب کیا کریں گے؟ وہ بھی یہ کہیں گے کہ بھئی دینے دو، لیکن ہوگا یہ کہ میرے اس بات کرنے سے بات پھیل جائے گی۔ یہاں پہ اگر 70 لوگ مزید بیٹھے ہیں وہ یہ سن لیں گے کہ اچھا جی یہاں وہاں پہ گالیاں چل رہی ہیں۔ تو اس لیے پلیز اس قسم کے پروپیگنڈا کو پھیلانے کا جو پیسو سپریڈ ہوتا ہے اس سے بھی اجتناب کریں آپ لوگ۔
आप लोगों का एक फोकस है, दीन पे फोकस करना है, उस चीज़ पे फोकस करें, गाय बगाए के लोगों को फॉलो करना छोड़ दें। नहीं, हमारे पास तो डॉक्टर साहब इतना टाइम ही नहीं है कि इनके ऊपर लगाएं। वल्ला बिल्कुल। जब भी सुनी है बात या देखा है, उस बंदे को ब्लॉक किया, उसके बाद कभी उस मौजू पे हमने बात ही, आज तो ये बंदा ऊपर आ गया है तो जवाब देना पड़ गया, वरना हमने कभी इस मौजू पे टच ही नहीं किया। ना हमारे पास इतनी एनर्जी और टाइम है कि इनके ऊपर लगाएं। जाया बिल्कुल करने सही वाली बात है अपनी एनर्जी। सही है। आखिरी बात ये है, मैं 10 मिनट का वक्फा करने लगा। मुफ्ती साहब आप मॉडरेटर हैं, आप मौजूद हैं, मैं आता हूँ 10 मिनट बाद। एक बात मैंने करनी है, ये जो लोग, ये गालीबाज ब्रिगेड है ना, ये असल में मुसलमानों का और इस्लाम का चेहरा बिगाड़ रहा है। बिल्कुल सही। उधर मिर्जाई ड्रामा कर रहा है कुरान पकड़ के, इधर ये ड्रामा कर रहे हैं गाली दे के। नुकसान किसका हो रहा है? मुसलमानों का, इस्लाम का। नौजवान बच्चे देखते वो कहते हैं हमारे मुसलमान तो गालियां देते हैं, मिर्जाई तो हमें कुरान पकड़ के दावत देते हैं, इधर आओ कुरान से बात करें। तो ये हमारा मुंह काला करने के लिए कि ये ब्रिगेड उठा हुआ है, इसको किक आउट करें। आज पहली और आखिरी दफा इस मौजू पर बात करने लगे हैं, हमें कभी जरूरत ही नहीं पड़ी कि इनके ऊपर इतना वक्त लगाएं। मुफ्ती साहब, इंशाल्लाह। ये इनके ऊपर बात करना वक्त का ज़या है और ये अपनी एनर्जी का वेस्ट है। यही काम हम लोग पॉजिटिव चीज़ के ऊपर लगाएं, कादियानियों का जवाब देने पे लगाएं, इनको इग्नोर करें। आपने बिल्कुल सही बात की है। गुजारिश ये है कि देखिए कि हम नहीं भाई इन लोगों के, मैं तो, मेरी तो पॉलिसी ही शुरू दिन से ये है, मैंने तो आज ही शायद दूसरी या तीसरी दफा इस बंदे का नाम लिया है। सही बात है। मैंने दूसरी या तीसरी दफा अपनी पूरी सोशल मीडिया की, सॉरी टिकटॉक की लाइफ के ऊपर दूसरी या तीसरी दफा नाम लिया है। मैं तो नाम भी नहीं लेता इन लोगों के, मेरी अपनी कुछ पॉलिसीज हैं, हम इनको नाम लेकर प्रमोट नहीं करना चाहते। तो रही बात, आज तक इनको कोई जवाब भी नहीं दिया। ओ भाई हम नहीं, इनको हम क्या समझते हैं? कुछ भी नहीं, ठुठ भी नहीं समझते हम। तो छोड़े इनको, दफा मारे है कोई कहा दे नहीं, आओ भाई सामने आके गल करो भाई। चलिए, बहुत बहुत शुक्रिया आप लोगों ने मुझे कॉल पे लिया। इजाजत चाहता हूँ, आप लोगों को अल्लाह कामयाब करे। अल्लाह हाफिज जी, अल्लाह हाफिज। है भाई किसी ने कोई बात करनी है तो आओ करो। मौजू उनके सिर्फ यो ही रहेगा, कादियानियत ते मरज़इयत। मिर्जा जूनियर जेल में ते मिर्जा सीनियर गुलाम कादियानी, और कोई मौजू नहीं। अब रोला यह कि गुस्ताखों ने ये ड्रामा किया हुआ है, उन्होंने जब गुस्ताखी करनी होती है सहाबा कराम की या औलिया अल्लाह की या मतलब मुकद्दसात की, तो वो या कादियानियत का लिबादा ओढ़ते हैं या मिर्जा जूनियर जेलमी का लिबादा ओढ़ते हैं। उधर से उस चोर दरवाजे से आके वो कहते हैं जी हम स्टूडेंट हैं जी, इंजीनियर मिर्जा के स्टूडेंट हैं, हालांकि बंदा कोई एथीइस्ट है, कोई मतलब गैर मुस्लिम है। और आइडिया उन्होंने मुसलमानों वाली बनाई है। बड़े रोले हैं भाई यहाँ पे, बंदे को पकड़ना जो है ना वो बड़ा मुश्किल हो गया है। अब यहाँ पर यही है कि भाई मतलब स्टेट फॉरवर्ड जो है ना रहा जाए, बिल्कुल रत्ती बराबर भी थोड़ी सी भी भू सूंघ लो किसी के अंदर तो समझो कि बंदा वो ही है बस। रही बात उसके दीन ईमान की, वो मुसलमान है, काफर है, उसने जन्नत में जाना है या दोजख में, उसके फैसले हम नहीं करते। हाँ ये है कि बस हम अपनी जो है ना क्लीन चिट दे देंगे उसको, बस निकलो भाई तितर। शाह साहब एक दरख्वास्त है जी। अस्सलाम वालेकुम जी। वालेकुम सलाम। आप ऐसे नए साथियों जो कम उम्र हैं या जिनको इल्म नहीं है, जिनमें मैं भी ख़ुद को शुमार करता हूँ किसी हद तक, कि वो कुछ एक आध हवाला पकड़ के उनकी अपनी नेकनीयती होती है और वो बात करने जाते हैं कि हम कादियानियत का रद्द कर रहे हैं या हमें कुछ मालूम है। ऐसे बंदों के बारे में कि जिनके एक सवाल के आगे 5 जवाब मिर्ज़ाइयों ने गढ़ के रखे होते हैं, उनके बारे में भी कुछ बताएं कि जो वहाँ जाके कुछ बात करने की कोशिश करते हैं, मेहरबानी। वो बात ये है जी हजरत जी कि यहाँ पे हर बंदे को शौक है डिबेटर बनने का, कि मैं जाके दसांगा अपने यार दोस्तों जी मैं बड़ा कादियानियां ना मुनाजरे करना ते मैं बड़ियां बराडां करना, मैं बड़ा बड़ा, वो ये रोला ये बड़ा हुआ है। जब मैं आया था टिकटॉक के ऊपर तो अननोन बंदे, पहले तो कोई ब्राड नहीं थी। मेरे टिकटॉक पे आने की भी एक स्टोरी है, आप लोग कोई भी नहीं था तो मैं सबसे पहले आया हूँ यहाँ पे। तो फिर ये अपनी सारी टीम को मैंने कहा आ जाओ भाई, हूँ आ जाओ। वो जो व्हाट्सएप वाली टीम थी ना, सबको बुला लिया। तो ये ब्राड चल रही थी उसकी, क्या इसका नाम है, मसरूर की ब्राड। बंदा बैठा कोई 1000-1200 बंदा, मुझे मैसेज पे मैसेज लड़कों के आ रहे हैं, शाह जी टिकटॉक ते आओ। वो मैं के यार मैं टिकटॉक बड़ी यारी बनाई है
ਤੇ ਇਹਦੇ ਚ ਫੁਹਾਸ਼ੀ ਤੇ ਉਰਿਆਨੀ ਬੜੀ ਹੈ ਤੇ ਮੇਰੇ ਮਜ਼ਾਜ ਨਾਲ ਅਟੈਚ ਨਹੀਂ ਕਰ ਰਹੀ। ਮੈਂ ਕਈ ਵਾਰੀ ਉਹਦਾ ਅਕਾਊਂਟ ਬਣਾਏ ਡਿਲੀਟ ਕੀਤੇ, ਕਈ ਅਕਾਊਂਟ ਬਣਾਏ, ਮੈਨੂੰ ਉਹਨਾਂ ਦੇ ਪਾਸਵਰਡ ਵੀ ਭੁੱਲ ਗਏ। ਫਿਰ ਇੱਕ ਦਿਨ ਨਾ ਇਹ ਮੁੰਡਿਆਂ ਵਾਹਵਾ ਨੇ ਮੈਨੂੰ ਜਿਹੜਾ ਨਾ ਕਿਹਾ ਤੇ ਮੈਂ ਆ ਗਿਆ। ਉਹ ਫਹੀਮ ਇੱਕ ਲੜਕਾ ਫਹੀਮ ਗੋਹਰ ਉਹਨੇ ਤੇ ਮਲਕ ਕਾਮਰਾਨ ਜਰਮਨੀ ਵਾਲਾ ਉਹਨੇ, ਹੋਰ ਵੀ ਸਰ ਮੁੰਡੇ। ਮੈਂ ਆਇਆ ਤੇ ਉਹਨਾਂ ਨੇ ਲਿੰਕ ਦਿੱਤਾ ਜੀ ਇਹ ਲਿੰਕ ਹੈ। ਮੈਂ ਕਿਹਾ ਯਾਰ ਇੰਜ ਵੇ ਕਿ ਇੱਥੇ ਹੁਣ ਲਾਈਵ ਆਉਣ ਦੇ ਵਾਸਤੇ ਤੇ ਇਹ ਸਹੂਲਤ ਨਹੀਂ ਹੈ। ਤੇ ਉਹ ਬੰਦੇ ਉਹਨਾਂ ਨੇ ਕਿਹਾ ਤੁਹਾਡੇ ਹੁਣੇ ਹੀ ਅਸੀਂ ਪੂਰੇ ਕਰਾਨੇ ਆ ਫਾਲੋਵਰ। ਉਹ ਫਾਲੋਵਰ ਇੰਜ ਮਿੰਟਾਂ 'ਚ ਪੂਰੇ ਕਰਾਏ ਤੇ ਮੈਂ ਲਾਈਵ ਆ ਗਿਆ। ਮੈਂ ਮਦੀਨੇ ਸਾਂ, ਮਦੀਨਾ ਸ਼ਰੀਫ। ਮੈਂ ਵੇਖ ਕੇ ਹੈਰਾਨ ਤੇ ਪਰੇਸ਼ਾਨ, ਕਟਾ ਕੱਟ ਜਨਾਬ ਮੈਸੇਜ ਔਰ ਧੂਆਂਦਾਰ ਡਿਬੇਟਾਂ ਹੋ ਰਹੀਆਂ ਨੇ। ਮੈਂ ਨਾ ਪੂਰੀ ਰਾਤ ਬਹਿਨ, ਫਿਰ ਕਾਦੀਆਨੀਆਂ ਦੀਆਂ ਇੰਨੀਆਂ ਬਰਾਡਾਂ ਚੱਲ ਰਹੀਆਂ ਸਨ ਔਰ ਮੈਂ ਹੈਰਾਨ, ਮੈਂ ਕਿ ਯਾਰ ਰਾਤੀ ਹੋ ਗਈ, ਕਮਾਲ ਹੋ ਗਿਆ। ਅੱਛਾ ਹੁਣ ਐਂਟਰੀ ਅਸੀਂ ਜਦੋਂ ਮਾਰੀਏ ਨਾ ਤੇ ਜਨਾਬ ਉਹ ਮਸਰੂਰ ਦੀ ਉਹ ਲਾਸਟ ਸੀ ਜਿਹਦੇ ਤੇ ਮੈਂ ਆਇਆ ਸਾਂ। ਉਸ ਤੋਂ ਬਾਅਦ ਉਹਨੂੰ ਮੈਂ ਟਿਕਟੌਕ ਤੇ ਵੇਖਿਆ ਹੀ ਨਹੀਂ, ਉਹ ਪਤਾ ਨਹੀਂ ਕਿੱਥੇ ਮਰ ਗਏ। ਉਹਦੀ ਲਾਸਟ ਉਹਦੀ ਬਰਾੜ ਸੀ ਤੇ ਮੈਂ ਐਂਟਰੀ ਮਾਰ ਦਿੱਤੀ, ਜਾਂਦੀ ਐਂਟਰੀ ਮਾਰ ਦਿੱਤੀ। ਉਹ ਰਿਕਾਰਡਿੰਗ, ਸਾਰਾ ਰਿਕਾਰਡ ਮੇਰੇ ਕੋਲ ਮੌਜੂਦ ਹੈ, ਅਵਲ ਦਿਨ ਤੋਂ ਲੈ ਕੇ ਹੁਣ ਤੱਕ ਦਾ ਹਜੇ ਵੀ ਰਿਕਾਰਡਿੰਗ ਹੋ ਰਹੀ ਹੈ। ਤੇ ਮੈਂ ਹਰ ਚੀਜ਼ ਦਾ ਰਿਕਾਰਡ ਰੱਖਣਾ ਵਾ ਆਪਣੇ ਕੋਲ। ਤੇ ਉਹ ਤਿੱਤਰ ਹੋ ਗਿਆ ਨਾ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹ ਡਰਾਮੇ ਸ਼ੁਰੂ ਕੀਤੇ ਜੇ, ਇਹ ਜਿਹੜੀ ਅੱਜ ਸਾਰੀ ਗੁਫ਼ਤਗੂ ਹੋਈ ਹੈ। ਮੈਂ ਸਾਰੀ ਪਲੈਨਿੰਗ ਸਮਝ ਗਿਆ ਕਰਦੇ ਕੀ ਨੇ। ਤੇ ਇਹਨਾਂ ਨੇ ਕਿਹਾ ਕਿ ਇਹਨਾਂ ਮੌਲਵੀਆਂ ਨੂੰ ਫੜਨ ਦਾ ਹੋਰ ਕੋਈ ਤਰੀਕਾ ਨਹੀਂ, ਇਹਨਾਂ ਨੂੰ ਇੰਜ ਕਰੋ, ਡੀਗ੍ਰੇਡ ਕਰੋ ਕਿਸੇ ਤਰੀਕੇ, ਇਹਨਾਂ ਨੂੰ ਖਸਕਾਓ। ਇਹਨਾਂ ਨੇ ਫਿਰ ਸਾਨੂੰ ਜਿਹੜਾ ਵੇ ਨਾ ਪਲੈਨਿੰਗ ਕਰਕੇ ਪੈਰਾਂ 'ਚੋਂ ਬੜਾ ਕੱਢਣ ਦੀ ਕੋਸ਼ਿਸ਼, ਤੇ ਅਜੇ ਤੱਕ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਤੁਹਾਡੇ ਪਿਓ ਲੱਗਣੇ ਆ ਪੁੱਤਰ, ਤੁਸੀਂ ਕੀ ਆ, ਤੁਸੀਂ ਤੁਹਾਡੀਆਂ ਮਾਵਾਂ ਉਦੋਂ ਤੁਹਾਨੂੰ ਲੰਗੋਟੇ ਬੰਦੀਆਂ ਸਰ ਜਦੋਂ ਦੇ ਅਸੀਂ ਸੋਸ਼ਲ ਮੀਡੀਆ ਤੇ ਮੌਜੂਦ ਆ। ਪਾਲ ਟਾਕ ਦੀ ਦੁਨੀਆ ਦੇ ਅਸੀਂ ਆ। ਇਹ ਤੇ YouTube ਤੇ ਗੂਗਲ ਤੇ ਇਹ ਉਹ ਤੇ ਹੁਣ ਆਈਆਂ ਨੇ ਫੇਸਬੁੱਕ। ਤੁਹਾਨੂੰ ਪਤਾ ਹੀ ਕੋਈ ਨਹੀਂ ਹੈ ਅਸੀਂ ਕੀ ਸ਼ੈਵਾਂ ਤੇ ਕਿਹੜੇ ਕਿਹੜੇ ਰੰਗ ਅਸੀਂ ਵੇਖੇ ਨੇ। ਤੁਸੀਂ ਸਾਡੇ ਭਾ ਦੇ ਕੁਝ ਵੀ ਨਹੀਂ ਹੈ। ਹਾਂ ਤੇ ਬੰਦੇ ਦੇ ਪੁੱਤਰ ਬਣੋ। ਲਿੱਤਰ ਤੁਹਾਨੂੰ ਉਹ ਪੁੱਤਰ ਇਸੇ ਟਿਕਟੌਕ ਤੇ ਲਾਵਾਂਗੇ तो ਤੁਸੀਂ खैर मनाओगे। बहरहाल यही है, नए लड़कों से बात चली है। नए लड़कों का रोला अब ये हो गया है कि शौक है इनको कि मुफ्ती मुबशर उनके इंज करता है पे ना मुनाजरे, तो असी भी उंज जाके करिए। मैंने अपनी वैसे मिसाल दी है, बड़े बड़े जितने भी डिबेटर हैं, आमिर नज़ीर है, जाहिद बैठा है, जिया रसूल है, बड़े बड़े, वो इनको वो ना करते हैं, कॉपी करने की कोशिश करते हैं कि किसी तरीके हम भी ये ना बड़े डिबेटा करिए। थे हवाला एक होता है। अब आगे जाके उसको पता नहीं कि वो कितनी बड़ी वो बुलाएं हैं, वो तो शातिर हैं बहुत बड़े, उन्होंने उस तेरे हवाले की तरफ आना ही नहीं। वो जो तू एक पर्ची लेके गया है ना, उन्होंने उधर तो आना ही नहीं। तू क्या करेगा फिर? अब ये रोल है, इसके लिए बंदे, खिलाड़ी बंदे चाहिए जिनको कादियानी की इच्ची बिच्ची का पता हो कि अगर कादियानी इधर जाएगा तो मैं इधर से पकड़ लूंगा, इसको इधर से जाएगा इधर से पकड़ लूंगा। हाँ इंज दा बंदा चाहिए इत्थे। इत्थे लूले लंगड़ा बंदा, 2-4 पर्चियां लैन वाला बंदा नहीं टेक सकता, चल ही नहीं सकता। किन चलेगा? वो खुद भी जलील होएगा, सानू भी जलील कराएगा। ਇਹਦੇ ਨਾਲ ਬਿਹਤਰ ਇਹ ਨਾ ਕਿ ਅਸੀਂ ਮਤਲਬ ਇੰਜ ਦੇ ਬੰਦਿਆਂ ਨੂੰ ਅਸੀਂ ਕਹੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ, ਇਹ ਕੋਈ ਐਵੇਂ ਧੱਕੇ ਨਾਲ ਹੀ। ਆਹੋ ਸਿੱਧੀ ਤਰ੍ਹਾਂ ਅਸੀਂ ਕਿਉਂ ਦਲੀਲ ਹੋਈਏ ਬਾਈ? ਉਹ ਤੂੰ ਸਾਡੇ ਨਾਲ ਤਲਕ ਬਣਾਉਂਦਾ ਹੈ ਪਿਆ, ਉਸਤਾਦ ਜੀ ਕਰਕੇ। ਉਹ ਅਸੀਂ ਕੀ, ਅਸੀਂ ਤੈਨੂੰ ਕੀ ਸਮਝਨੇ ਬਾਈ? ਤੂੰ ਕੌਣ ਹੈ ਬਾਈ? ਯਾਦ ਤਿਆਰੀ ਕਰਨਾ, ਤੂੰ ਸਾਡੇ ਕੋਲ ਕੀ ਪੜ੍ਹਿਆ ਹੈ? ਤੂੰ ਉਸਤਾਦ ਜੀ ਤੇ ਕਹਿਣਾ ਪਿਆ ਸਾਨੂੰ, ਪੜ੍ਹਿਆ ਕੀ ਹੈ ਸਾਡੇ ਕੋਲੋਂ? ਕੀ ਸਿੱਖਿਆ ਸਾਡੇ ਕੋਲੋਂ? ਉਸਤਾਦ ਤੇ ਤੇਰਾ ਤੇ ਮਾਹਿਰ ਹੈ ਇਸ ਕੰਮ ਦਾ, तू की सीखे साडे को? तो ड्रामेबाजी हो रही है, हम सब समझते हैं, सब जानते हैं गेम क्या हो रही है। तो 12 लाख के 4 रखने की जरूरत है और बंदे तैयार करो बस। और अपने अपने तय लगे हुए हैं सारे, कोशिश कर रहे हैं। मैं भी इंशाल्लाह कोशिश कर रहा हूँ, अभी इदारा जामिया खत्म नबूवत बनाने की कोशिश कर रहा हूँ इसी तनाजुर के अंदर
कि इंशाल्लाह टीमें तैयार करेंगे हम, तो काबिल दयानो मज़ाहब के ऊपर इंशाल्लाह। मुफ्ती साहब आखिरी एक दो जुमले तो मैं फिर आप जारी रखिएगा। अल्लाह ताला का बड़ा फजल है कि ये जो गालीबाज ब्रिगेड है जिनको इन्होंने हाई जैक किया हुआ था, वो इनके अपने लोग भी जो नासमझ थे वो इनसे तंग आए हुए हैं और वो इनको छोड़ रहे हैं, कहते हैं जनाब हमें गालियां बक बक के हम तंग आ गए हैं अब। जी बहुत शुक्रिया। ਉਹ ਨਹੀਂ ਜੀ, ਉਹ ਪਤਾ ਕੀ ਉਹ ਨਾ ਉਹ ਫਖਰ ਮਹਿਸੂਸ ਕਰਦੇ ਨੇ ਮੈਂ ਅਬਿਊਜ਼ਰ ਹਾਂ, ਅਬਿਊਜ਼ਿੰਗ ਮਤਲਬ ਉਹ ਐਸੀ ਗਾਲੀ ਇਹਨਾਂ ਨੇ ਰਟੀਆਂ ਨੇ, ਉਹ ਤੋਬਾ ਅਸਤਗਫਿਰullah, ਪਤਾ ਨਹੀਂ ਇਹ ਗਾਲਾਂ ਕਿੱਥੇ ਬਹਿ ਕੇ ਬਣਾਉਂਦੇ ਨੇ ਯਾਰ। ਤੇ ਬਸ ਛੱਡੋ ਯਾਰ, ਐਵੇਂ ਗੱਲ ਕੋਈ ਹੈ ਕੋ ਨਹੀਂ, ਵਿੱਚ ਆਂਦਾ ਜਾਂਦਾ ਹੈ ਕੁਝ ਨਹੀਂ, ਗਾਲੀ 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 ਯਾਰ। ਗਾਲੀਆਂ ਦਾ ਨਾਲ ਵੀ ਮਜ਼ਹਬ ਸੱਚੇ ਹੋਏ ਨੇ ਕਦੀ ਹੈ? ਚੰਗਾ ਕੰਮ ਤੁਸੀਂ ਫੜਿਆ ਬਈ। ਉਹਦੇ ਚ ਐਵੇਂ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹ ਰਹੇ ਨੇ। ਉਹ ਗਾਲਾਂ ਕੱਢ ਕੇ ਇਸਲਾਮ ਨੂੰ ਚੂੰਕਿ ਨੁਕਸਾਨ ਪਹੁੰਚਾਉਣਾ ਉਹਨਾਂ ਨੇ, ਉਹਨਾਂ ਨੂੰ ਪਤਾ ਵੇ ਕਿ ਬਈ ਅਸੀਂ ਗਾਲਾਂ ਕੱਢਾਂਗੇ ਲੋਕ ਇਹੋ ਹੀ ਕਹਿਣਗੇ ਕਿ ਇਹ ਵੇਖੋ ਜੀ ਖਤਮੇ ਨਬੂਵਤ ਦੇ ਮੁਜਾਹਿਦ ਗਾਲਾਂ ਕੱਢਦੇ ਜੇ ਪਏ, ਤੇ ਇਸਲਾਮ ਬਦਨਾਮ ਹੋਏਗਾ ਤੇ ਖਤਮੇ ਨਬੂਵਤ ਦੇ ਮੁਜਾਹਿਦੀਨ ਬਦਨਾਮ ਹੋਣਗੇ। ਉਹ ਇਹ ਵੀ ਡਰਾਮਾ ਅਸਲ ਦਾ ਉਹਨਾਂ ਦਾ ਜਿਹੜੀ ਉਹ ਗੇਮ ਕਰ ਰਹੇ ਨੇ। ਮੁਫਤੀ ਸਾਹਿਬ ਇੰਨੀਆਂ ਗਾਲਾਂ ਤੇ ਕੋਈ ਮੂਮਨ ਕੋਈ ਮੁਸਲਮਾਨ ਕੱਢ ਹੀ ਨਹੀਂ ਸਕਦਾ, ਤੇ ਇਹੋ ਜਿਹੀਆਂ ਗੰਦੀਆਂ ਗਾਲਾਂ ਨਾ ਸਿਰਫ ਇਹ ਕਿ ਮਰਜ਼ਾਈਆਂ ਨੂੰ ਕੱਢਦੇ ਨੇ, ਸਾਨੂੰ ਮੁਸਲਮਾਨਾਂ ਨੂੰ ਇਹ ਮੁਰਤਜ਼ਾ ਵਾਨ ਭਾਈ ਨੇ ਨਾ, ਇਹ ਹੁਣ ਮੈਂ ਇਹਨਾਂ ਨੂੰ ਦੱਸਣ ਲੱਗਾ। ਉਹ ਮੈਂ ਆਪਣੀ ਹੀ ਗੱਲ ਕਰ ਰਿਹਾ, ਮੁਸਲਮਾਨਾਂ ਨੂੰ ਕੱਢਦੇ ਨੇ, ਮੈਂ ਕਾਦੀਆਨੀਆਂ ਦੀ ਤੇ ਗੱਲ ਕੀਤੀ ਨਹੀਂ। ਕਾਦੀਆਨੀਆਂ ਨੂੰ ਤੇ ਕਦੀ ਉਹਨਾਂ ਨੇ ਹੱਥ ਵੀ ਨਹੀਂ ਜਲਾਇਆ। ਇਹ ਮੁਰਤਜ਼ਾ ਵਾਨ ਭਾਈ ਪਰਸੋਂ ਉੱਥੇ ਸਨ। ਮੁਰਤਜ਼ਾ ਵਾਨ ਭਾਈ ਤੁਹਾਡੇ ਆਣ ਦੀ ਬਾਅਦ ਜਿਹੜੀ ਗਾਲ ਕੱਢੀ ਹੈ ਨਾ, ਮੈਂ ਸੁਣ ਲਈ ਹੈ। ਮੈਂ ਤੁਹਾਨੂੰ ਸਿਰਫ ਇਹ ਦੱਸਣ ਲੱਗਿਆ, ਜਿਸ ਤਰ੍ਹਾਂ ਮੁਫਤੀ ਸਾਹਿਬ ਕਹਿੰਦੇ ਨੇ ਅੱਖਾਂ ਚਾਰ ਰੱਖੋ, ਅੱਲਾ ਦੀ ਤੌਫੀਕ ਔਰ ਰਹਿਮਤ ਨੇ ਸਾਡੀਆਂ ਅੱਖਾਂ ਚਾਰ ਨੇ ਤੇ ਦੁਆਲੇ ਸਾਡੀ ਨਜ਼ਰ ਹੁੰਦੀ। ਮੈਂ ਦੇਖਦਾ ਰਿਹਾ ਤੁਸੀਂ ਜਿੰਨੀ ਉੱਥੇ ਗੱਲ ਕਰਕੇ ਆਏ ਹੋ, ਤੇ ਜਿਸ ਵੇਲੇ ਤੁਸੀਂ ਉੱਥੋਂ ਸੜ ਲੂਸ ਕੇ ਵਾਪਸ ਆਏ ਹੋ, ਤੇ ਤੁਹਾਨੂੰ ਜਿਹੜੀਆਂ ਉੱਥੋਂ ਉਹਨਾਂ ਨੇ ਮਗਰ ਤੁਹਾਡੇ ਬਾਰੇ ਉਹਨਾਂ ਨੇ ਇਜ਼ਹਾਰ ਖਿਆਲ ਕੀਤਾ। ਇਸ ਗੱਲੇ ਇਹਨਾਂ ਬੰਦਿਆਂ ਤੋਂ ਪਿੱਛਾ ਰਹੋ, ਇਹਨਾਂ ਨੂੰ ਮੱਤ ਨਾ ਦੇਣ ਜਾਓ। ਬਿਲਕੁਲ ਇਹਨਾਂ ਨੂੰ ਆਖੋ ਵੀ ਤੁਸੀਂ ਬਾਤ, ਇਹਨਾਂ ਨੂੰ ਆਖੋ ਤੁਸੀਂ ਗਾਲਾਂ ਕੋ ਬਲਾਕ ਮਾਰ ਕੇ ਇਹਨਾਂ ਨੂੰ ਪਰ ਇਹਨਾਂ ਨੂੰ ਲੱਗੇ ਰਹੋ ਜਿਹੜੇ ਕੰਮ ਲੱਗੇ ਹੋ ਤੁਸੀਂ। ਇਹ ਸਾਡਾ ਮੂੰਹ ਕਾਲਾ ਪੇ ਕਰਵਾਉਂਦੇ ਨੇ ਮੁਸਲਮਾਨਾਂ ਦਾ ਔਰ ਇਸਲਾਮ ਦਾ ਨਾਂ ਪੇ ਬਦਨਾਮ ਕਰਦੇ ਨੇ, ਤਾਂ ਕਿ ਜਿਹੜੇ ਨਵੇਂ ਬੱਚੇ ਨੇ ਉਹਨਾਂ ਦਾ ਜ਼ਿਹਨ ਇਧਰੋਂ ਮੁਤਨਫਰ ਹੋਵੇ ਕਿ ਇੱਧਰ ਤੇ ਛੜੀਆਂ ਗਾਲਾਂ ਹੀ ਗਾਲਾਂ ਹਨ ਨੇ, ਤੇ ਉਹ ਮਰਜ਼ਈ ਪਿਆ ਨੇ ਆਓ ਕੁਰਾਨ ਨਾਲ ਗੱਲ ਕਰੀਏ। ਇਹਦਾ ਮਤਲਬ ਉਹ ਕੋ ਵੱਲ ਦੀਨੀ ਜਮਾਤ ਹੈ। ਸਾਡੇ ਤੇ ਸਾਰੇ ਗਾਲੀਬਾਜ਼ ਨੇ, ਇਹ ਪੇ ਇਮੇਜ ਬਣਾ ਕੇ ਫੋਟੋ ਬਣਾ ਕੇ ਦਿੰਦੇ ਨੇ। ਇਹ ਦੁਸ਼ਮਣ ਨੇ ਇਸਲਾਮ ਦੇ ਤੇ ਮੁਸਲਮਾਨਾਂ ਦੇ, ਖਤਮੇ ਨਬੂਵਤ ਦੀ ਇਸ ਤਹਿਰੀਕ ਦੇ। ਇਹ ਦੁਸ਼ਮਣ ਦੀ ਸਾਜ਼ਿਸ਼ ਹੈ। ਇਹ तमाम ਦੋਸਤ ਸੁਣ ਲਓ ਬਈ, ਤੇ ਤੁਸੀਂ ਇਹ ਵੀ ਗੌਰ ਕਰ ਲਿਆ ਹੋਏਗਾ ਕਿ ਆਮਿਰ ਭਾਈ ਦੀ ਤੇ ਮੁਬਸ਼ਰ ਸ਼ਾਹ ਦੀ ਗੱਲ ਇੱਕ ਵੇ। ਜੋ ਮੇਰੀ ਰਾਏ ਵੇ ਉਹੀ ਆਮਿਰ ਭਾਈ ਦੀ ਏ, ਤੇ ਜੋ ਆਮਿਰ ਭਾਈ ਦੀ ਰਾਏ ਵੇ ਉਹੀ ਮੇਰੀ ਏ। ਤੇ ਗੱਲ ਐ ਵੇ, ਅਸੀਂ ਤੁਹਾਡੇ ਪਤੇ ਦੀ ਗੱਲ, ਸਾਨੂੰ ਤੇ ਪਤਾ ਨਹੀਂ ਇਹ ਗੱਲਾਂ, ਅਸੀਂ ਤੁਹਾਡੇ ਪਤੇ ਦੀ ਗੱਲ ਕਰ ਰਹੇ ਹਾਂ। ਸਾਨੂੰ ਕੋਈ ਕਿਸੇ ਨਾਲ ਕੋਈ ਦੁੱਖ ਵੈਰ ਨਹੀਂ, ਤੇ ਨਾ ਹੀ ਸਾਨੂੰ ਕੋਈ ਭਾਈ ਮਸ਼ਹੂਰੀਆਂ ਤੇ ਬਰਾਡਾਂ ਚਲਾਉਣ ਦਾ ਕੋਈ ਰੋਲਾ ਨਹੀਂ, ਕੁਝ ਵੀ ਨਹੀਂ ਹੈ। ਵਾਤੂ ਇਜ਼ੂ ਮੰਤਸ਼ਾ ਵਾਤੂ ਜ਼ਿਲੂ ਮੰਤਸ਼ਾ। ਅਸੀਂ ਖਤਮੇ ਨਬੂਵਤ ਦੇ ਮੁਜਾਹਿਦੀਨ ਆ, ਤੇ ਅਸੀਂ ਇਹਨਾਂ ਚੀਜ਼ਾਂ ਨੂੰ ਬਾਲਾ ਤਾਕ ਰੱਖਣੇ ਆ। ਅਸੀਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਸਮਝਦੇ ਕੱਖ ਨਹੀਂ। ਹਾਂਜੀ ਮੈਂ ਕਹਿੰਦਾ ਜੀ ਇਹ ਤੇ ਐਵੇਂ ਭਲੇਖੇ ਲਵਾਉਣ ਵਾਲੀਆਂ ਗੱਲਾਂ ਨੇ ਨਾ। ਤੁਸੀਂ ਉਸ ਦਿਨ ਆਖਿਆ ਬਈ ਬਾਈਕਾਟ ਕਰਨਾ, ਮੈਂ ਆਖਿਆ ਜੀ ਬਾਈਕਾਟ ਹੋ ਗਿਆ, ਤੁਸੀਂ ਆਖਿਆ ਹਫਤਾ ਚੈੱਕ ਕਰ ਲੈਣੇ, ਮੈਂ ਆਖਿਆ ਠੀਕ ਹੈ। ਇਹ ਜ਼ਿਆਰ ਸੂਲ ਦੀ ਤੇ ਮੇਰੀ ਬਾਚੀ ਮਿਲ ਗਈ ਹਫਤੇ ਚ। ਜੇ ਸਹੁੰ ਚੁਕਾ ਲਓ ਜੇ ਅਸੀਂ ਕਿਸੇ ਬੰਦੇ ਨੂੰ ਮੱਥੇ ਲਾਇਆ। ਮੈਂ ਸੈਣੀ ਸਾਹਿਬ ਦੀ ਬਰਾੜ ਤੇ ਵੀ ਨਹੀਂ ਗਿਆ ਪੂਰਾ ਹਫਤਾ। ਕੱਲ ਇਹ ਵੀ ਚੀਜ਼ ਨੋਟ ਕਰ ਲਓ ਕਿ ਆਜਦ ਨੇ ਇੱਕ ਵਾਰੀ ਕਿਹਾ ਵੇ ਕਿ ਭਾਈ ਨਹੀਂ ਜਾਣਾ, ਤੇ ਕੋਈ ਵੀ ਨਹੀਂ ਸਾਡਾ ਮੁਜਾਹਿਦ ਗਿਆ, ਆਜਦ ਖੁਦ ਵੀ ਨਹੀਂ ਗਿਆ। ਤੇ ਇਹ ਵੇਖ ਲਓ ਸਾਡੇ ਚ ਇਤਫਾਕ ਤੇ ਪਿਆਰ ਤੇ ਮੁਹੱਬਤਾਂ, ਅੱਲਾ ਸਾਡੀਆਂ ਮੁਹੱਬਤਾਂ ਇੰਜ ਸਦਾ ਸਲਾਮਤ ਰੱਖੇ। ਅਲਹਮਦੁਲਿਲਾ। ਕੱਲ ਯਕੀਨ ਜਾਣਿਓ, ਮੈਂ 10 ਦਿਨਾਂ ਬਾਅਦ ਸੈਣੀ ਸਾਹਿਬ ਦੇ ਮੱਥੇ ਲੱਗਾ, 10 ਜਾਂ 11 ਦਿਨਾਂ ਬਾਅਦ। ਮੈਂ ਕਦੇ ਉਹਨਾਂ ਦੀ ਬਰਾੜ ਤੇ ਵੀ ਨਹੀਂ ਮੁੜ ਕੇ ਗਿਆ ਉਸ ਦਿਨ ਤੋਂ ਬਾਅਦ। ਐਸਾ ਮੈਂ ਕਿਹਾ ਵੀ ਜਦੋਂ ਹੁਣ ਬਾਈਕਾਟ ਮੁੱਕੇਗਾ ਫਿਰ ਗੱਲ ਕਰਾਂਗੇ ਕਿਸੇ ਨਾਲ। ਹਾਂ ਇੱਥੇ ਕੋਈ ਆ ਗਿਆ ਸਾਡੀ ਬਰਾੜ ਤੇ ਆ ਗਿਆ ਤੇ ਉਹਨੂੰ ਆਖਿਆ ਵੀ ਚਲੋ ਠੀਕ ਹੈ, ਗੱਲ ਤੂੰ ਜਿਹੜੀ ਕਰਨੀ ਕਰ ਲੈ, ਸੁਣਨੀ ਸੁਣ ਲੈ, ਲੇਕਿਨ ਅਸੀਂ ਕਿਸੇ ਦੀ ਬਰਾੜ ਤੇ ਨਹੀਂ ਜਾਣਾ। ਮੁਫਤੀ ਸਾਹਿਬ ਫੈਸਲਾ ਕੀਤਾ, ਭਰਾ ਨੇ ਜੋ ਨਾ ਫੈਸਲਾ ਕੀਤਾ इंशाल्लाह सिरे चाढ़ांगे, भावें धो नहीं जाएगी जुबान नहीं जान ली। और आमिर नज़ीर भाई सैयद ज़फ़रुल्लाह शाह से मेरे को कितनी दफ़ा पूछा यार ये कदू मुक गया, कोई दिहाड़ा है को किस तरह, और वो आए भी नहीं सन, वो टीम का उस तरह हिस्सा भी नहीं सन, लेकिन वो भी इस गल का ख्याल कर रहे सन भाई यार ये कोई दिहाड़ा रखा तुसी कोई दिन है। मैं आख्या जी इतवार सोमवार है, खैर होएगी इंशाल्लाह, तुसी इतनी देर तक अपने घंटे पूरे करो।
ਇਸ ਕੰਮ ਦੇ ਉੱਤੇ ਜਿਹੜਾ ਬੰਦਾ ਆਪਣੇ ਭਰਾ ਨਾਲ ਬੇਵਫਾਈ ਕਰਦਾ ਹੈ, ਉਹਦੇ ਫੈਸਲੇ ਨੂੰ ਖਰਾਬ ਕਰਦਾ ਹੈ, ਉਹਦੀ ਗੱਲ ਨੂੰ ਕੰਡ ਲਵਾਉਂਦਾ ਹੈ, ਉਹ ਦੀਨ ਦੀ ਕੰਡ ਲਵਾਉਂਦਾ ਹੈ, ਉਹ ਤਰੀਕੇ ਖਤਮੇ ਨਬੂਵਤ ਦੇ ਮਿਸ਼ਨ ਦਾ ਉਹ ਬੇੜਾ ਗਰਕ ਕਰਦਾ ਹੈ। ਜਿਹੜਾ ਬੰਦਾ ਆਪਣੇ ਭਰਾ ਨੂੰ ਇੰਜ ਕੰਡ ਪਿੱਛੇ, ਮੈਂ ਤੇ ਇਹਨਾਂ ਨੂੰ ਦੋਵੇਂ ਮੁੰਡਿਆਂ ਨੂੰ ਤੇ ਮੈਂ ਆਪਣਿਆਂ ਨੂੰ ਇਸ ਗੱਲ ਵਾਸਤੇ ਝਿੜਕਿਆ, ਹਾਲਾਂਕਿ ਇੱਥੇ ਝਿੜਕਣ ਦਾ ਵਕਤ ਕੋ ਨਹੀਂ, ਦੌਰ ਕੋ ਨਹੀਂ, ਆਪਣੇ ਆਪਣੇ ਘਰੋਂ ਸਭ ਖਾਂਦੇ ਨੇ। ਉਹ ਮੈਂ ਕਿਹਾ ਯਾਰ ਜੇ ਤੁਹਾਡੀ ਆਪਸ ਚ ਕੋਈ ਲੜਾਈ ਹੈ ਸੀ ਤੇ ਤੁਸੀਂ ਉੱਥੇ ਮਰਜ਼ਾਈਆਂ ਦੀ ਬਰਾੜ ਤੇ ਜਾ ਕੇ ਇਹ ਕਿਹੜੀ ਚਵਲ ਮਾਰੀ, ਇੱਕ ਦੂਜੇ ਦੇ ਖਿਲਾਫ ਗੱਲਾਂ ਕੀਤੀਆਂ ਨੇ। ਉਹ ਅਕਲ ਦਾ ਇਲਾਜ ਕਰਾਓ ਜਾ ਕੇ। ਮੁਸਲਮਾਨ ਦਾ ਕੀ ਕੰਮ ਹੈ ਆਪਣੇ ਮੁਸਲਮਾਨ ਭਰਾ ਦੇ ਬਾਰੇ ਇਹੋ ਜਿਹੀਆਂ ਜਾ ਕੇ ਗਲਤ ਗੱਲਾਂ ਕਰਨੀਆਂ? ਜੇ ਕੋਈ ਇਖਤਲਾਫ ਤੁਹਾਡਾ ਇੱਕ ਦੂਜੇ ਨਾਲ ਹੈ ਸੀ, ਤੁਸੀਂ ਇੱਥੇ ਹੀ ਹੱਲ ਕਰ ਲੈਣਾ ਸੀ। ਮੁਸਲਮਾਨ ਆਪਣੇ ਭਰਾ ਦੇ ਬਾਰੇ ਇੰਝ ਹੀ ਬਿਲਕੁਲ ਬਿਹੇਵ ਕਰਨਾ ਚਾਹੀਦਾ ਜਿਸ ਤਰ੍ਹਾਂ ਉਹ ਆਪਣੇ ਸੱਕੇ ਭਰਾ ਦੇ ਬਾਰੇ। ਅਸੀਂ ਘਰ ਆਪਣੇ ਸੱਕੇ ਭਰਾਵਾਂ ਨਾਲ ਕਈ ਵਾਰੀ ਲੜ ਪੈਂਦੇ, ਮੂੰਹ ਮੋਟੇ ਵੀ ਹੁੰਦੇ ਆ, ਰੇਂਜ ਵੀ ਹੁੰਦੇ ਆ, ਲੇਕਿਨ ਜਿੱਥੇ ਇੱਜ਼ਤ ਬੇਇੱਜ਼ਤੀ ਦਾ ਮਾਮਲਾ ਹੁੰਦਾ ਹੈ, ਆਖੀ ਤਾਂ ਮੇਰਾ ਭਰਾ ਹੈ, ਮੇਰੀ ਇੱਜ਼ਤ ਹੈ, ਕੀ ਕਰੀਏ? ਜੋ ਉਹਨੇ ਫੈਸਲਾ ਕਰ ਸਕਦਾ ਠੀਕ। ਮੈਂ ਤੇ ਇੰਝ ਮੁਫਤੀ ਸਾਹਿਬ ਦੀ ਗੱਲ ਹੋਈ ਜਾਂ ਕਿਸੇ ਵੀ ਭਰਾ ਦੀ ਗੱਲ ਹੈ, ਉਹ ਸਾਹਿਲ ਕਾਇਲੂ ਨੇ ਇੱਕ ਦਿਨ ਪਤਾ ਨਹੀਂ ਕਿਹੜਾ ਕੰਮ ਕੀਤਾ, ਕੋਈ ਗੱਲ ਕਰ ਆਇਆ ਤੇ ਮੈਂ ਇਹਨੂੰ ਪਤਾ ਨਹੀਂ ਕਿਹਨੇ ਆਖਿਆ, ਮੈਂ ਯਾਰ ਤਾਂ ਕਿ ਉਹ ਗਲਤ ਹੀ ਗੱਲ ਕਰ ਰਿਹਾ ਜਾਂ ਸਹੀ ਕਰ ਰਿਹਾ, ਜੋ ਉਹਨੇ ਫੈਸਲਾ ਕਰ ਸਕਦਾ ਠੀਕ ਹੈ। ਕੋਈ ਮੇਰੇ ਨਾਲ ਹਰੇ 10 ਸਾਲ ਨਿੱਕਾ ਹੋਵੇਗਾ, ਭਰਾ ਹੈ ਨਿੱਕਾ, ਕੋਈ ਗੱਲ ਨਹੀਂ। ਇਹਨਾਂ ਨੂੰ ਭਰਾਵਾਂ ਅਸੀਂ ਤੇ ਸਾਰੇ ਆਪਸ ਬਿਹੇਵ ਕਰਦੇ ਆ, ਤੇ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਨਾ, ਬਸ ਇਹਨਾਂ ਤੋਂ ਮੁਤਾਤ ਹੋਣ ਦੀ ਜ਼ਰੂਰਤ ਹੈ। ਆਪਣੇ ਇਹਨਾਂ ਸਾਥੀਆਂ ਨੂੰ ਵੀ ਦੱਸਣੇ ਆ ਇਹ ਤੁਹਾਡੇ ਦੀਨ ਦੇ ਬਾਰੇ, ਤੁਹਾਡੀ ਖਤਮੇ ਨਬੂਵਤ ਦੇ ਬਾਰੇ ਇੱਕ ਬੜੀ ਵੱਡੀ ਸਾਜ਼ਿਸ਼ ਹੈ ਕਿ ਬਈ ਇਹ ਉੱਥੇ ਗੁਸਤਾਖੀਆਂ ਹੋਣ ਲੱਗੀਆਂ ਨੇ ਤੇ ਮੁਨਾਜ਼ਰਾ ਨਹੀਂ ਕਰਨਾ ਚਾਹੀਦਾ, ਤੇ ਇਹਨਾਂ ਨੂੰ ਦਲੀਲ ਨਹੀਂ ਦੇਣੀ ਚਾਹੀਦੀ, ਇਹਨਾਂ ਕੋਲ ਦਲੀਲ ਨਹੀਂ ਮੰਗਣੀ ਚਾਹੀਦੀ। ਇਹ ਜੋ ਕੋ ਪ੍ਰੋਪੇਗੈਂਡਾ ਹੋਣ ਲੱਗੇ ਹੈ ਨਾ, ਇਹ ਸਿਰਫ ਤਹਿਰੀਕੇ ਖਤਮੇ ਨਬੂਵਤ ਦੇ ਨਾਲ ਦੁਸ਼ਮਣੀ ਹੋਣ ਲੱਗੀ। ਇਹਨਾਂ ਬੰਦਿਆਂ ਤੋਂ ਪਰਹੇਜ਼ ਕਰੋ, ਨਾ ਇਹਨਾਂ ਦੀ ਗੱਲ ਸਾਡੇ ਕੋਲ ਲੈ ਕੇ ਆਓ ਤੇ ਨਾ ਸਾਡੀ ਉਹਨਾਂ ਕੋਲ ਲੈ ਕੇ ਜਾਓ। ਬਾਈਕਾਟ ਮਾਰ ਦਿਓ, ਉਹਨਾਂ ਨਾਲ ਨਹੀਂ ਮਾਰਨਾ ਤੇ ਬੇਸ਼ੱਕ ਉਹਨਾਂ ਕੋਲ ਗੱਲ ਕਹਿ ਕੇ ਆਮਿਰ ਭਾਈ ਮੈਂ ਜ਼ਰਾ ਜਾਣਾ ਹੈ, ਮੇਰਾ ਥੋੜਾ ਕੰਮ ਹੈ ਮਾਜ਼ਰਤ ਨਾਲ। ਇਹ ਗੱਲਾਂ ਜੇ ਉਹ ਭਾਈ ਅੱਜ ਰਿਕਾਰਡਿੰਗ ਕਿਉਂਕਿ ਹੋ ਰਹੀ ਹੈ ਤੇ ਇਹ ਰਿਕਾਰਡਿੰਗ ਜਾਏਗੀ ਤੇ ਤਸਵੀਰ ਦੇ ਦੋਨੋਂ ਰੁਖ ਸਾਹਮਣੇ ਹੋਣੇ ਚਾਹੀਦੇ ਨੇ ਕੌਮ ਦੇ। ਇਹੋ ਹੀ ਉਹ ਵਜੂਹਾਤ ਨੇ ਕਿ ਕੁਝ ਨਾ ਸਮਝ ਕਿਸਮ ਦੇ ਮੇਰੇ ਆਪਣੇ ਹੀ ਮੇਰੇ ਪਿਆਰੇ ਮੈਨੂੰ ਕਹਿੰਦੇ ਨੇ ਕਾਫਰ ਹੋ ਗਿਆ ਜੀ ਬੰਦਾ, ਇਹ ਬੰਦਾ ਕਾਫਰ ਹੋ ਗਿਆ, ਇਹ ਭਾਬੀਆਂ ਨਾਲ ਬਹਿੰਦਾ ਜੇ। ਵਮਾ ਲੈਣਾ ਇਲਲ ਬਲਾਗ। अस्सलाम वालेकुम रहमतुल्लाह। वालेकुम अस्सलाम रहमतुल्लाह वबरकातुहू। मुफ्ती मुबशर साहब एक सेकंड सिर्फ ਜਾਣ ਦੋ ਮੁਫਤੀ ਸਾਹਿਬ ਨੂੰ ਜਾਣ ਦੋ, ਉਹਨਾਂ ਨੂੰ ਕੰਮ ਗੱਲ ਬੜੀ ਸੁਣਾ ਕੇ ਜਾਂਦੇ। ਠੀਕ ਹੋ ਗਿਆ। अस्सलाम वालेकुम। ਵਾਲੇਕੁਮ ਸਲਾਮ ਜੀ। ਰਾਜਾ ਸਾਹਿਬ ਸੁਣਾਓ। ਅਸਲ ਵਿੱਚ ਨਾ ਇਹ ਸਾਡੇ ਜਿਹੜੇ ਨੰਨੇ ਮੁੰਨੇ ਮੁਜਾਹਿਦੀਨ ਜਿਹੜੇ ਨੇ ਨਾ, ਜਿਹੜੇ ਉਹਨਾਂ ਦੀਆਂ ਬਰਾਡਾਂ ਤੋਂ ਮਤਲਬ ਥੋੜਾ ਜਿਹਾ ਮੈਂ ਵਰਡ ਯੂਜ਼ ਕਰਨਾ ਹੈ ਕਿ ਜ਼ਲੀਲ ਹੋ ਕੇ ਆਉਂਦੇ ਨੇ, ਗਾਲਾਂ ਖਾ ਕੇ ਆਉਂਦੇ ਨੇ ਨਾ, ਉਹ ਫਿਰ ਗੁੱਸਾ ਆ ਕੇ ਇੱਥੇ ਕੱਢਦੇ ਨੇ ਕਿ ਸਾਡੀ ਤੇ ਹੋਣੀ ਦਾਲ ਗਲੀ, ਚਲੋ ਇਹਨਾਂ ਦੀ ਵੀ ਨਹੀਂ ਗਲਨ ਦੇਣੀ ਹੁਣ ਅਸਾਂ। ਨਹੀਂ ਤੇ ਜਾਚ ਸਿੱਖਣ ਨਾ, ਪੜ੍ਹਨ ਨਾ, ਕਿਤਾਬਾਂ ਪੜ੍ਹਨ ਨਾ, ਉਹਨਾਂ ਦਾ ਮਤਾਲਿਆ ਕਰਨ, ਉਹਨਾਂ ਨੂੰ ਦਲੀਲ ਨਾਲ ਢਾਣ। ਜਿਸ ਦਿਨ ਇਹਨਾਂ ਨੇ ਇਹ ਕੰਮ ਸਿੱਖ ਲਿਆ ਨਾ, ਇਹ ਸਾਡੇ ਨਾਲ ਆ ਕੇ ਬਹਿ ਕੇ ਕਰਨਗੇ, ਦੇਖਿਓ ਤੁਸੀਂ। ਕੋਈ ਲੋਕ ਹੋਣਗੇ ਜਿਹੜੇ ਕਹਣਗੇ ਨਹੀਂ ਸਹੀ ਕਰ ਰਹੇ ਹੋ ਤੁਸੀਂ, ਇਹਨਾਂ ਨੂੰ ਦਲੀਲ ਕਰੋ ਦਲੀਲਾਂ ਨਾਲ। ਆਮਰ ਸਾਹਿਬ ਹੁਣ ਦਲੀਲ ਕੋਈ ਨਹੀਂ ਉੱਤੇ ਜਾ ਕੇ ਨਾ ਸਬੂਤ ਹਾਜ਼ਰ ਹੈ ਜਿਲਦ 3, ਇਹ ਕਾਦੀਆਨੀਆਂ ਦੇ ਉੱਤੇ ਇੰਨੀ ਕੁ ਮੁਦੱਲਲ ਕਿਤਾਬ ਹੈ ਨਾ ਇਹਨਾਂ ਦੇ, ਉਹਦੇ ਉੱਤੇ ਲਿਖੀ ਕਿ ਬਹੁਤ ਹੀ ਮੁਸਤਨਦ ਕਿਤਾਬ ਹੈ, ਕਾਦੀਆਨੀਆਂ ਉੱਤੇ ਲਿਖੀ ਗਈ ਹੈ। ਪਤਾ ਹੈ ਮੇਰੇ ਤੋਂ ਕਿਹੜੀ ਭੁੱਲੀ ਗੱਲ, ਲੇਕਿਨ ਇਹ ਕਿ ਉਹ ਤੁਸੀਂ ਉਸ ਗੱਲ ਨੂੰ ਮਾਮੂਲੀ ਜੀ ਨੂੰ ਨਾ ਐਡਾ ਟੈਨਸ਼ਨ ਨਾ ਲਿਆ ਕਰੋ। ਭਰਾਵਾਂ ਦੀ ਗੱਲ ਉੱਚੀ ਨੀਵੀਂ ਆਵਾਜ਼ ਸੁਣ ਕੇ ਨਾ ਤੇ ਜਰਜੀ ਦਾ ਹੁੰਦਾ। ਉਮਰ ਮੁਖਤਿਆਰ ਸਾਹਿਬ ਮੈਂ ਹੁਣ ਉਹਨਾਂ ਨੂੰ ਆਵਾਜ਼ ਇਸ ਲਈ ਦਿੱਤੀ, ਉਹ ਚਲੇ ਗਏ, ਮੈਂ ਫੇਰ ਉਹਨਾਂ ਕੋਲ ਮਾਜ਼ਰਤ ਕਰਨਾ ਚਾਹਨਾ ਹਾਂ। ਅਸਲ ਚ ਨਾ ਇਹਨਾਂ ਮੈਨੂੰ 2-3 ਦਫਾ ਨਾ ਕਾਫੀ ਜ਼ਲੀਲ ਕੀਤਾ ਤੇ ਮੈਂ ਕਿਹਾ ਯਾਰ ਚੰਗੀ ਨਹੀਂ, ਉਹਨਾਂ ਦਾ ਥੋੜਾ ਜਿਹਾ ਲਹਿਜਾ ਤੁਰਸ਼ੇ। ਸਾਡੇ ਆਪਣੇ ਸਾਥੀ ਵੀ ਕਈ ਕੰਪਲੇਂਟਾਂ, ਤੁਸੀਂ ਨਹੀਂ ਕਰੋ, ਹੋਰ ਵੀ ਕਈ ਕਰਦੇ ਨੇ ਕਿ ਯਾਰ ਮੁਫਤੀ ਸਾਹਿਬ ਬਲੇ ਮਰਜ਼ਾਈ ਵੀ ਮੇਰੇ ਨਾਲ ਸ਼ਿਕਾਇਤਾਂ ਕਰਦੇ ਰਹਿੰਦੇ ਨੇ, ਤੁਸੀਂ ਤੇ ਸਾਡੇ ਨਾਲ ਨਹੀਂ ਕਰਦੇ, ਮੁਫਤੀ ਹੋਰੀ ਸਾਡੇ ਨਾਲ ਇੰਝ ਜ਼ਿਆਦਤੀ ਕਰਦੇ ਨੇ। ਤੇ ਮੈਂ ਇਹਨਾਂ ਨੂੰ ਨਾ ਵੀ ਉਹਨਾਂ ਦਾ ਇੱਕ ਅੰਦਾਜ਼ ਹੈ ਆਪਣਾ। उमर मुख्तार साहब कोई गल करना चाहते हो? जी अस्सलाम वालेकुम। वालेकुम सलाम जी। अभी मैं मुफ्ती साहब की बातें सुन रहा था, माशाल्लाह बहुत प्यारी बातें कर रहे थे। और आज मैं इसी तरह तकरीबन 2-3 दिन से ये मेरे टिकटॉक पे भी ये जो कादियानों के अहमदियों के कुछ चैनल हैं, इनकी लाइव डिस्कशन आती रहती है, मैं सुनता रहा हूँ। तो आज पहली बार मैं इनके साथ एज अ गेस्ट गया, थोड़ी सी बात की, लेकिन मैंने वहाँ से यही महसूस किया कि इन लोगों ने अपने पास ऑनलाइन इतना डेटा रखा होता है कि हमारे जो नए लड़के वहाँ पे जाते हैं तो इसी तरह जलील होके आते हैं, और वो साथ साथ हम सबको जलील कर देते हैं, क्योंकि नॉलेज ना होने की वजह से वो वहाँ पे मार खा जाते हैं। तो मेरा आप लोगों से सिर्फ ये रिक्वेस्ट है कि आप लोग यहाँ पे ब्रॉड पे आते हैं तो आप कोशिश करें
کہ جتنے بھی نئے ینگ جنریشن ہیں یہاں پہ انہیں آپ اتنا گائیڈ کریں یا اتنا انہیں نالج دیں ان کتابوں سے جن کتابوں پہ تقریباً تمام جتنے بھی مسلط ہے سب متفق ہیں، تو آپ ان کتابوں کے حوالے سے اپنے لڑکوں کو اتنا گائیڈ کریں کہ وہ کسی صورت میں گمراہی کے راستے پہ جا نہ سکیں اور ہر بات کا ایک ممکنہ اور صحیح جواب دے سکیں۔ عمر مختار صاحب، ہماری پوری کوشش ہے، لیکن پاکستان میں اللہ نے بڑی رحمت کی ہے، آبادی اتنی زیادہ ہے، ہر بندے کی جیب میں موبائل اور ٹک ٹاک ہے، سارے لوگوں کی تو ہم گارنٹی نہیں دے سکتے، ہم یہ انشاءاللہ ضمانت دیتے ہیں کہ جو ہماری برادوں کو جوائن کرے رکھے گا، ان ٹچ رہے گا، انشاءاللہ وہ کسی مرزائی کے سامنے ذلیل نہیں ہو سکتا اور لاجواب نہیں ہو سکتا۔ ایک بات یہاں سے بتا کے بھیجتے ہیں، ایک نوجوان لڑکا جاتا ہے، ابھی کل ایک بندہ میں نے دیکھا، پہلی دفعہ جا کے اس نے کہا میں وہ حدیث پوچھنا چاہتا ہوں جس حدیث کے تحت آپ امام مہدی مرزا صاحب کو مانتے ہیں۔ مولم نے جواب دیا اس طرح کی واضح کوئی دلیل ہمارے پاس نہیں، ریکارڈنگ میرے پاس موجود ہے، لاجواب کر کے آ جاتے، ایک چھوٹی سی بات جا کے پوچھتے ہیں۔ ہاں ایک بندہ اس کو پتہ ہی نہیں ہے، اس نے پڑھا ہی کچھ نہیں، وہ پاکستان بچہ تھا، فیڈر پی رہا تھا، ماں نے فیڈر چھین کے اس کے ہاتھ میں موبائل پکڑا دیا، وہ اس سے کھیلنے لگے، اس نے ٹک ٹاک آن کر دی، وہ چلا جاتا براڈ کو، اس کی تو ہماری ذمہ داری نہیں ہے۔ ادھر رہیں، مفتی صاحب کے ساتھ جوائن رہے ہیں، ہمارے ساتھ جوائن رہے، انشاءاللہ مرزائیوں کے لیے اتنا مواد ہے کہ آپ کبھی بھی وہاں پر لاجواب ہو کے نہیں آئیں گے۔ انشاءاللہ جی، میں آج تو پہلی بار آپ کی براڈ دیکھ رہا ہوں اور آپ کو سنتے رہیں گے انشاءاللہ۔ میرا بھی یہی مشن ہے، میں نے بھی آج جی جزاک اللہ، بہت بہت شکریہ۔ سپر صاحب نے کوئی بات کرنی، کہتے ہیں مجھے جلدی ہے، میں نے جانا ہے، تھوڑا موقع دے، اگر آپ کے پاس ٹائم ہے تو بعد میں بات۔ جی جی کریں جی بات۔ جی عمر بھائی، میرا نام ہے محمود حسن پورا، میں آپ کو بتا دیتا ہوں، اس میں کوئی بات نہیں ہے، وہ بس ایسا رکھا ہوا ہے۔ تو بات یہ ہے کہ کل آپ ادھر بیٹھے تھے، میں سنتا رہا ہوں، میں نیچے بیٹھا ہوا تھا، تو بالکل جب ان کے پاس جو آدمی ان کو دلیل دیتے ہیں نا، وہ شور کر دیتے ہیں، ان کی بات ہی نہیں سنتے۔ تو میں کل سنتا رہا ہوں، بالکل یہ آپ کو جو دلیل پہ بات کرتے تھے کاٹ دیتے تھے۔ تو اللہ کا بڑا شکر ہے کہ اس معاملے میں ہم جو مسلمان ہیں، جتنے بھی فرقے ہیں، اہل حدیث، دیوبند یا بریلوی، جو بھی ہم ہیں، تو ہمیں اپنے ختم نبوت پہ بالکل اکٹھے ہو کے ان سے بات کرنی چاہیے، اور واضح جو آپ بات کر رہے ہیں نا، بالکل ان کے دلائل سے مارنا چاہیے، جو ان کی نبوت کا دعویٰ کرتے ہیں ان کا رد کرنا ہی چاہیے۔ تو یہ بہت بڑی بات ہے۔ آگے ایک بھائی بول رہے تھے کہ یار ان سے یعنی کہ پوچھنا کہ نبوت کے بارے میں، وہ بھی یعنی کہ ہم اپنے دار اسلام سے باہر ہو جاتے، ایسی بات نہیں ہے۔ جب یہ ہے ہی جھوٹے ہیں تو ان کا رد کرنا چاہیے، اور اپنی عوام کو اویئرنیس دینی چاہیے کہ ان سے کس طریقے سے بچنا ہے، ان کے وائرس سے۔ تو بس یہی میری بات ہے۔ تو بہت اچھی آپ بات کرتے ہیں، میں نے آپ کو فالو بھی کیا، تو آپ اپنی بات جاری رکھیں۔ میں نے آپ کو یہی کہنا تھا کہ آپ کل بھی گئے ہیں، جب یہ دلائل کی بات آتے ہیں تو ادھر پھر یہ شور کر دیتے ہیں۔ کل آپ دیکھ رہے تھے نا کہ جو آپ بات کرتے تھے دلائل سے، اس کا جواب نہیں دیتے تھے، اپنا شور کر کے اپنی بات کر کے تو نکل جاتے تھے۔ جی جزاک اللہ سارے بھائی، اس کا ٹک ٹاک کا یہی فارمیٹ ہے کہ آپ فالو کریں، مجھے فالو کریں، مفتی صاحب کو، زاہد بھائی، نعیم بھائی آگے ہیں، یہ جتنے بھی ساتھی آپ کو یہاں نظر آتے ہیں، زیارسل بھائی براڈ آن رکھتے ہیں، ان کو فالو کریں، ساحل بھائی ہیں، کس کس کا نام لے، آپ سب کو فالو کریں، انشاءاللہ ان ٹچ رہیں گے اس ٹیم کے ساتھ۔ روز ایک بات لے کے ان کی براڈ پہ چلے جائیں، ایک ایک مسلمان جائے۔ میں کہتا ہوں، وہ ہمارے اسلامیات کے پروفیسر ہوتے تھے گجرات، وہ کہتے تھے جتنے مسلمان ہیں سارے پیشاب کریں نا تو اسرائیل ویسے ہی ٹوٹ جاتا ہے، لیکن مسلمانوں میں اتفاق نہیں ہے۔ میں کہتا ہوں سارے مسلمان ایک ایک سوال لے کے جاؤ، مرزائی ویسے ہی لاجواب ہو کے براڈیں بند کر کے چلے جائیں گے۔ انہی لوگوں نے تو مسائل پیدا کیے ہوئی ہے، جو گالی باز بریگیڈ ہے، انہوں نے تو لوگوں کو متنفر کیا ہوا ہے۔ ایک کہتا ہے مناظرہ کرو، دوسرا کہتا ہے نہ کرو، ایک کہتا ہے دلیل دیو، دوسرا کہتا ہے نہ دیو، گال ہی کٹو بس انہوں نے۔ تو ایسے لوگوں سے اللہ تعالیٰ بچائے اپنے نبی کے دین کو، یہ سازشیں اس طرح کی ہوتی رہتی ہیں، کوئی بات نہیں۔ جی سپر صاحب آپ نے جانا ہے تو جائیں۔ عمر مختار صاحب آپ کوئی بات کرنا چاہتے تو کر لیں، ایک دو سب۔ جی تو میں آج ان کی لائف پہ گیا، میں نے ایک چھوٹا سا پہلے میں نے انہیں ایک آیت سنائی، جتنا ہی نہیں میرا اپنا تھوڑا بہت نالج ہے اس کے مطابق، کہ میں نے پوچھا کہ بھئی اگر آپ لوگ کہتے ہیں کہ مسلمان ہیں، میں نے کہا اللہ تعالیٰ تو قرآن پاک میں فرماتے ہیں کہ وَتَسْمُحُ بِحَبْلِ اللَّهِ جَمِيعًا وَلَا تَفَرَّقُوا۔ تو اس کا جواب مجھے انہوں نے یہ دیا ہے کہ ہاں اس میں یہ بیان کر دیا گیا کہ فرقے تو بنیں گے لیکن آپ فرقے کا حصہ نہ بنو۔ لیکن میں نے اپنا جب تعارف کرایا، میں نے یہ کہا کہ دیکھیں میں کسی فرقے سے تعلق نہیں رکھتا، میں دین میں دو چیزوں کو مانتا ہوں، ایک اللہ تعالیٰ کی عبادت ہے اور ایک رسول اللہ صلی اللہ علیہ وسلم کی اطاعت ہے۔ ان دو چیزوں کے علاوہ میں کسی فرقے کو فالو نہیں کرتا۔
तो बहरहाल आप जान भाई ना करें, जान भाई ना करें यार, छोड़ दें, वो लगा हुआ उसको लगा रहने दें। जी आप करें बात भाई। म्यूट जी जी। करता हूँ बहुत दफा मारो। तो दूसरा आप यहाँ पे बैठ के एक फिरके को प्रमोट आपका कर रहे यार हैं। मलक काबू आया उधर जोसेफ की ब्राड के ऊपर, मलक तलत जोसेफ की ब्राड के ऊपर अभी चेक कर, आप बात करें मुख्तार साहब, मैं समझा। काबू आया मलक तलत। जान भाई पता तो है आपको इनकी आदत का यार, ना टेंशन लिया करे, लानत भेजा पड़े। जी जी बात जारी रखें। जी जी। तो उन्होंने मुझे इसका ये जवाब दिया कि 73 फिरके आएंगे, लेकिन अल्लाह ताला ने हमें यहाँ पे वार्न कर दिया कि आप फिरके का हिस्सा ना बनना। मैंने कहा फिरके का हिस्सा तो आप यहाँ पे एक फिरके को बैठ के प्रमोट कर रहे हैं, तो जिसमें वो अपने आप को ये बता रहे हैं कि वो जो 73 फिरकों में से एक फिरका जो सही है वो हम है। ठीक है जी। मुस्लिम उम्मत आपको मुसलमान नहीं मानती, आप 73वां फिरका बनने फिरते हैं। क्या बात, क्या अक्ल पाई है इसको हमने। एक मिनट जरा मेजर साहब कहा से क्या मुसीबत है आपका, ये काम है, ये अपने आप को रोका नहीं है भाई। जो सवाल है जोसेफ भाई, एक मिनट मुझे दे तलत भाई, ज़ियारतुल भाई भी उधर गए। चुप कर से अभी हमें जवाब देंगे आपकी बातों का, ठीक है। सबसे पहली बात तो ये है कि भाई डूबते पतिंगे का सहारा आपकी वो ये जी जी यार रसूल साहब जरा हेलो करके बता दें, क्योंकि अक्सर 2 नंबर आइडिया भी बहुत ज्यादा बनी है। नहीं अच्छा फिर ठीक है। अच्छा सबसे पहली बात तो ये है कि आपकी जितनी भी गुफ्तगू थी वो डूबते को तिनके का सहारा इस किस्म की थी। आपकी कंडीशन ये है कि भैया मैं डूब रहा हूँ, मुझे बचा लो। हाय मैं जो कह रहा हूँ वो मैं आप पर क्लेम लगा देता हूँ कि आपने ऐसा मान लिया। यानी आपकी आधी गुफ्तगू पता क्या थी, आपने जैसा कह लिया, आपने जैसा मान लिया। खुदा की कसम मैंने तो यहाँ एक बात भी वैसी नहीं की जैसी आप बयान कर रहे हैं। इसीलिए तो मैं बोल रहा था, मैं आपकी करेक्शन कर रहा था। आपने मेरे बारे में ये कहा कि मैंने आपसे पूछा कि क्या क्या बाइबल रसूल ने लिखी है, तो आपने कहा हाँ जी रसूल ने लिखी है। झूठ, मैंने तो ऐसे कहा ही नहीं, मैंने कहा रसूलों ने लिखी है। पहली बात तो यह है कि जब आप मेरी बात करते हैं तो करेक्ट बात किया करें, घुमा फिरा कर बात ना किया करें। आपकी गुफ्तगू जब घुमा फिरा कर होती है तो वो उसमें झूठ शामिल होता है, उसमें फरार शामिल होता है। आप वो डूबते को तिनके वाला सहारा जो है ना वो आप तासुर दे रहे होते हैं, यानी आप तरले ले रहे होते हैं कि किसी तरीके से मुझे कहीं से कोई ना कोई सहारा मिल जाए। अच्छा मैंने तो कहा ही नहीं कि रसूल ने की है, मैं कहता हूँ रसूलों ने लिखी है। दूसरी बात भाई हद हो गई, हद हो गई। आप कह रहे हैं कि उन्होंने इजाफी उसमें सब